ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਡੋਨਲਡ ਟਰੰਪ ਜਾਰਜੀਆ ਦੇ ਵਿੱਚ ਉਹਨਾਂ ਨੇ ਸਰੈਂਡਰ ਕੀਤਾ ਹੈ। ਸੰਨ 2020 ਦੇ ਵਿੱਚ ਜੋ ਚੋਣਾਂ ਨੂੰ ਪਲਟਣ ਦਾ ਉਹਨਾਂ ਦੇ ਉੱਤੇ ਦੋਸ਼ ਲਾਇਆ ਉਸ ਕੇਸ ਦੇ ਵਿੱਚ, ਤੇ ਤਕਰੀਬਨ 20 ਮਿੰਟਾਂ ਦੇ ਅੰਦਰ ਹੀ ਉਹਨਾਂ ਦੀ ਜ਼ਮਾਨਤ ਹੋ ਗਈ 2 ਲੱਖ ਅਮਰੀਕਨ ਡਾਲਰ ਦੇ ਮੁਚਲਕੇ ਦੇ ਉੱਤੇ, ਯਾਨੀ ਕਿ ਸ਼ਿਓਰਿਟੀ ਬੌਂਡ ਦੇ ਉੱਤੇ। ਸੋ ਇਹ ਪਹਿਲੀ ਵਾਰ ਹੋ ਰਿਹਾ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿ ਸਾਬਕਾ ਰਾਸ਼ਟਰਪਤੀ ਇਸ ਤਰ੍ਹਾਂ ਕਾਨੂੰਨ ਦੀ ਜਕੜ ਵਿੱਚ ਆ ਰਹੇ ਨੇ। ਉਹਨਾਂ ਦੇ ਉੱਤੇ ਅਣਗਿਣਤ ਕੇਸ ਚੱਲ ਰਹੇ ਨੇ, ਪਰ ਮੇਨ 4 ਕੇਸਿਸ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਹੈ ਕਿ ਇਹ ਖਾਸ ਦੋਸ਼ੀ ਨੇ, ਔਰ ਉਹਨਾਂ ਦੇ ਸਮਰਥਕ ਵੀ ਉੱਥੇ ਪਹੁੰਚੇ, ਲੀਗਲ ਟੀਮ ਵੀ ਉੱਥੇ ਪਹੁੰਚੀ। ਹੁਣ ਦੇਖਣਾ ਇਹ ਹੋਏਗਾ ਕਿ ਉਹਨਾਂ ਦਾ ਭਵਿੱਖ ਕੀ ਹੈ, ਕਿਉਂਕਿ ਇਹੀ ਚਰਚਾ ਬਣੀ ਹੋਈ ਹੈ ਕਿ ਉਹ ਸੰਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਫਾਈਟ ਕਰਨਾ ਚਾਹੁੰਦੇ ਨੇ। ਕਾਨੂੰਨ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ, ਪਰ ਪਬਲਿਕ ਉਹਨਾਂ ਨੂੰ ਕਿੱਥੋਂ ਤੱਕ ਐਕਸੈਪਟ ਕਰੇਗੀ, ਇਹ ਸਭ ਚੀਜ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਬਾਈਡਨ ਸਾਹਿਬ ਤਾਂ ਅੱਗੇ ਹੀ ਬਿਲਕੁਲ ਤਿਆਰ ਨੇ ਕਿ ਉਹ 2024 ਦੀਆਂ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਜ਼ਰੂਰ ਕਰਨਗੇ। ਮਿਸ਼ੇਲ ਓਬਾਮਾ ਦੀ ਗੱਲ ਵੀ ਚੱਲ ਰਹੀ ਹੈ ਕਿ ਜੌਨ ਹੰਟਰ ਜਿਸ ਤਰ੍ਹਾਂ ਆਪਣੇ ਪਿਤਾ ਜੀ ਵਾਸਤੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਸਾਖ ਨੂੰ ਥੱਲੇ ਕਰਨ ਦਾ ਕਾਰਨ ਬਣਦੇ ਪਏ ਨੇ, ਕਿਉਂਕਿ ਜੌਨ ਹੰਟਰ ਜੋ ਬਾਈਡਨ ਸਾਹਿਬ ਦੇ ਬੇਟੇ ਨੇ, ਉਹਨਾਂ ਉੱਤੇ ਵੀ ਕਈ ਇਲਜ਼ਾਮਾਤ ਲੱਗੇ ਹੋਏ ਨੇ। ਹਾਲਾਂਕਿ ਜੋ ਬਾਈਡਨ ਕਹਿੰਦੇ ਨੇ ਆਈ ਐਮ ਪ੍ਰਾਊਡ ਆਫ ਮਾਈ ਸਨ, ਔਰ ਇਹ ਸਾਰੇ ਜਿਹੜੇ ਇਲਜ਼ਾਮਾਤ ਨੇ ਇਹ ਪੋਲੀਟੀਕਲ ਨੇ, ਗਲਤ ਹੈ, ਪ੍ਰੋਪੇਗੰਡਾ ਹੈ। ਠੀਕ ਉਸੇ ਤਰ੍ਹਾਂ ਡੋਨਲਡ ਟਰੰਪ ਵੀ ਕਹਿੰਦੇ ਨੇ ਜਿਹੜੇ ਮੇਰੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਪ੍ਰੋਪੇਗੰਡਾ ਹੈ, ਪੋਲੀਟੀਕਲ ਸਟੰਟ ਹੈ, ਮੈਂ ਦੋਸ਼ੀ ਨਹੀਂ ਹਾਂ। ਸੋ ਇਹ तमाम ਗੱਲਾਂ ਚੱਲਦੀਆਂ ਪਈਆਂ ਨੇ। ਹੁਣ ਇਹਦੇ ਵਿੱਚ ਕਿੱਦਾਂ ਸੁਰਖਰੂ ਹੋ ਕੇ ਡੋਨਲਡ ਟਰੰਪ ਬਾਹਰ ਨਿਕਲਦੇ ਨੇ ਤੇ ਸੰਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਕੋਈ ਖਾਸ ਕੰਮ ਕਰਕੇ ਦਿਖਾਉਂਦੇ ਨੇ ਕਿ ਲੋਕ ਉਹਨਾਂ ਨੂੰ ਕਿੱਦਾਂ ਐਕਸੈਪਟ ਕਰਦੇ ਨੇ, ਇਹ ਆਉਣ ਵਾਲਾ ਵਕਤ ਦੱਸੇਗਾ। ਦੂਸਰੀ ਗੱਲ ਇਹ ਬਣੀ ਹੋਈ ਹੈ ਕਿ ਜੋ ਅਮਰੀਕਨ ਡਾਲਰ ਹੈ ਪਿਛਲੇ 80 ਸਾਲਾਂ ਤੋਂ ਪੂਰੀ ਦੁਨੀਆ ਦੇ ਵਿੱਚ ਰਾਜ ਕਰਦਾ ਆ ਰਿਹਾ ਹੈ, ਪਰ ਹੁਣ ਜਿਹੜੇ ਨੇਸ਼ਨਸ ਅੱਗੇ ਆ ਰਹੇ ਨੇ, ਉੱਭਰ ਰਹੇ ਨੇ, ਨਵੀਆਂ ਇਕੋਨਮੀਜ਼ ਅੱਗੇ ਆ ਰਹੀਆਂ ਨੇ, ਉਹ ਡਾਲਰ ਨੂੰ ਨਹੀਂ ਮੰਨਦੀਆਂ ਔਰ ਡਾਲਰ ਤੋਂ ਬਾਹਰ ਨਿਕਲਣਾ ਚਾਹੁੰਦੀਆਂ ਨੇ। ਔਰ ਜਿਹੜਾ ਬ੍ਰਿਕਸ ਸੰਮੇਲਨ ਚੱਲਦਾ ਪਿਆ ਇਸ ਵਕਤ, ਉਹਦੇ ਵਿੱਚ ਵੀ ਇਹ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਸੀਂ ਸਾਰੇ ਮੁਲਕ ਆਪਣੀ ਕਰੰਸੀ ਦੇ ਵਿੱਚ ਲੈਣ ਦੇਣ ਕਰੀਏ, ਡਾਲਰ ਤੋਂ ਇਲਾਵਾ ਸਾਡੀ ਆਪਣੀ ਕਰੰਸੀ ਫੰਕਸ਼ਨ ਵਿੱਚ ਆਉਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਸਾਡੀ ਆਪਣੀ ਕਰੰਸੀ ਦੀ ਵੈਲਿਊ ਵਧੇਗੀ ਵਰਲਡ ਮਾਰਕੀਟ ਦੇ ਵਿੱਚ, ਔਰ ਇਸ ਤਰ੍ਹਾਂ ਡਾਲਰ ਦੀ ਜੋ ਡੋਮੀਨੇਸ਼ਨ ਹੈ, ਜੋ ਦਬਦਬਾ ਹੈ, ਉਹ ਘਟਣ ਜਾ ਰਿਹਾ ਹੈ। ਔਰ ਇਕੋਨੋਮਿਸਟ ਇਹ ਮੰਨਦੇ ਨੇ ਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਪੂਰੀ ਦੁਨੀਆ ਦੀ ਇਕੋਨਮੀ ਇੱਕ ਤਰ੍ਹਾਂ ਨਾਲ ਹਿੱਲੇਗੀ, ਇੱਕ ਨਵਾਂ ਰੂਪ ਧਾਰਨ ਕਰੇਗੀ। ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤੇ ਤੀਜਾ ਚਰਚਾ ਦਾ ਵਿਸ਼ਾ ਇਹ ਹੈ ਕਿ ਜਦੋਂ ਦਾ ਭਾਰਤ ਦਾ ਚੰਦਰਯਾਨ 3 ਉਤਰਿਆ ਹੈ ਚੰਦ ਦੇ ਉੱਤੇ, ਸਾਊਥ ਪੋਲ ਦੇ ਉੱਤੇ, ਉਦੋਂ ਦੀ ਇਹ ਚਰਚਾ ਬਣੀ ਹੋਈ ਹੈ ਕਿ ਇਹ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਇਸ ਇਲਾਕੇ ਦੇ ਵਿੱਚ ਆਪਣਾ ਸੈਟੇਲਾਈਟ ਉਤਾਰਿਆ। ਹੁਣ ਅਮਰੀਕਾ ਵੀ ਭਾਈਵਾਲੀ ਕਰਨਾ ਚਾਹੁੰਦਾ ਹੈ ਇੰਡੀਆ ਦੇ ਨਾਲ ਇਸ ਖੇਤਰ ਦੇ ਵਿੱਚ, ਤੇ ਇਸਰੋ ਦੀ ਕਾਮਯਾਬੀ ਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ, ਔਰ ਇਸਰੋ ਦੀ ਕਾਮਯਾਬੀ ਨੂੰ ਬੜੇ ਪ੍ਰਾਊਡ ਦੀ ਨਜ਼ਰ ਨਾਲ ਦੇਖ ਰਹੇ ਨੇ ਪੂਰੀ ਦੁਨੀਆ ਦੇ ਨੇਸ਼ਨਸ, ਔਰ ਇੰਡੀਆ ਦੇ ਨਾਲ ਭਾਈਵਾਲੀ ਕਰਨਾ ਚਾਹੁੰਦੇ ਨੇ। ਔਰ ਇੰਡੀਆ ਇੱਕ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਬਣਨ ਜਾ ਰਿਹਾ ਹੈ ਸਪੇਸ ਟੈਕਨੋਲੋਜੀ ਦੇ ਵਿੱਚ, ਸਪੇਸ ਸਾਇੰਸ ਦੇ ਵਿੱਚ, ਔਰ ਇਹਦੇ ਨਾਲ ਇੰਡੀਆ ਦੀ ਜੋ ਸਪੇਸ ਇਕੋਨਮੀ ਹੈ ਉਹਨੂੰ ਵੀ ਬੜਾ ਫਾਇਦਾ ਹੋਣ ਜਾ ਰਿਹਾ ਹੈ। ਆਉਣ ਵਾਲਾ ਵਕਤ ਦੱਸੇਗਾ ਕਿ ਇਹ ਜੋ ਸੈਟੇਲਾਈਟ ਬਿਜ਼ਨਸ ਹੈ ਇਹ ਅਮਰੀਕਾ ਵਾਸਤੇ, ਭਾਰਤ ਵਾਸਤੇ ਤੇ ਬਾਕੀ ਸਾਰੇ ਦੇਸ਼ਾਂ ਵਾਸਤੇ ਕਿਸ ਤਰ੍ਹਾਂ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਹੁਣ ਅਸੀਂ ਆਉਂਦੇ ਆਪਣੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਆਪਣੇ ਭਾਰਤ ਦੇ ਮੁੱਦਿਆਂ ਦੇ ਉੱਤੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸੁਪਰ ਕੰਟਰੀ ਦੀ, ਔਰ ਉਹਦੇ 'ਚ ਅਮਰੀਕਾ ਸ਼ਾਮਲ ਹੈ, ਔਰ ਰਸ਼ੀਆ ਵੀ ਹੈ, ਔਰ ਜਾਪਾਨ ਵੀ, ਔਰ ਉਹਨਾਂ ਦੀ ਜਿਹੜੀਆਂ ਵੀ ਗਤੀਵਿਧੀਆਂ ਨੇ ਉਹਨਾਂ ਦੇ ਬਾਰੇ ਦੱਸਿਆ। ਔਰ ਜ਼ਿਆਦਾਤਰ ਜਿਹੜੀ ਇਲੈਕਸ਼ਨ ਆਉਣ ਵਾਲੀ ਹੈਗੀ ਆ ਅਮਰੀਕਾ ਦੇ ਵਿੱਚ ਵੀ ਪੂਰੀ ਹਲਚਲ ਹੈ। ਜਿਸ ਤਰ੍ਹਾਂ ਡੋਨਲਡ ਟਰੰਪ ਜੀ ਨੂੰ ਕੱਲ੍ਹ ਉਹਨਾਂ ਨੇ ਅਰੈਸਟ ਕਰ ਲਿਆ, ਗ੍ਰਿਫਤਾਰ ਕਰਨ ਤੋਂ ਬਾਅਦ ਮੁਚਲ ਕੇ ਤੇ ਛੱਡ ਵੀ ਦਿੱਤਾ 20 ਮਿੰਟ ਬਾਅਦ। ਔਰ ਇਸੇ ਤਰ੍ਹਾਂ ਹੀ ਭਾਰਤ ਵਿੱਚ ਵੀ ਹੈ। ਤੁਸੀਂ ਭਾਰਤ ਦੇ ਆਉਣ ਦੀ ਗੱਲ ਕੀਤੀ, ਆਪਣੀ ਧਰਤੀ ਦੇ ਲੋਕਾਂ ਦੀ ਗੱਲ ਕੀਤੀ, ਔਰ ਇਹਦੇ ਵਿੱਚ ਵੀ ਇਲੈਕਸ਼ਨ ਆਉਣ ਨਾਲ ਜਿਹੜਾ ਹੈਗਾ ਰਾਹੁਲ ਗਾਂਧੀ 'ਤੇ ਵੀ ਬੜੇ ਤਰ੍ਹਾਂ ਦੇ ਜਿਹੜੇ ਹੈਗੇ ਆ ਦੋਸ਼ ਮੜੇ ਗਏ, ਔਰ ਉਹਨਾਂ ਦੇ ਨਾਲ ਦੇ ਸਾਥੀਆਂ 'ਤੇ ਵੀ ਹੋਇਆ। ਔਰ ਡੋਨਲਡ ਟਰੰਪ ਨਾਲ ਇਹ ਇਕੱਲੇ ਨਹੀਂ, 18 ਲੋਕ ਹੋਰ ਵੀ ਨਾਲ ਸੀਗੇ। ਜਿਹੜਾ 2020 ਦਾ ਮਸਲਾ ਸੀਗਾ, ਜਦੋਂ ਇਹਨਾਂ ਨੇ ਰਾਜ ਸੱਤਾ ਨੂੰ ਪਲਟਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਸ ਦੇ ਸਬੰਧ ਵਿੱਚ ਇਹਨਾਂ 'ਤੇ ਕੇਸ ਚੱਲਦਾ ਸੀ। ਐਨ ਮੌਕੇ 'ਤੇ, ਐਨ ਉਸੇ ਵੇਲੇ ਜਦੋਂ ਇਲੈਕਸ਼ਨ ਬਿਲਕੁਲ ਸਿਰ 'ਤੇ ਹੈਗੇ, ਉਦੋਂ ਇਹਨਾਂ ਨੂੰ ਚੱਕ ਕੇ ਅੰਦਰ ਕਰ ਦਿੱਤਾ, ਔਰ ਕੇਸ ਹੁਣ ਚੱਲੂਗਾ। ਗ੍ਰਿਫਤਾਰ ਹੋਣ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ। ਇਹ ਇੱਕ ਪੂਰੇ ਵਿਸ਼ਵ ਦੇ ਵਿੱਚ ਬੜਾ ਰਾਜਨੀਤੀ ਦੇ ਵਿੱਚ ਹਲਚਲ ਹੋਈ ਹੈ। ਔਰ ਜਦੋਂ ਕਿ ਪ੍ਰੈਜ਼ੀਡੈਂਟ ਇਹ ਪਹਿਲੇ ਹੈਗੇ ਰਾਸ਼ਟਰਪਤੀ ਅਮਰੀਕਾ ਦੇ, ਜਿਨ੍ਹਾਂ 'ਤੇ ਇੰਨੇ ਦੋਸ਼ ਮੜੇ ਗਏ। ਪਹਿਲੇ ਜਿਹੜੇ ਹੈਗੇ ਸੀ ਰਾਸ਼ਟਰਪਤੀ, ਉਹਨਾਂ 'ਤੇ ਇਹ ਨਹੀਂ ਸੀਗਾ। ਜਾਂ ਫਿਰ
ਪਾਕਿਸਤਾਨ ਸਾਡਾ ਪੜੋਸੀ ਦੇਸ਼ ਹੈ, ਇਹਦੇ ਵਿੱਚ ਵੀ ਜਿੰਨੇ ਰਾਸ਼ਟਰਪਤੀ ਸੀਗੇ, ਮੁਸ਼ਰਫ ਜੀ ਸੀਗੇ, ਉਹਨਾਂ 'ਤੇ ਵੀ ਹੋਇਆ, ਦੇਸ਼ ਨਿਕਾਲਾ ਵੀ ਉਹਨਾਂ ਨੂੰ ਹੋ ਗਿਆ। ਉਦੋਂ ਪਹਿਲਾਂ ਭੁੱਟੋ, ਜਈਆ, ਕਈ ਤਰ੍ਹਾਂ ਦੇ ਸੀਗੇ। ਔਰ ਭਾਰਤ ਇਸ ਗੱਲੋਂ ਰਿਹਾ ਕਿ ਇਹਦੇ ਵਿੱਚ ਸ਼ਾਂਤੀ ਰਹੀ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਰਹੀ। NDA ਦੇ ਆਉਣ ਨਾਲ ਥੋੜ੍ਹੀ ਜਿਹੀ ਹਲਚਲ ਰਹੀ ਹੈਗੀ ਆ, ਕਿਉਂਕਿ ਦੋ ਪਾਰਟੀਆਂ ਦਾ ਆਪਸੀ ਜਿਹੜਾ ਹੈਗਾ ਤਣਾਅ ਰਹਿੰਦਾ ਹੈਗਾ, ਜਿਹਦੇ ਵਿੱਚ ਕਾਂਗਰਸ ਹੈਗੀ ਆ ਔਰ ਭਾਜਪਾ ਹੈਗੀ ਆ। ਹੁਣ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੂੰ ਪਤਾ ਹੈਗਾ ਕਿ ਇਹਦੇ ਵਿੱਚ ਫਿਰ ਇਹਨਾਂ ਨੇ ਬੜਾ ਕੁਝ ਕਰਨਾ ਗਾ। ਔਰ ਖੇਤਰੀ ਪਾਰਟੀਆਂ ਦਾ ਤੁਹਾਨੂੰ ਪਤਾ ਹੀ ਹੈ ਜਿੰਨਾ ਕੁਝ ਹੁੰਦਾ ਹੈ ਉਹਨਾਂ ਦੇ ਵਿੱਚ, ਤਾਂ ਉਹਨਾਂ ਨੇ ਉਹਨਾਂ ਦਾ ਮੰਨਣਾ ਹਾਈ ਕਮਾਂਡ ਨਹੀਂ, ਜੋ ਦਿੱਲੀ ਕਰੂਗੀ ਦਿੱਲੀ ਦੇ ਨਾਲ ਹੀ ਗੱਲ ਹੋਣੀ ਆ। ਔਰ ਖੇਤਰੀ ਪਾਰਟੀਆਂ ਨੂੰ ਕਈ ਵਾਰੀ ਭਾਜ ਵੀ ਆਉਂਦੀ ਹੈ, ਕਈ ਵਾਰੀ ਕਾਮਯਾਬੀ ਵੀ ਹੋ ਜਾਂਦੀਆਂ। ਤੇ ਚਲੋ ਕੋਈ ਆਪਣਾ ਐਸਾ ਮੁੱਦਾ ਜਿਹਦੀ ਗੱਲ ਕਰੀਏ ਕਿ ਜਿਹੜਾ ਪੰਜਾਬ ਵਿੱਚ ਇਸ ਵੇਲੇ ਭਖਿਆ ਪਿਆ ਜਾਂ ਭਾਰਤ ਵਿੱਚ। ਬਿਲਕੁਲ, ਔਰ ਇੱਕ ਮੁੱਦਾ ਜੋ ਸਨ 2024 ਦੀਆਂ ਇਲੈਕਸ਼ਨਸ ਦੇ ਨਾਲ ਜੁੜਿਆ ਹੋਇਆ ਹੈ, ਚਾਹੇ ਉਹ ਅਸੀਂ ਗੱਲ ਕਰੀਏ ਅਮਰੀਕਾ ਦੀ, ਚਾਹੇ ਗੱਲ ਕਰੀਏ ਇੰਡੀਆ ਦੀ, ਇੱਕ ਗੱਲ ਕਾਮਨ ਬਣੀ ਹੋਈ ਹੈ ਕਿ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, AI, ਉਹਦਾ ਗਲਤ ਇਸਤੇਮਾਲ ਨਾ ਹੋਵੇ ਕਿਤੇ। ਸਹੀ ਗੱਲ। ਔਰ ਉਸ ਨਾਲ ਜੋ ਚੋਣਾਂ ਦੇ ਨਤੀਜੇ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਤੇ। ਇਸ ਕਰਕੇ ਅਮਰੀਕਾ ਵੀ ਅਲਰਟ ਹੈ ਤੇ ਭਾਰਤ ਵੀ ਅਲਰਟ ਹੈ। ਔਰ ਅਮਰੀਕਾ ਨੇ ਇੱਕ ਡਿਸੀਜਨ ਲਿੱਤਾ ਹੈ ਕਿ ਆਪਣੇ 33 ਰਾਜਾਂ ਦੇ ਵਿੱਚ ਚੀਨ ਦੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਜ਼ਮੀਨ ਜਾਇਦਾਦ ਖਰੀਦਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਚੀਨ ਤੇ ਅਮਰੀਕਾ ਇੱਕ ਓਪੋਨੈਂਟਸ ਦੀ ਤਰ੍ਹਾਂ ਇੱਕ ਦੂਜੇ ਨੂੰ ਦੇਖਦੇ ਨੇ। ਹਾਲਾਂਕਿ ਟੈਸਲਾ ਕਾਰ ਜਿਸ ਦੇ ਆਧਾਰ ਦੇ ਉੱਤੇ ਐਲਨ ਮਸਕ ਦੁਨੀਆ ਦੇ ਨੰਬਰ 1 ਅਮੀਰ ਆਦਮੀ ਨੇ, ਉਸ ਦੀ ਪ੍ਰੋਡਕਸ਼ਨ ਚਾਈਨਾ 'ਚ ਹੁੰਦੀ ਆ। ਸੋ ਬਿਜ਼ਨਸ ਆਪਣੀ ਜਗ੍ਹਾ, ਇਕੋਨਮੀ ਆਪਣੀ ਜਗ੍ਹਾ, ਪੋਲਿਟਿਕਸ ਆਪਣੀ ਜਗ੍ਹਾ, ਸਭ ਕੁਝ ਮਿਲ ਕੇ ਚੱਲਦਾ ਪਿਆ। ਪਰ ਮੇਨ ਫੋਕਸ ਹੈ ਸਨ 2024 ਦੀਆਂ ਇਲੈਕਸ਼ਨਸ। ਇਹ ਪਹਿਲੋਂ ਪਤਾ ਲੱਗਾ ਸੀ ਕਿ ਜਿਹੜੇ ਜਸੂਸੀ ਗੁਬਾਰੇ ਇਹਨਾਂ ਦੇ ਫੜੇ ਗਏ ਸੀ ਉਹ ਉਤੋਂ ਦੀ ਚੱਲ ਰਹੇ ਸੀਗੇ ਅਮਰੀਕਾ ਦੇ, ਔਰ ਉਹਨਾਂ ਨੇ ਫੜਿਆ। ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਦੋਂ ਪੁੱਛਿਆ ਗਿਆ, ਜਦੋਂ ਚਾਈਨਾ ਦੇ ਵਿਦੇਸ਼ ਮੰਤਰੀ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਨਹੀਂ, ਇਹ ਵੈਦਰ ਨੂੰ ਜਿਹੜਾ ਹੈਗਾ ਉਹਦੀ ਵੈਦਰ ਦੀ ਜਿਹੜੀ ਭਵਿੱਖਬਾਣੀ ਹੈ ਉਹ ਇਕੱਠੀ ਕਰ ਰਿਹਾ, ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ, ਜਸੂਸੀ ਨਹੀਂ ਹੈਗਾ। ਉਹਨਾਂ ਨੇ ਉਤਾਰਿਆ। ਫਿਰ ਉਹਦੇ ਬਾਅਦ ਅਮਰੀਕਾ ਨੂੰ ਸ਼ੱਕ ਪੈ ਗਿਆ ਕਿ ਸਾਡੀ ਜਸੂਸੀ ਕਰ ਰਿਹਾ। ਹੁਣ 33 ਰਾਜ ਨੇ, ਸਟੇਟ, ਜਦੋਂ ਟੋਟਲ 50 ਹੈਗੇ ਅਮਰੀਕਾ ਦੇ, ਉਹਦੇ ਵਿੱਚੋਂ 33 ਜਿਹੜੇ ਹੈਗੇ ਉਹਨਾਂ ਨੇ ਇਹ ਇਸ ਵੇਲੇ ਕਾਨੂੰਨ ਪਾਸ ਕਰ ਦਿੱਤਾ ਕਿ ਜਿਹਦੇ ਵਿੱਚ ਨਾ ਤੇ ਸੰਪਤੀ ਲੈ ਸਕਦੇ ਆ, ਨਾ ਕੋਈ ਜ਼ਮੀਨ ਖਰੀਦ ਸਕਦੇ ਆ। ਔਰ ਉਸ ਏਰੀਏ 'ਚ ਜਿੱਥੇ ਆਰਮੀ ਬੇਸ ਹੈਗਾ, ਜਿੱਥੇ ਸੈਨਾ ਦਾ ਬੇਸ ਹੈਗਾ, ਉਸ ਏਰੀਏ ਦੇ ਵਿੱਚ ਕੋਈ ਜਗ੍ਹਾ ਨਹੀਂ ਬਣਾ ਸਕਦੇ। ਔਰ ਉਹਦੇ ਵਿੱਚ ਕੁਝ % ਇਹਨਾਂ ਕੋਲ ਪਹਿਲਾਂ ਜ਼ਮੀਨ ਹੈਗੀ ਉੱਥੇ ਅਮਰੀਕਾ ਦੇ ਜਿਹੜੀ ਕੀਤੀ ਹੈ। ਅਮਰੀਕਾ ਨੇ ਪਹਿਲਾਂ ਮੁਸਲਿਮ ਜਿਹੜੇ ਸਮੁਦਾਇ ਦੇ ਲੋਕ ਉਹਨਾਂ ਨੂੰ ਵੀ ਇੱਥੋਂ ਨਿਸ਼ਕਰਸ਼ ਕਰ ਦਿੱਤਾ ਸੀ, ਉਹਨਾਂ ਨੂੰ ਕੱਢ ਦਿੱਤਾ ਸੀਗਾ, ਉਹਨਾਂ ਨੇ ਵੀ ਉੱਥੇ ਬੜਾ ਕੁਝ ਕੀਤਾ। ਔਰ ਦੂਸਰਾ ਸ਼ੱਕ ਇਹਨਾਂ ਦਾ ਚਾਈਨਾ ਦੇ ਲੋਕਾਂ 'ਤੇ ਹੈਗਾ, ਜਿਹੜੇ ਲੋਕ ਉੱਥੇ ਆ ਕੇ ਵਪਾਰ ਕਰਦੇ ਆ। ਬੇਸਿਕਲੀ ਚਾਈਨਾ ਜਿਹੜਾ ਹੈਗਾ ਹਰ ਕੰਟਰੀ 'ਚ ਜਾ ਕੇ ਵਪਾਰ ਕਰਦਾ। ਤੁਸੀਂ ਕਿਸੇ ਦੇਸ਼ ਵਿੱਚ ਚਲ ਜਾਓ, ਇਹਨਾਂ ਦੇ ਬਿਜ਼ਨਸ ਹੈ, ਇਹਨਾਂ ਦੀਆਂ ਗੱਡੀਆਂ ਉੱਥੇ ਆ, ਮੋਬਾਈਲ ਤਾਂ ਇਹਨਾਂ ਦਾ ਹੈ ਹੀ ਆ। ਔਰ ਜੋ ਵੀ ਆਈਫੋਨ ਆ ਔਰ ਉਹ ਚਿਪ ਜਿਹੜੀਆਂ ਉਹ ਹੈਗੀਆਂ ਅਮਰੀਕਾ ਨੂੰ ਦੇ ਰਿਹਾ। ਬਿਜ਼ਨਸ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਿਜ਼ਨਸ ਇੱਕ ਆਪਣੀ ਜਗ੍ਹਾ ਅਲੱਗ ਦਾ ਕੰਮ ਕਰਦਾ, ਪਰ ਬਾਕੀ ਗੱਲ ਰਹੀ ਜਿਹੜੀ ਸਿਆਸਤ ਦੇ ਵਿੱਚ ਜਿਹੜੀ ਇਹਨਾਂ ਦੀ ਹਲਚਲ ਆ ਉਹ ਜਿਹੜੀ ਹੈਗੀ ਆ ਉਹ ਹਰ ਦੇਸ਼ ਦੀ ਨਜ਼ਰ ਦੇ ਵਿੱਚ ਹੈ। ਔਰ ਅਮਰੀਕਾ ਖਾਸ ਕਰਕੇ ਇਹਨਾਂ ਨੂੰ ਕਰੜੇ ਹੱਥੀ ਲੈਂਦਾ। ਔਰ ਹੁਣ ਜਦੋਂ ਉਹਨਾਂ ਨੇ ਕੀਤਾ, 33 ਦੇਸ਼ਾਂ ਦੇ ਵਿੱਚ ਕਾਨੂੰਨ ਪਾਸ ਹੋ ਗਿਆ। ਉਹ ਦੇਸ਼ ਨੇ, ਉਹ ਸਟੇਟ ਨੇ, ਤੇ ਜਿਹੜੇ 33 ਸਟੇਟ ਜਿਹਦੇ ਵਿੱਚ ਰਿਪਬਲਿਕਨ ਪਾਰਟੀ ਦਾ ਗਲਬਾ ਹੈਗਾ, ਉੱਥੇ ਕਾਨੂੰਨ ਪਾਸ ਕਰਕੇ ਉਹਨਾਂ ਨੇ ਇਹ ਕਰ ਦੱਸ ਦਿੱਤਾ ਹੈਗਾ ਕਿ ਚਾਈਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਪ੍ਰਾਪਰਟੀ, ਕਿਤੇ ਵੀ ਜ਼ਮੀਨ, ਕਿਤੇ ਵੀ ਕੋਈ ਦੂਸਰਾ ਬਿਜ਼ਨਸ ਦੀ ਕੰਪਨੀ ਐਸਟੈਬਲਿਸ਼ ਨਹੀਂ ਕਰ ਸਕੂਗਾ। ਔਰ ਇਹ ਗੱਲ ਵਧੀਆ ਕੀਤੀ ਜਿਹਦੇ ਵਿੱਚ ਇਹਨਾਂ ਨੂੰ ਪਤਾ ਲੱਗਾ ਕਿ ਕਿਉਂਕਿ ਹੁਣ ਜੋ ਵੀ ਇਸ ਵੇਲੇ ਚੱਲ ਰਿਹਾ ਕੰਮ ਉਹ ਥੋੜ੍ਹਾ ਜਿਹਾ ਇਹਨਾਂ ਦੇ ਖਤਰੇ ਤੋਂ ਖਾਲੀ ਨਹੀਂ ਚਾਈਨਾ ਦਾ, ਕਿਉਂਕਿ ਚਾਈਨਾ ਦੀਆਂ ਸਾਰੀਆਂ ਨੀਤੀਆਂ ਦਾ ਉਹਨਾਂ ਨੂੰ ਪਤਾ ਲੱਗ ਗਿਆ, ਕਿਉਂਕਿ ਸੁਪਰ ਕੰਟਰੀ ਹੈਗਾ, ਉਹ ਜੋ ਚਾਹੁੰਦਾ ਕਰ ਵੀ ਲੈਂਦਾ ਹੈਗਾ। ਹੁਣ ਆਉਣ ਵਾਲੀ ਸਰਕਾਰ ਜਿਹੜੀ ਹੈਗੀ ਆ, ਬਾਈਡਨ ਸਾਹਿਬ ਨਾਲ ਤਾਂ ਇਹਨਾਂ ਦੇ ਸਬੰਧ ਜਿੱਦਾਂ ਠੀਕ ਸੀ ਹੈਗੇ, ਔਰ ਟਰੰਪ ਜੀ ਨਾਲ ਵੀ ਇਹਨਾਂ ਦੇ ਹੈਗੇ ਆ, ਪਰ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਕੀ ਕਹਿੰਦਾ, ਕੀ ਕਰ ਰਿਹਾ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਬੜਾ ਕੁਝ ਕਰ ਦਿੱਤਾ। ਔਰ ਜੇ 33 ਸਟੇਟ ਇਹਨਾਂ ਦੀ ਐਂਟਰੀ ਬੰਦ ਕਰ ਸਕਦੇ, ਬੈਨ ਕਰ ਸਕਦੇ ਆ, ਅਤੇ ਬਾਕੀ ਦੇ ਜਿਹੜੇ 17 ਹੈਗੇ ਉਹ ਵੀ ਬੜਾ ਕੁਝ ਕਰ ਸਕਦੇ ਆ, ਕਿਉਂਕਿ ਉਹ ਇਸ ਕਰਕੇ ਨਹੀਂ ਹੋਇਆ ਜਿੱਥੇ ਡੈਮੋਕ੍ਰੈਟਿਕ ਪਾਰਟੀਜ਼ ਦੀ ਜਿਹੜੀ ਖੇਤਰੀ ਪਾਰਟੀਆਂ ਹੈਗੀਆਂ ਉਹ ਉੱਥੇ ਹਾਵੀ ਹੈਗੀਆਂ, ਉੱਥੇ ਨਹੀਂ ਹੁੰਦਾ। ਇਹ ਰਿਪਬਲਿਕਨ ਪਾਰਟੀ ਜਿਹੜੀ ਇਹਨਾਂ ਦੇ ਐਂਟੀ ਚੱਲ ਰਹੀ ਹੈ। ਹੁਣ ਇਹ ਕਿੱਸਾ ਇਸ ਵੇਲੇ ਇਹ ਗਾਥਾ ਜਿਹੜੀ ਹੈਗੀ ਪੂਰੇ ਵਿਸ਼ਵ ਵਿੱਚ ਹੋ ਗਈ ਕਿ ਇਹਨਾਂ ਦੀ ਐਂਟਰੀ ਬੈਨ ਹੋ ਗਈ ਆ, ਬੈਠੇ ਸਾਰੇ ਦੇਸ਼ਾਂ ਵਿੱਚ ਹੈਗੇ। ਹੁਣ ਚਾਈਨਾ ਦੇ ਲੋਕਾਂ ਨੂੰ ਬਿਜ਼ਨਸ ਜਿਹੜਾ ਚਲਾ ਰਹੇ ਨੇ ਉਹਨਾਂ ਨੂੰ ਖਤਰਾ ਮਹਿਸੂਸ ਹੋ ਗਿਆ ਕਿ ਸਾਡਾ ਵੀ ਇਹ ਗੱਲ ਨਾ ਹੋ ਜਾਏ ਕਿ ਸਾਨੂੰ ਬਾਹਰਲੇ ਬਾਕੀ ਦੇਸ਼ ਆ ਉਹ ਇੱਥੋਂ ਕੱਢਣਾ ਦੇਣ, ਅਤੇ ਸਾਡਾ ਜਿਹੜਾ ਬਿਜ਼ਨਸ ਆ, ਸਾਡਾ ਕੰਮ ਆ, ਉਹ ਜਿਹੜਾ ਹੈਗਾ ਉਹ ਖਟਾਈ 'ਚ ਨਾ ਪੈ ਜਾਏ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਸ ਵਕਤ ਇਕੋਨਮੀ ਜਿਹਦੀ ਸਟਰੋਂਗ ਹੈ ਉਹੀ ਦੇਸ਼ ਪੂਰੀ ਦੁਨੀਆ ਦੇ ਉੱਤੇ ਰਾਜ ਕਰਦਾ ਹੈ। ਅਮਰੀਕਾ ਦੀ ਇਕੋਨਮੀ ਸੁਪਰ ਇਕੋਨਮੀ ਹੈ, ਇਸ ਕਰਕੇ ਅਮਰੀਕਾ ਦਾ ਦਬਦਬਾ ਹੈ। ਔਰ ਉਧਰੋਂ ਮਿਲਟਰੀ ਮਾਈਟ ਵੀ ਉਹਦੀ ਬੜੀ ਜ਼ਬਰਦਸਤ ਹੈ, ਬਹੁਤ ਜ਼ਬਰਦਸਤ ਫੌਜ ਹੈ ਉਹਦੀ। ਸੋ ਇਹ ਦੋਵੇਂ ਚੀਜ਼ਾਂ ਮਿਲ ਕੇ
ਅਮਰੀਕਾ ਨੂੰ ਸੁਪਰ ਪਾਵਰ ਬਣਾਉਂਦੀਆਂ ਨੇ ਜੀ। ਤੇ ਇੱਧਰ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਕਿ ਡਾਲਰ ਦਾ ਦਬਦਬਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਹ ਕੰਟਰੀਜ਼ ਬ੍ਰਿਕਸ ਕੰਟਰੀਜ਼ ਦੇ ਵਿੱਚ ਵੀ ਜਿਹੜਾ ਸੰਮੇਲਨ ਹੋ ਰਿਹਾ ਉਹਦੇ ਵਿੱਚ ਵੀ ਇਹ ਗੱਲਬਾਤ ਹੋ ਰਹੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਮਿਲੇ ਨੇ ਜੋਹਾਨਸਬਰਗ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ ਨੂੰ, ਕਿਉਂਕਿ ਉਹ ਵੀ ਆਏ ਹੋਏ ਨੇ ਔਰ ਉਹ ਵੀ ਅਟੈਂਡ ਕਰ ਰਹੇ ਨੇ ਸੰਮੇਲਨ। ਔਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਚੀਨ ਤੇ ਭਾਰਤ ਦੇ ਸੰਬੰਧ ਸੁਧਰਨਗੇ। ਇਹ ਆਪਾਂ ਪਹਿਲਾਂ ਵੀ ਬੜੀਆਂ ਉਮੀਦਾਂ ਲਗਾਈਆਂ ਨੇ, ਪਹਿਲਾਂ ਵੀ ਕਈ ਮੌਕਿਆਂ ਦੇ ਉੱਤੇ ਪ੍ਰਤੀਨਿਧੀ ਮਿਲੇ, ਅਸੀਂ ਉਮੀਦਾਂ ਲਗਾਈਆਂ ਕਿ ਇਹ ਸੰਬੰਧ ਸੁਧਰਨਗੇ, ਪਰ ਉਹ ਰਿਜ਼ਲਟ ਨਹੀਂ ਮਿਲੇ ਜੋ ਅਸੀਂ ਐਕਸਪੈਕਟ ਕਰਦੇ ਰਹੇ ਹਾਂ। ਔਰ ਇਸ ਵਕਤ ਵੀ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ, ਪਰ ਸ਼ੀ ਜਿਨਪਿੰਗ ਜਿੱਦਾਂ ਟੇਢੀ ਸਿਆਸਤ ਖੇਡਦੇ ਨੇ, ਲੱਗਦਾ ਨਹੀਂ ਕਿ ਸੰਬੰਧ ਸੁਧਾਰਨ ਵੱਲ ਜਾ ਰਹੇ ਨੇ। ਚਾਹੇ ਮਿਲਟਰੀ ਰਿਪੋਰਟਾਂ ਕੁਝ ਵੀ ਹੋਣ ਸਰਹੱਦਾਂ ਨੂੰ ਲੈ ਕੇ, ਚਾਹੇ ਲੋਕ ਕੁਝ ਵੀ ਚਾਹੁੰਦੇ ਹੋਣ ਸਰਹੱਦਾਂ ਨੂੰ ਲੈ ਕੇ, ਪਰ ਜਿਹੜੀ ਸਿਆਸਤ ਹੈ ਔਰ ਉਹਨਾਂ ਦੀ ਆਪਣੀ ਹੀ ਇੱਕ ਸੋਚ ਹੁੰਦੀ ਹੈ। ਹਾਂ, ਜਿਹੜਾ ਹੁਣੇ ਬ੍ਰਿਕਸ ਦਾ ਜਿਹੜਾ ਸਿਖਰ ਸੰਮੇਲਨ ਹੋਇਆ ਉਹ ਸਮਾਗਮ ਦੇ ਵਿੱਚ ਇਕੱਠੇ ਹੋਏ ਆ, ਜਿਹਦੇ ਵਿੱਚ ਬਾਕੀ 5 ਦੇਸ਼ ਸੁਪਰ ਹੈ ਹੀ ਆ, ਜਿਸ 'ਚ ਅਮਰੀਕਾ ਵੀ ਆ, ਰਸ਼ੀਆ ਵੀ ਆ, ਜਾਪਾਨ ਵੀ ਆ ਔਰ ਉਹ ਬਾਕੀ ਦੇਸ਼ ਵੀ ਨੇ, ਚਾਈਨਾ ਵੀ ਆ, ਔਰ ਇਹ ਇਕੱਠੇ ਹੋਏ ਆ। ਤੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉੱਥੇ ਸ਼ਾਮਲ ਹੋਏ ਆ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਤਾਂ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੀ ਸੀ ਔਰ ਬੜੀ ਬਰੀਫਲੀ ਉਹਨਾਂ ਦੀ ਗੱਲਬਾਤ ਹੋਈ ਆ, ਹੱਥ ਵੀ ਮਿਲਾਇਆ ਇਹਨਾਂ ਨੇ ਔਰ ਬੈਠੇ ਆ, ਸੈਪਰੇਟ ਗੱਲ ਵੀ ਕੀਤੀ ਇਹਨਾਂ ਨੇ ਔਰ ਸੰਬੰਧ ਸੁਧਾਰਨ ਦੀ ਗੱਲ ਕੀਤੀ ਇਹਨਾਂ ਨੇ ਕਿ ਤੁਸੀਂ ਆਉਣ ਵਾਲੇ ਜਿਹੜਾ ਕਮਿੰਗ ਡੇ ਹੈਗਾ ਉਹਨਾਂ ਦੇ ਵਿੱਚ ਤੁਸੀਂ ਜਿਹੜੀ ਕੰਟਰੋਲ ਰੇਖਾ, ਸਾਡੇ ਉਹਦੇ ਫੌਜੀ ਅਧਿਕਾਰੀ ਅਸੀਂ ਭੇਜੇ, ਤੁਹਾਡੇ ਵੀ ਆਏ ਆ, ਗੱਲਬਾਤ ਹੋਈ ਆ, ਪਰ ਉਹਦਾ ਜਿਹੜਾ ਸਿੱਟਾ ਅਜੇ ਤੱਕ ਕੁਝ ਨਹੀਂ ਨਿਕਲਿਆ। ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਜਿਹੜੀ ਕੰਟਰੋਲ ਰੇਖਾ ਦੇ ਵਿੱਚ ਦੱਸਿਆ ਗਿਆ ਸੀ ਕਿ ਸਾਡੀਆਂ ਫੌਜਾਂ ਕਿੱਥੋਂ ਸਰਹੱਦ ਤੱਕ ਰਹਿਣਗੀਆਂ, ਤੁਹਾਡੀਆਂ ਕਿੱਥੋਂ ਤੱਕ ਰਹਿਣਗੀਆਂ, ਉਹ ਜਿਹੜੀ ਕੰਟਰੋਲ ਰੇਖਾ ਤੇ ਰੂਪ ਰੇਖਾ ਸੀ ਉਹਦੀ ਅਜੇ ਤੱਕ ਅਸੀਂ ਕੋਈ ਵੀ ਬਣਤਰ ਨਹੀਂ ਦੱਸ ਸਕੇ ਡਿਫੈਂਸ ਨੂੰ, ਆਪਣੀ ਨੂੰ, ਜਾਂ ਤੁਹਾਡੇ ਵੱਲੋਂ। ਸਾਡੇ ਇਹਦੇ ਜਿਹੜੇ ਫੌਜੀ ਅਧਿਕਾਰੀ ਉਹਨਾਂ ਨੇ ਸਾਨੂੰ ਦੱਸਤਾ ਵੀ ਆਹ ਰੇਖਾਵਾਂ ਤੱਕ ਅਸੀਂ ਜਾਣਾ ਚਾਹੁੰਦੇ ਹਾਂ, ਅਸੀਂ ਹੋਰ ਅੱਗੇ ਜਾਣਾ ਚਾਹੁੰਦੇ ਹਾਂ। ਔਰ ਉਹਦੇ 'ਤੇ ਇਹਨਾਂ ਨੇ ਇਹ ਪਤਾ ਲੱਗਾ ਕਿ ਉਹਨਾਂ ਨੇ ਜੋ ਰਿਸਪੌਂਡ ਕੀਤਾ, ਜੋ ਇਹਨਾਂ ਨੂੰ ਪ੍ਰਤੀਕਿਰਿਆ ਦਿੱਤੀ, ਅੱਛੀ ਦਿੱਤੀ। ਉਹਨਾਂ ਨੇ ਕਿਹਾ ਕਿ ਇੱਕ ਵਾਰੀ ਹੋਰ ਮਿਲਣ ਦਾ ਵਾਅਦਾ ਕਰ ਲਿਆ ਇਹਨਾਂ ਨੇ, ਦੁਬਾਰਾ ਫਿਰ ਇਹਨਾਂ ਦੀ ਮੀਟਿੰਗ ਹੋ ਗਈ, ਸ਼ਾਇਦ ਉਹਦੇ ਵਿੱਚ ਕੁਝ ਨਾ ਕੁਝ ਸਿੱਟਾ ਕੱਢਣ, ਕਿਉਂਕਿ ਮੋਦੀ ਸਾਹਿਬ ਨੂੰ ਪਤਾ ਹੈਗਾ ਕਿ ਇਸ ਵੇਲੇ ਇਲੈਕਸ਼ਨ ਹੈਗੀ ਸਿਰ 'ਤੇ। ਔਰ ਉਦੋਂ ਤੋਂ ਬਾਅਦ ਰਾਹੁਲ ਗਾਂਧੀ ਜੀ ਵੀ ਬੜਾ ਇਸ ਤਰੀਕੇ ਨਾਲ ਬੋਲਦੇ ਆ, ਖਾਸ ਤੌਰ 'ਤੇ ਇਸ ਮੁੱਦੇ 'ਤੇ ਕਿ ਮੋਦੀ ਸਾਹਿਬ ਔਰ ਜਿਹੜੇ ਰਾਜਨਾਥ ਜੀ ਨੇ ਡਿਫੈਂਸ ਮਿਨਿਸਟਰ ਔਰ ਬਾਕੀ ਜਿਹੜੇ ਹੋਮ ਮਿਨਿਸਟਰ ਨੇ, ਕਹਿੰਦੇ ਨੇ ਕਿ ਉਹਨਾਂ ਨੂੰ ਇਸ ਵੇਲੇ ਪੂਰਾ ਇਸ ਦੀ ਜਿਹੜੀ ਲੰਬੀ ਨੀਂਦ ਆ ਉਹਦੇ 'ਤੇ ਸੁੱਤੇ ਨੇ। ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਚਾਈਨਾ ਬਾਰਡਰਾਂ 'ਤੇ ਕੀ ਕਰ ਰਿਹਾ ਔਰ ਉਹਦੇ ਵਿੱਚ ਕਿੰਨਾ ਇਲਾਕਾ ਸਾਡਾ ਉਹਨਾਂ ਦੇ ਕਬਜ਼ੇ ਦੇ ਵਿੱਚ ਹੈਗਾ। ਔਰ ਇਸ ਗੱਲ ਨੂੰ ਰੱਖ ਕੇ ਇਹਨਾਂ ਨੇ ਖਾਸ ਤੌਰ 'ਤੇ ਇਹ ਮੁੱਦਾ ਬਣਾ ਲਿਆ ਕਿ ਲੋਕ ਕਿਤੇ ਨਾਰਾਜ਼ ਨਾ ਹੋ ਜਾਣ। ਜਦੋਂ ਕਿ ਆਪਾਂ ਇੱਕ ਦਿਨ ਗੱਲ ਕੀਤੀ ਸੀ, ਜਿਹੜੇ ਆਰਮੀ ਐਕਸਪਰਟ ਉਹਨਾਂ ਨੇ ਕਿਹਾ ਹੈਗਾ ਕਿ ਸਾਡਾ ਕੁਝ ਏਰੀਆ ਚਾਈਨਾ ਦੇ ਹੇਠਾਂ ਹੈਗਾ। 65 ਦੀ ਲੜਾਈ ਵਿੱਚ ਜੋ ਕੁਝ ਸਾਡਾ ਪਾਕਿਸਤਾਨ ਦੇ ਨਾਲ ਸੀ, ਅਸੀਂ A to Z ਸਾਰਾ ਵਾਪਸ ਵੀ ਕਰ ਦਿੱਤਾ, ਉਹਨਾਂ ਕੋਈ ਲੈ ਲਿਆ ਜੋ ਕੁਝ ਹੋ ਗਿਆ ਸੀਗਾ। ਉਹ ਵੀ ਅੱਗੇ ਵਧੇ ਸੀ, ਅਸੀਂ ਵੀ ਕੁਛ ਏਰੀਆ 'ਚ ਅੱਗੇ ਵਧੇ ਸੀ ਔਰ ਉਹ ਤਾਂ ਹੋ ਗਿਆ, ਨਜਿੱਠਿਆ ਗਿਆ। ਇਹ ਜਿਹੜੀ 62 ਦੀ ਜੰਗ ਸੀਗੀ ਚਾਈਨਾ ਨਾਲ, ਇਹਦਾ ਅਜੇ ਮੁੱਦਾ ਉੱਥੇ ਹੀ ਫਸਿਆ ਪਿਆ। ਨਾ ਤਾਂ UNO ਨੇ ਸ਼ਿਰਕਤ ਕੀਤੀ ਆ, ਨਾ ਕਿਸੇ ਹੋਰ ਏਜੰਸੀ ਨੇ ਕੀਤੀ ਆ, ਕਿਉਂਕਿ ਬਾਕੀ ਜਿਹੜੀਆਂ ਏਜੰਸੀਆਂ ਹੈਗੀਆਂ ਉਹ ਵੀ ਫੁੱਟਪਾਊ ਵਾਲੇ ਪਾਸੇ ਵੱਲ ਨੂੰ ਚੱਲਦੀਆਂ ਤੇ ਨਾ ਛੋਟੇ ਦੇਸ਼ ਦੀ ਗੱਲ ਸੁਣਦੀਆਂ। ਉਹ ਸੁਣਦੀਆਂ ਹੈਗੀਆਂ ਸੁਪਰ ਕੰਟਰੀ, ਜਿਹੜੇ ਵੱਡੇ ਕੰਟਰੀ ਹੈਗੇ ਉਹਨਾਂ ਦੀ ਗੱਲ ਸੁਣਦੇ ਆ। ਉਹਨਾਂ ਨੂੰ ਇਹ ਹੁੰਦਾ ਵੀ ਇਹ ਲੌਬੀ 'ਚ ਕਿਸ ਪਾਸੇ ਹੈਗਾ, ਕਿਸ ਗਰੁੱਪ ਨਾਲ ਇਸ ਵੇਲੇ ਇਹ ਜੁੜੇ ਹੋਏ ਆ, ਉਹ ਵੀ ਇਹਨਾਂ ਦੀ ਗੱਲ ਹੀ ਮੰਨਦੇ ਆ। ਹੁਣ ਜਿਹੜਾ 20 ਸਿਖਰ ਸੰਮੇਲਨ ਹੋਇਆ ਸੀ G20, ਉਹਦੇ ਵਿੱਚ ਵੀ ਇਕੱਠੇ ਹੋ ਕੇ ਸਾਰਾ ਹੋਇਆ, ਮੂਲ ਮੁੱਦਾ ਇਹੀ ਰਿਹਾ। ਹੁਣ ਜਿਹੜਾ ਇਸ ਵੇਲੇ ਮੋਦੀ ਸਾਹਿਬ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਆਰਥਿਕ ਜਿਹੜੀ ਇਕਨੋਮੀ ਹੈਗੀ ਉਹਨੂੰ ਥੋੜ੍ਹਾ ਜਿਹਾ ਹਲਾਰਾ ਦੇਣ ਲਈ ਵੀ ਚਾਈਨਾ ਦਾ ਸਾਨੂੰ ਗੱਲਬਾਤ ਰੱਖਣੀ ਪਊਗੀ। ਉਹਨਾਂ ਦਾ ਬਿਜ਼ਨਸ ਹੈ, ਇਲੈਕਟ੍ਰੋਨਿਕ ਦਾ ਸਮਾਨ ਹੈਗਾ, ਉਹ ਜਿਹੜਾ ਅਸੀਂ ਆਪਣਾ ਉੱਧਰ ਭੇਜਾਂਗੇ ਔਰ ਉਹਨਾਂ ਦਾ ਅਸੀਂ ਲਵਾਂਗੇ ਉਹ ਸਮਾਨ ਵੀ ਜਿਹੜਾ ਹੈਗਾ, ਜਿਹਦੇ ਵਿੱਚ ਕਈ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਨੇ। ਖਾਸ ਤੌਰ 'ਤੇ ਇਹਨਾਂ ਬੈਨ ਨਹੀਂ ਕੀਤੀਆਂ। ਜਿੱਦਾਂ ਆਪਾਂ ਹੁਣ ਗੱਲ ਕੀਤੀ ਹੈ, ਚਾਈਨਾ ਦਾ ਸਾਰਾ ਕੁਝ ਹੈਗਾ, ਅਮਰੀਕਾ ਨੇ ਤਾਂ ਕਰਤਾ ਬੰਦ, ਇੰਡੀਆ ਨੇ ਅਜੇ ਕਰ ਰਿਹਾ, ਕਿਉਂਕਿ ਇੰਡੀਆ ਨੂੰ ਪਤਾ ਹੈਗਾ ਕਿ ਕਈ ਚੀਜ਼ਾਂ ਜਿਹੜੀਆਂ ਸਸਤੀਆਂ ਵੀ ਆ ਰਹੀਆਂ ਔਰ ਉਹਨਾਂ ਚੀਜ਼ਾਂ ਤੋਂ ਬਗੈਰ ਸਾਡਾ ਗੁਜ਼ਾਰਾ ਵੀ ਨਹੀਂ ਗਾ। ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਆ ਰਿਹਾ, ਉਹਨਾਂ ਨੇ ਕਿਹਾ ਕਿ ਵੈਸੇ ਚਾਈਨਾ ਇਸ ਕਰਕੇ ਇਸ ਮੁੱਦੇ ਤੋਂ ਉੱਪਰ ਹੈਗਾ, ਕਿਉਂਕਿ ਟੈਕਨੀਕਲੀ ਜਿਹੜਾ ਮਾਡਰਨਾਈਜੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਉਹ ਬਹੁਤ ਅੱਗੇ ਪਹੁੰਚ ਚੁੱਕਿਆ ਹੈਗਾ। ਉਹਨੇ ਪਛਾੜ ਦਿੱਤਾ ਜਾਪਾਨ ਨੂੰ। ਜਾਪਾਨ ਅੱਗੇ ਸੀਗਾ ਘੜੀਆਂ ਦੇ ਵਿੱਚ, ਮੋਬਾਈਲਾਂ ਦੇ ਵਿੱਚ, ਇਲੈਕਟ੍ਰੋਨਿਕਸ ਦੀ ਹੋਰ ਜਿਹੜੀਆਂ ਡਿਵਾਈਸ ਨੇ, ਚੀਜ਼ਾਂ ਨੇ ਬਣਦੀਆਂ ਉਹਦੇ ਵਿੱਚ। ਹੁਣ ਚਾਈਨਾ ਅੱਗੇ ਚਲੇ ਗਿਆ, ਅਜੇ ਲੈਪਟਾਪ ਤੱਕ ਵੀ ਇਹਨਾਂ ਨੇ ਬਣਾ ਦਿੱਤਾ, ਸਾਰਾ ਕੁਝ ਉਹ ਸਮਾਨ ਆ ਰਿਹਾ। ਜਦੋਂ ਕਿ ਇੰਡੀਆ ਨੇ ਉਹਦੇ 'ਤੇ ਇੱਕ ਬੈਨ ਕੀਤਾ ਕਿ ਜਿਹੜਾ ਬਾਹਰੋਂ ਸਮਾਨ ਆਉਂਦਾ ਸੀਗਾ, ਕੰਪਿਊਟਰ ਸੀ ਉਹਦੇ 'ਚ, ਲੈਪਟਾਪ ਸੀ, ਉਹ ਚੀਜ਼ਾਂ ਸੀ, ਉਹ 'ਤੇ ਬੈਨ ਕਰ ਦਿੱਤਾ ਜਿੰਨੀ ਦੇਰ ਤੱਕ ਕੰਪਨੀ ਰਜਿਸਟਰਡ ਨਹੀਂ ਹੁੰਦੀ। ਅੱਗੇ ਉਸ ਤਰ੍ਹਾਂ ਹੀ ਮੰਗਾਈ ਜਾਂਦੇ ਸੀ, ਹੁਣ ਨਹੀਂ ਸੀ ਆ ਰਹੇ ਸੀ। ਇਹਦੇ ਨਾਲ ਵੀ ਥੋੜ੍ਹਾ ਜਿਹਾ ਧੱਕਾ ਲੱਗੂਗਾ ਚਾਈਨਾ ਨੂੰ ਕਿ ਇਹਨਾਂ ਦਾ ਸਮਾਨ ਜਿਹੜਾ ਆ ਰਿਹਾ ਸੀਗਾ ਬਾਕਾਇਦਾ ਤੌਰ 'ਤੇ ਸਿੱਧਾ ਨਹੀਂ ਆਏਗਾ, ਹੁਣ ਉਹ ਰਜਿਸਟਰਡ ਕੰਪਨੀਆਂ ਮੰਗਾ ਸਕਦੀਆਂ। ਬਿਲਕੁਲ ਠੀਕ ਹੈ, ਕਿਉਂਕਿ ਕਈ ਤਰ੍ਹਾਂ ਦੇ ਇਹਨਾਂ ਨੂੰ ਜਿੱਦਾਂ ਕਹਿੰਦੇ ਆ ਨਾ ਕਿ ਗੇਟ ਕੀਪਰਸ ਰੱਖਣੇ ਪੈਣਗੇ। ਸਹੀ ਗੱਲ, ਗੇਟ ਕੀਪਰ ਆ, ਨਹੀਂ ਤੇ
ਕੱਲ੍ਹ ਨੂੰ ਜਾ ਕੇ ਕੋਈ ਪ੍ਰੋਬਲਮ ਹੋ ਸਕਦੀ ਹੈ ਔਰ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਕਾਫੀ ਸੈਂਸਿਟਿਵ ਹੋਣਾ ਪਏਗਾ, ਕਿਉਂਕਿ ਜਿੱਦਾਂ ਅਮਰੀਕਾ ਨੇ ਸਟੈਪ ਲਿੱਤੇ ਨੇ, ਚਾਈਨਾ ਦੇ ਉੱਤੇ ਪਾਬੰਦੀਆਂ ਲਗਾਈਆਂ ਨੇ ਕਿ 33 ਸਟੇਟਾਂ ਦੇ ਵਿੱਚ 33 ਰਾਜਾਂ ਦੇ ਵਿੱਚ ਉਹ ਕੋਈ ਪ੍ਰਾਪਰਟੀ ਨਹੀਂ ਬਣਾ ਸਕਦੇ ਉੱਥੋਂ ਦੇ ਲੋਕ। ਠੀਕ ਉਸੇ ਤਰ੍ਹਾਂ ਉਸ ਚੀਜ਼ ਨੂੰ ਨਜ਼ਰ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਫੈਸਲੇ ਲੈਣੇ ਪੈਣਗੇ ਔਰ ਇੰਡੀਆ ਨੂੰ ਇਹ ਸਾਰਾ ਕੁਝ ਆਪਣਾ ਜਿੱਦਾਂ ਕਹਿੰਦੇ ਆ ਨਾ ਮਜ਼ਬੂਤ ਕਰਨੀ ਪਏਗੀ ਆਪਣੀ ਵਾੜ, ਤਾਂ ਕਿ ਕੋਈ ਅੰਦਰ ਘੁਸਪੈਠੀਆਂ ਨਾ ਆ ਜਾਏ, ਕਿਉਂਕਿ ਚੀਨ ਦਾ ਭਰੋਸਾ ਨਹੀਂ ਹੈ, ਇਹ ਸਾਰੀ ਦੁਨੀਆ ਜਾਣਦੀ ਹੈ ਔਰ ਇਸ ਕਰਕੇ ਆਪਣਾ ਘਰ ਆਪ ਹੀ ਸੰਭਾਲ ਕੇ ਰੱਖਣਾ ਪੈਣਾ। ਤੇ ਆਪਣੇ ਘਰ ਨੂੰ ਸੰਭਾਲਣ ਵਾਸਤੇ ਅਸੀਂ ਇਲੈਕਸ਼ਨਸ ਦੀ ਵੀ ਗੱਲ ਕਰਦੇ ਪਏ ਹਾਂ, ਨਾਲ ਤੁਸੀਂ ਰਾਹੁਲ ਗਾਂਧੀ ਦੀ ਵੀ ਗੱਲ ਕੀਤੀ ਹੈ। ਕਾਰਗਿਲ ਦਾ ਯੁੱਧ ਜਦੋਂ ਹੋਇਆ ਤੇ ਨੈਚੁਰਲੀ ਸਾਡੇ ਬਹੁਤ ਸਾਰੇ ਜਵਾਨ ਸ਼ਹੀਦ ਹੋਏ ਨੇ ਔਰ ਹਮੇਸ਼ਾ ਉਹਨਾਂ ਨੂੰ ਅਸੀਂ ਸਜਦਾ ਵੀ ਕਰਦੇ ਹਾਂ ਕਿ ਉਹਨਾਂ ਦੇ ਸਿਰ ਦੇ ਉੱਤੇ ਹੀ ਅਸੀਂ ਇਸ ਆਜ਼ਾਦ ਫਿਜ਼ਾ ਦਾ ਆਨੰਦ ਲੈਂਦੇ ਹਾਂ। ਔਰ ਪਾਕਿਸਤਾਨ ਨੇ ਜੋ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਸੀ ਉਸ ਵੇਲੇ ਔਰ ਜੋ ਸਾਡੇ ਨਾਲ ਸਮਝੌਤੇ ਹੋਏ ਸੀ, ਐਕਾਰਡਸ ਹੋਏ ਸੀ, ਉਸ ਦੇ ਖਿਲਾਫ ਗਿਆ ਸੀ, ਉਸ ਕਰਕੇ ਸਾਨੂੰ ਕਾਰਗਿਲ ਦਾ ਯੁੱਧ ਝੇਲਣਾ ਪਿਆ। ਤੇ ਹੁਣ ਰਾਹੁਲ ਗਾਂਧੀ ਮਿਲੇ ਨੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਕਾਰਗਿਲ ਦੇ, ਉਹਨਾਂ ਨੂੰ ਜਾ ਕੇ ਮਿਲੇ ਨੇ, ਉਹਨਾਂ ਨਾਲ ਸੰਬੋਧਨ ਕੀਤਾ ਹੈ। ਖੈਰ ਉਹਨਾਂ ਦੇ ਖੂਨ ਵਿੱਚ ਹੈ ਉਹ ਜਜ਼ਬਾ ਕਿ ਅਸੀਂ ਕਿੱਦਾਂ ਲੜਨਾ ਹੈ ਦੇਸ਼ ਲਈ, ਮਰਨਾ ਦੇਸ਼ ਲਈ। ਔਰ ਉਹਨਾਂ ਨਾਲ ਜਾ ਕੇ ਜਦੋਂ ਨੌਜਵਾਨਾਂ ਨਾਲ ਮੁਲਾਕਾਤ ਹੁੰਦੀ ਹੈ ਰਾਹੁਲ ਗਾਂਧੀ ਦੀ, ਤਾਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਹੌਸਲਾ ਮਿਲਦਾ ਹੈ ਕਿ ਸਾਡੀ ਕੋਈ ਬਾਤ ਪੁੱਛਣ ਵਾਲਾ ਹੈਗਾ, ਕੋਈ ਸਾਨੂੰ ਗੱਲਬਾਤ ਕਰਨ ਵਾਲਾ ਹੈਗਾ। ਜਿੱਥੇ ਜਿੱਥੇ ਵੀ ਗਿਆ ਨਾ ਰਾਹੁਲ ਗਾਂਧੀ, ਤਕਰੀਬਨ ਜਿੰਨੇ ਵੀ ਰਿਮੋਟ ਏਰੀਏ ਉੱਥੇ ਪਹੁੰਚ ਕੇ ਇਹਨੇ ਲੋਕਾਂ ਨਾਲ ਮਿਲਿਆ ਔਰ ਗੱਲਵਕੜੀ ਪਾ ਕੇ ਗੱਲਬਾਤ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਔਰ ਕਾਰਗਿਲ ਦਾ ਇਹ ਜਿਹੜਾ ਏਰੀਆ ਖੇਤਰ ਹੈ ਪਹਾੜੀ ਏਰੀਆ ਸਾਰਾ। ਔਰ ਜਦੋਂ ਇੱਥੇ ਯੁੱਧ ਲੱਗਾ ਹੋਇਆ ਸੀਗਾ ਉਦੋਂ ਨਵਾਜ਼ ਸ਼ਰੀਫ ਜੀ ਪ੍ਰਧਾਨ ਮੰਤਰੀ ਸੀਗੇ ਪਾਕਿਸਤਾਨ ਦੇ, ਔਰ ਉਹਨਾਂ ਨੂੰ ਜੇ ਪੁੱਛਿਆ ਗਿਆ ਕਿ ਯੁੱਧ ਜਦੋਂ ਹੋਇਆ ਕੀ ਹੋਇਆ, ਉਹ ਕਹਿੰਦੇ ਮੈਨੂੰ ਤਾਂ ਬਹੁਤਾ ਇਹਦੇ ਬਾਰੇ ਨਹੀਂ ਪਤਾ, ਜਦੋਂ ਹੀ ਹੋਇਆ ਇਹ ਸਾਰਾ ਡਿਫੈਂਸ ਦੇ ਹੱਥ ਸੀ। ਉੱਥੇ ਚੀਫ ਆਫ ਦੀ ਆਰਮੀ ਸਟਾਫ ਜਾਂ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੀ ਆਪੋ ਵਿੱਚ ਹੀ ਗੰਢ ਤਰੁਪਣਾ ਹੋਇਆ, ਪ੍ਰਧਾਨ ਮੰਤਰੀ ਨੂੰ ਇੰਨਾ ਪਤਾ ਨਹੀਂ ਸੀ ਕੀ ਕੁਛ ਹੋ ਰਿਹਾ, ਇਹ ਤਾਂ ਫੌਜ ਦੇ ਹਵਾਲੇ ਹੀ ਆ ਸਾਰਾ ਪਾਕਿਸਤਾਨ। ਹੁਣ ਜਦੋਂ ਰਾਹੁਲ ਗਾਂਧੀ ਜੀ ਉੱਥੇ ਗਏ ਆ, ਉਹਨਾਂ ਬੇਰੁਜ਼ਗਾਰੀ ਵੱਲ ਵੇਖਿਆ, ਨੌਜਵਾਨ ਉਸ ਤਰ੍ਹਾਂ ਵਿਚਾਰੇ ਤੁਰੇ ਫਿਰਦੇ ਆ, ਗੌਰਮੈਂਟ ਵੱਲੋਂ ਕੁਛ ਉੱਥੇ ਨਹੀਂ ਦਿੱਤਾ ਗਿਆ ਕਿਉਂਕਿ ਉਹ ਖੇਤੀਯੋਗ ਜ਼ਮੀਨ ਹੈ ਨਹੀਂ, ਕਿਉਂਕਿ ਵਾਹੀਯੋਗ ਜ਼ਮੀਨ ਹੋਵੇ ਤਾਂ ਲੋਕ ਬੱਚੇ ਜੋ ਆਪਣੇ ਬੀਜ ਕੇ ਖਾ ਸਕਣ। ਫਲ ਫਰੂਟ ਜ਼ਰੂਰ ਹੈਗਾ ਉੱਥੇ ਔਰ ਬਹੁਤ ਹਾਈਐਸਟ ਜਿਹੜੀਆਂ ਵੈਲੀ ਜਾਂ ਜਿਹੜੀਆਂ ਟੌਪ 'ਤੇ ਪਹਾੜੀਆਂ ਨੇ ਉੱਥੇ ਹੈਗਾ। ਔਰ ਉੱਥੇ ਜਿਹੜੇ ਜੰਗੀ ਸ਼ਹੀਦ ਸੀਗੇ ਉਹਨਾਂ ਨੂੰ ਮੌਕੇ ਦੀ ਹਕੂਮਤ ਨੇ ਤੇ ਬੜਾ ਕੁਝ ਦਿੱਤਾ, ਪੈਟਰੋਲ ਪੰਪ ਵੀ ਦਿੱਤੇ, ਉਹਨਾਂ ਨੂੰ ਸਹੂਲਤਾਂ ਦਿੱਤੀਆਂ, ਮੁਆਵਜ਼ਾ ਵੀ ਦਿੱਤਾ, ਸਾਰਾ ਕੁਝ ਦਿੱਤਾ। ਹੁਣ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਲੋਕ ਨੇ ਜਿਹੜੇ ਡਿਸਟਰਬ ਹੋਏ ਨੇ ਜਾਂ ਜਦੋਂ ਯੁੱਧ ਦੇ ਵਿੱਚ ਸ਼ਾਮਲ ਹੋਏ ਆ, ਉਹ ਵਿਚਾਰੇ ਜੇ ਉਸੇ ਤਰ੍ਹਾਂ ਹੀ ਉਸ ਧਰਤੀ 'ਤੇ ਚੱਲ ਰਹੇ ਆ ਔਰ ਉਹਨਾਂ ਦੀ ਜਿਹੜੀ ਇਸ ਵੇਲੇ ਹਾਲਤ ਆ ਉਹ ਤਰਸਯੋਗ ਆ। ਔਰ ਦੂਜੀ ਹੈਗੀ ਆ ਇਲੈਕਸ਼ਨ ਆ ਰਹੀ ਹੈ ਖੰਨਾ ਜੀ ਉੱਥੇ 10 ਸਤੰਬਰ ਨੂੰ ਇਲੈਕਸ਼ਨ ਹੈਗੀ ਉੱਥੇ ਔਰ ਉਹਦੇ ਵਿੱਚ 2-3 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਲੈਕਸ਼ਨ ਦਾ ਚੋਣ ਦਾ ਐਲਾਨ ਵੀ ਹੋ ਗਿਆ। ਔਰ ਉਹਦੇ ਵਿੱਚ ਦੇਖੋ ਕਿ ਇਹਨਾਂ ਨੇ ਕਹਿਤਾ ਕਿ ਅਸੀਂ ਕਾਂਗਰਸ ਨੇ ਕਹਿਤਾ ਕਿ ਅਸੀਂ ਆਪਣੀ ਇੱਥੇ ਪਾਰਟੀ ਬਣਾਵਾਂਗੇ, ਜਿਸ ਤਰ੍ਹਾਂ ਕਰਨਾਟਕ ਔਰ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਅਸੀਂ ਬਣਾ ਚੁੱਕੇ ਹਾਂ। ਸਾਡੇ ਲੋਕ ਸਾਡੇ ਨਾਲ ਹੀ ਵਸਦੇ ਨੇ, ਸਾਡੀ ਗੱਲ ਮੰਨਦੇ ਆ, ਅਸੀਂ ਉਹਨਾਂ ਨੂੰ ਸਹੂਲਤਾਂ ਤਾਂ ਦੇਵਾਂਗੇ ਪਰ ਹਰ ਸਮੱਸਿਆ ਜਾਣਨ ਲਈ ਅਸੀਂ ਉਹਨਾਂ ਨੂੰ ਫੇਸ ਟੂ ਫੇਸ ਮਿਲਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਮੈਂ ਵੁੱਡ ਵੀ ਪ੍ਰਧਾਨ ਮੰਤਰੀ ਬਣਦਾ ਹੈ ਜਾਂ ਮੈਂ ਆਉਣਾ ਤਾਂ ਮੈਂ ਇਸੇ ਤਰ੍ਹਾਂ ਆਇਆ ਕਰੂੰਗਾ। ਉਸੇ ਤਰ੍ਹਾਂ ਹੀ ਮੋਟਰਸਾਈਕਲ 'ਤੇ ਗਿਆ ਉਸ ਕੁਝ ਏਰੀਏ 'ਚ 22 ਈਅਰ ਤੋਂ ਬਾਅਦ, ਬਾਕੀ ਜਿਹੜਾ ਮੋਟਰਸਾਈਕਲ 'ਤੇ ਲੋਕਾਂ ਨਾਲ ਘੁੰਮਦਾ ਰਿਹਾ ਔਰ ਲੋਕਾਂ ਨੂੰ ਮਿਲਿਆ। ਜਿੱਥੇ ਸ਼ਾਪਕੀਪਰ ਨੇ ਉਹਨਾਂ ਦੁਕਾਨਾਂ 'ਤੇ ਗਿਆ, ਘਰਾਂ 'ਚ ਗਿਆ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਔਰ ਉਹਨਾਂ ਨੂੰ ਯਾਦ ਹੈ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਇੱਕ ਵਾਰੀ ਉੱਥੋਂ ਦੇ ਪਹੁੰਚਿਆ, ਜਿੱਦਾਂ ਸ਼੍ਰੀਨਗਰ ਤੇ JNK ਦੇ ਵਿੱਚ ਪਹੁੰਚ ਕੇ ਲੋਕਾਂ ਨਾਲ ਮਿਲੇ ਆ ਔਰ ਪੂਰੇ ਦੁਨੀਆ ਤੱਕ ਗੱਲਬਾਤ ਕੀਤੀ ਹੈ। ਕਿਸੇ ਵੱਡੇ ਨੁਮਾਇੰਦੇ ਦਾ, ਵੱਡੇ ਪ੍ਰਮੁੱਖ ਨੇਤਾ ਦਾ ਲੋਕਾਂ ਨੂੰ ਮਿਲਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਮੁਸੀਬਤ ਹੋਵੇ ਉਹਨਾਂ ਦੇ ਸਿਰ 'ਤੇ। ਤੇ ਜੇ ਡਰਾਇੰਗ ਰੂਮ 'ਚ ਐਲਾਨਨਾਮੇ ਕਰ ਰਿਹਾ ਜਾਂ ਜਿੱਥੇ ਕਿਤੇ ਬਹਿ ਕੇ ਲਾਲ ਕਿਲੇ ਤੋਂ ਕਰ ਰਿਹਾ ਜਾਂ ਕਿਤੇ ਹੋਰ ਫਸੀਲ ਤੋਂ ਕਰ ਰਿਹਾ, ਉਹ ਐਲਾਨਨਾਮੇ ਪਬਲਿਕਲੀ ਹੋ ਰਿਹਾ, ਉਹ ਸੰਬੋਧਨ ਹੋ ਰਿਹਾ। ਜਿਹੜਾ ਤੁਸੀਂ ਮਿਲ ਕੇ ਡੋਰ ਟੂ ਡੋਰ ਜਾਂਦੇ ਜੇ, ਗੱਲਾਂ ਸੁਣਦੇ ਜੇ, ਉਹਨਾਂ ਦੇ ਸਮੱਸਿਆਵਾਂ ਨੂੰ ਜਾਣਦੇ ਜੇ, ਇਹ ਸਮੱਸਿਆਵਾਂ ਜਾਣਨ ਦਾ ਹੋਰ ਤਰੀਕਾ ਹੈਗਾ। ਔਰ ਰਾਹੁਲ ਗਾਂਧੀ ਜੀ ਅਜੇ ਤਾਂ ਜਾ ਰਹੇ ਆ, ਹੁਣ ਵੇਖੋ ਜਦੋਂ ਇਹ ਕੁਰਸੀ 'ਤੇ ਬਹਿ ਕੇ ਉਦੋਂ ਕੀ ਕਰਦੇ ਆ, ਉਦੋਂ ਕੀ ਨੀਤੀ ਬਦਲ ਜਾਂਦੀ ਹੈ ਔਰ ਲੋਕਾਂ ਨੂੰ ਕੀ ਕੁਛ ਕਿਸ ਤਰ੍ਹਾਂ ਜਾਣਦੇ ਆ। ਜੀ ਪੋਲਿਟਿਕਸ ਦਾ, ਰਾਜਨੀਤੀ ਦਾ ਐਕਸਪਰਟਸ ਦੇ ਮੁਤਾਬਿਕ ਬਿਲਕੁਲ ਟ੍ਰੈਂਡ ਹੀ ਬਦਲ ਗਿਆ ਜੀ, ਜਿਹਦੇ ਪਿੱਛੇ ਕਾਰਪੋਰੇਟਸ ਦੀ ਪਾਵਰ ਹੈ। ਕਾਰਪੋਰੇਟਸ ਨੂੰ ਬੈਕਅਪ ਕੀਤਾ ਹੋਇਆ, ਉਹ ਲੀਡਰ ਅੱਗੇ ਆਏਗਾ। ਉਹਨੂੰ ਇੱਕ ਅੱਛਾ ਬੁਲਾਰਾ ਹੋਣਾ ਚਾਹੀਦਾ, ਇੰਟੈਲੀਜੈਂਟ ਹੋਣਾ ਚਾਹੀਦਾ, ਕ੍ਰਿਜ਼ਮੈਟਿਕ ਹੋਣਾ ਚਾਹੀਦਾ ਔਰ ਹਰ ਚੀਜ਼ ਦੇ ਲਈ ਇਨਫੋਰਮੇਟਿਵ ਹੋਣਾ ਚਾਹੀਦਾ ਔਰ ਉਹ ਅਪਡੇਟ ਵੀ ਕਰੇ ਆਪਣੇ ਆਪ ਨੂੰ। ਮਤਲਬ ਤੇਜ਼ ਤਰਾਰ ਬੰਦਾ ਚਾਹੀਦਾ ਤੇ ਪਿੱਛੇ ਕਾਰਪੋਰੇਟਸ ਦਾ ਹੱਥ ਹੋਵੇ ਤੇ ਉਹ ਬੰਦਾ ਅੱਗੇ ਆਉਂਦਾ ਹੈ, ਇਹ ਮੰਨਿਆ ਜਾਂਦਾ। ਅਮਰੀਕਾ ਦੇ ਵੀ ਕਈ ਰਿਪਰੈਜ਼ੈਂਟੇਟਿਵ ਆਏ ਨੇ ਜੋ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਗਏ ਨੇ, ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ
ਕਿ ਅਮਰੀਕਾ ਵੀ ਇਸ ਚੀਜ਼ 'ਚ ਇੰਟਰਸਟਿਡ ਹੈ ਕਿ ਰਾਹੁਲ ਗਾਂਧੀ ਅਗਲੇ ਪ੍ਰਾਈਮ ਮਿਨਿਸਟਰ ਬਣਨ, ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਪਈ ਹੈ। ਔਰ ਦੂਜੀ ਇਹ ਵੀ ਇੱਕ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ ਕਿ ਹੁਣ ਇੰਡੀਆ ਦੀ ਜਿਹੜੀ ਕਾਰਪੋਰੇਟਸ ਨੇ ਉਹਨਾਂ ਦਾ ਝੁਕਾਅ ਰਾਹੁਲ ਗਾਂਧੀ ਵੱਲ ਹੋ ਰਿਹਾ ਔਰ ਬੀਜੇਪੀ ਇਸ ਚੀਜ਼ ਨੂੰ ਸੋਚੀ ਪਈ ਹੋਈ ਆ ਕਿ ਜੇ ਕਾਰਪੋਰੇਟਸ ਦਾ ਝੁਕਾਅ ਰਾਹੁਲ ਗਾਂਧੀ ਵੱਲ ਹੋ ਰਿਹਾ ਤਾਂ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਸਾਨੂੰ ਬੜਾ ਤਗੜਾ ਮੁਕਾਬਲਾ ਮਿਲਣ ਵਾਲਾ ਹੈ। ਇਹ ਵੀ ਚੀਜ਼ ਸੋਚੀ ਪਈ ਹੋਈ ਹੈ, ਇਹ ਵੀ ਐਕਸਪਰਟਸ ਮੰਨਦੇ ਨੇ। ਹੁਣ ਕੁੱਲ ਮਿਲਾ ਕੇ ਇਹ ਇੱਕ ਸਥਿਤੀ ਬਣੀ ਹੋਈ ਹੈ ਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਕਿੰਨਾ ਕੁ ਮਜ਼ਬੂਤ ਹੋ ਗਏ ਨੇ ਲੀਡਰ ਕਿ ਸਾਰੀ ਦੁਨੀਆ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਵੱਲ ਦੇਖਦੀਆਂ ਪਈਆਂ ਨੇ ਔਰ ਇੰਡੀਆ ਦੀਆਂ ਵੀ ਜਿਹੜੀਆਂ ਤਾਕਤਾਂ ਨੇ ਉਹਨਾਂ ਵੱਲ ਦੇਖਦੀਆਂ ਪਈਆਂ ਨੇ ਔਰ ਬੀਜੇਪੀ ਨੂੰ ਆਪਣਾ ਪੱਖ ਕਿੰਨਾ ਕਮਜ਼ੋਰ ਹੁੰਦਾ ਦਿਖਾਈ ਦਿੰਦਾ ਪਿਆ। ਇਸ ਕਰਕੇ 2024 ਦੀਆਂ ਇਲੈਕਸ਼ਨਸ ਭਾਰਤ ਦੇ ਵਿੱਚ ਬੜੀਆਂ ਦਿਲਚਸਪ ਹੋਣ ਵਾਲੀਆਂ ਨੇ, ਅਮਰੀਕਾ ਵਿੱਚ ਵੀ ਦਿਲਚਸਪ ਹੋਣ ਵਾਲੀਆਂ ਨੇ ਕਿਉਂਕਿ ਜਿੱਦਾਂ ਬਾਈਡਨ ਔਰ ਟਰੰਪ ਦੋਵੇਂ ਜਾਣੇ ਆਪਸ ਦੇ ਵਿੱਚ ਸਿੱਧਾ ਟੱਕਰਾ ਉਹਨਾਂ ਦਾ ਹੈਗਾ, ਟੱਕਰਾ ਚੱਲਦਾ ਪਿਆ ਇਹਨਾਂ ਦਾ ਇੱਥੇ ਔਰ ਭਾਰਤ ਦੇ ਵੀ ਭਾਰਤੀ ਮੂਲ ਦੇ ਵੀ ਕੁਝ ਕੈਂਡੀਡੇਟਸ ਨੇ ਜੋ ਰਿਪਰੈਜ਼ੈਂਟੇਟਿਵ ਹੋ ਸਕਦੇ ਨੇ। ਮਿਸ਼ੇਲ ਓਬਾਮਾ ਦੀ ਅਸੀਂ ਗੱਲ ਕਰਦੇ ਹੀ ਪਏ ਹਾਂ ਔਰ ਉੱਦਾਂ ਹੀ ਭਾਰਤ ਦੇ ਵਿੱਚ ਵੀ ਇੱਧਰ ਨਿਤਿਸ਼ ਜੀ ਦੀ ਵੀ ਗੱਲ ਹੁੰਦੀ ਹੈ, ਰਾਹੁਲ ਦੀ ਵੀ ਗੱਲ ਹੁੰਦੀ ਹੈ, ਮਮਤਾ ਬੈਨਰਜੀ ਦੀ ਵੀ ਗੱਲ ਹੁੰਦੀ ਹੈ, ਲਾਲੂ ਪ੍ਰਸਾਦ ਯਾਦਵ ਵੀ ਹੁਣ ਆਏ ਹੋਏ ਨੇ, ਉਹ ਵੀ ਪੁਰਾਣੇ ਨੇਤਾ ਤਗੜੇ ਪਹਿਲਵਾਨ ਨੇ ਰਾਜਨੀਤੀ ਦੇ ਨੇਤਾ ਔਰ ਉਹਨਾਂ ਨੇ ਤਾਂ ਬਹੁਤ ਕੁਝ ਵੇਖਿਆ, ਬੜਾ ਖੁੱਲ ਕੇ ਬੋਲਦੇ ਨੇ। ਰੇਲਵੇ ਮੰਤਰੀ ਵੀ ਰਹੇ ਹੋ ਬਿਲਕੁਲ ਔਰ ਦੇਸ਼ ਦੇ ਬਿਹਾਰ ਦੇ ਲਗਾਤਾਰ ਉਹ ਮੁੱਖ ਮੰਤਰੀ ਰਹੇ, ਉਹਨਾਂ ਦੀ ਵਾਈਫ ਰਾਬੜੀ ਦੇਵੀ ਜੀ ਵੀ ਉੱਥੇ ਮੁੱਖ ਮੰਤਰੀ ਰਹੇ। ਯੈਸ ਔਰ ਲਾਲੂ ਜੀ ਤੋਂ ਲੀਗਲ ਬੈਕਗ੍ਰਾਉਂਡ ਤੋਂ ਨੇ, ਇਜ਼ ਅ ਲਾਅ ਗ੍ਰੈਜੂਏਟ ਔਰ ਹਮੇਸ਼ਾ ਹੀ ਕਹਿੰਦੇ ਨੇ ਉਹਨਾਂ ਦਾ ਬੇਟਾ ਤਾਂ ਜਿਹੜਾ ਇਸ ਵੇਲੇ ਉਪ ਮੁੱਖ ਮੰਤਰੀ ਹੈ ਬਿਹਾਰ ਦਾ, ਬਹੁਤ ਅੱਛਾ ਉਹਨਾਂ ਦਾ ਐਕਸਪੀਰੀਅੰਸ ਹੈ ਔਰ ਉਸ ਖੁੱਲੀ ਚੁਣੌਤੀ ਦਿੰਦੇ ਪਏ ਨੇ ਬੀਜੇਪੀ ਨੂੰ ਔਰ ਕਹਿੰਦੇ ਪਏ ਨੇ ਕਿਸੇ ਖੁੱਲਾ ਟਾਕਰਾ ਕਰਾਂਗੇ 2024 ਦੀਆਂ ਇਲੈਕਸ਼ਨਸ ਦੇ ਵਿੱਚ। ਇਸ ਕਰਕੇ ਜਿਹੜਾ ਇਹ 2024 ਦੀਆਂ ਇਲੈਕਸ਼ਨਸ ਨੇ ਨਾ ਭਾਰਤ ਦੇ ਵਿੱਚ ਅਨਪ੍ਰੈਡਿਕਟੇਬਲ ਨੇ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਵੈਸੇ ਇਹਦੇ 'ਚ ਇੱਕ ਗੱਲ ਹੈਗੀ ਹੈ ਜਿਹੜੀ ਸਾਰੇ ਸੂਝਵਾਨ ਤੇ ਚਿੰਤਕ ਲੋਕ ਕਹਿੰਦੇ ਹੈਗੇ, ਜਿੱਥੇ ਅਮਰੀਕਾ ਜੇ ਕਿਤੇ ਲੜਾਈ ਹੋਈ ਅਮਰੀਕਾ ਅੱਗੇ ਹੈਗਾ ਕਿਉਂਕਿ ਵੈਪਨ ਉਹਨੇ ਦੇਣੇ ਆ, ਉਹਨੇ ਲੌਬੀ ਬਣਾਉਣੀ ਆ, ਉਹਨੇ ਲੜਾਈ ਰੋਕਣੀ ਆ, ਉਹਨੇ ਕਰਨਾ ਗਾ। ਸਿਆਸਤ ਪੋਲਿਟਿਕਸ ਵਿੱਚ ਵੀ ਇਹੀ ਕੁਝ ਹੁੰਦਾ। ਜਿੱਥੇ ਪਾਕਿਸਤਾਨ ਦੀ ਉਦਾਹਰਣ ਹੈਗੀ ਹੈ, ਪਾਕਿਸਤਾਨ ਵਿੱਚ ਇਮਰਾਨ ਖਾਨ ਨੇ ਅਮਰੀਕਾ ਨਾਲ ਅੱਖ ਨਾਲ ਅੱਖ ਨਹੀਂ ਮਿਲਾਈ, ਉਹਨਾਂ ਦੀ ਗੱਲ ਨਹੀਂ ਮੰਨੀ ਔਰ ਉਹਦਾ ਬਜਟ ਰੋਕਿਆ ਗਿਆ। ਉਸ ਤੋਂ ਬਾਅਦ ਉਹਨੂੰ ਗੱਦੀਓਂ ਲਾ ਕੇ ਗ੍ਰਿਫਤਾਰ ਕਰਵਾ ਕੇ ਪ੍ਰੈਜ਼ੀਡੈਂਟ ਵੱਲੋਂ ਹੁਕਮ ਕਰਵਾ ਕੇ ਉਹਨਾਂ ਨੂੰ ਅਰੈਸਟ ਕਰਵਾਇਆ, ਉਹਦੇ ਪੈਰ 'ਚ ਗੋਲੀ ਵੀ ਵੱਜੀ ਔਰ ਹਫੜਾ ਦਫੜੀ ਪਈ। ਇਸ ਤੋਂ ਪਹਿਲਾਂ ਵੀ ਜਿੰਨੇ ਪ੍ਰੈਜ਼ੀਡੈਂਟ ਔਰ ਜੋ ਆਏ ਨੇ, ਮੁਸ਼ਰਫ ਜੀ ਵੀ ਜਿਹੜੇ ਹੈਗੇ ਸੀ ਅਮਰੀਕਾ ਪੱਖੀ ਸੀਗੇ, ਅਮਰੀਕਾ ਨਾਲ ਸੀ ਹੋਇਆ। ਕਿਸੇ ਦੇਸ਼ ਦੇ ਵਿੱਚ ਵੀ ਅਫਗਾਨਿਸਤਾਨ ਵਿੱਚ ਜੇ ਪੋਲਿਟਿਕਸ ਰਹੀ ਹੈ ਅਤੇ ਜਿੰਨੇ ਵੀ ਉੱਥੋਂ ਦੇ ਤਾਲਿਬਾਨ ਤੇ ਸਾਰੇ ਉਸ ਤੋਂ ਪਹਿਲਾਂ ਸੀਗੇ ਅਮਰੀਕਾ ਹੀ ਹਾਵੀ ਰਿਹਾ, ਅਮਰੀਕਾ ਜਾਂ ਰਸ਼ੀਆ। ਜਿੰਨੇ ਵੀ ਸੁਪਰ ਕੰਟਰੀ ਆ ਛੋਟੇ ਦੇਸ਼ਾਂ ਦੇ ਵਿੱਚ ਜਾ ਕੇ ਆਪ ਹੀ ਸਾਰਾ ਰਾਜ ਕਰਦੇ ਆ ਔਰ ਉੱਥੇ ਆਪ ਬੰਦਾ ਜਿਹੜਾ ਹੈਗਾ, ਆਪ ਅਧਿਕਾਰੀ ਜਿਹੜਾ ਇਹ ਤਖ਼ਤ 'ਤੇ ਬਿਠਾਉਂਦੇ ਆ। ਇਹੀ ਹਾਲ ਆ ਜਿਹੜੀ ਤੁਸੀਂ ਗੱਲ ਕੀਤੀ ਰਾਹੁਲ ਗਾਂਧੀ ਜੀ ਦੀ ਕਿ ਕੋਈ ਵੀ ਪੱਖੀ ਅਮਰੀਕਾ ਪੱਖੀ ਹੋਏ ਆ ਤਾਂ ਬਣ ਜਾਣਗੇ। ਜੇ ਉਹਨਾਂ ਦੇ ਪੱਖ 'ਚ ਨਹੀਂ ਜਾਂਦੇ ਜਾਂ ਉਹਨਾਂ ਦੇ ਨਾਲ ਨਹੀਂ ਮਿਲਦੇ ਜਾਂ ਉਹਨਾਂ ਨਾਲ ਅੱਖ ਨਹੀਂ ਮਿਲਾਉਂਦੇ ਤਾਂ ਇਹ ਕਦੀ ਵੀ ਨਹੀਂ ਬਣ ਸਕਦੇ। ਇਹਦੇ ਪਿੱਛੇ ਕਾਰਪੋਰੇਟ ਅਮਰੀਕਾ ਔਰ ਇਹਦੇ ਵਿੱਚ 2-4 ਕੰਟਰੀ ਹੋਰ ਵੀ ਨੇ, ਉਹਨਾਂ ਨਾਲ ਇਨਵੋਲਵਮੈਂਟ ਨਾਲ ਹੀ ਬਣਦਾ ਕਿਉਂਕਿ ਰਾਜਨੀਤੀ ਦਾ ਟ੍ਰੈਂਡ ਹੀ ਬਦਲ ਗਿਆ, ਤਰੀਕਾ ਹੀ ਬਦਲ ਗਿਆ। ਸਹੀ ਗੱਲ। ਕਾਰਪੋਰੇਟਸ ਦੀ ਬੈਕਅਪ, ਉਹਨਾਂ ਦਾ ਸਾਥ ਹਰੇਕ ਲੀਡਰ ਨੂੰ ਚਾਹੀਦਾ ਔਰ ਤੁਸੀਂ ਇੱਕ ਵਧੀਆ ਲੀਡਰ ਹੋਣੇ ਚਾਹੀਦੇ ਹੋ ਜਿਹਨੂੰ ਲੋਕ ਦੇਖਣ, ਤੱਕਣ, ਸੁਣਨ ਔਰ ਤੁਹਾਡੇ ਆਈਡੀਆਜ਼ ਵਿਚਾਰ ਵੀ ਹੋਣ ਕਿਉਂਕਿ ਦੂਜੀ ਧਿਰ ਨੂੰ ਹਰਾਉਣਾ ਇੱਕ ਵੱਖਰੀ ਗੱਲ ਹੈ, ਵਿਚਾਰਾਂ ਵਿੱਚ ਹਰਾ ਦੇਣਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਆਈਡੀਆਜ਼ ਕਿੰਨੇ ਸਟਰੋਂਗ ਨੇ। ਔਰ ਰਾਹੁਲ ਗਾਂਧੀ ਅਸੀਂ ਦੇਖਦੇ ਹਾਂ ਕੁਆਲੀਫਿਕੇਸ਼ਨ, ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਆਈਡੀਆਜ਼, ਸੁਲਝੀ ਹੋਈ ਸੋਚ, ਇਹ ਕਾਫੀ ਪੋਜ਼ਿਟਿਵ ਪੁਆਇੰਟਸ ਪਲੱਸ ਪੁਆਇੰਟਸ ਉਹਨਾਂ ਦੇ ਸਾਹਮਣੇ ਆ ਰਹੇ ਨੇ। ਹੁਣ ਖੜਗੇ ਸਾਹਿਬ ਦਾ ਬਿਆਨ ਸਾਹਮਣੇ ਆਇਆ ਜੀ, ਕੇਂਦਰ ਸਰਕਾਰ RTI ਐਕਟ ਨੂੰ ਖਤਮ ਕਰਨ ਦੀ ਰਾਹ ਤੇ ਤੁਰੀ ਜਾਂਦੀ ਹੈ। ਹੁਣ ਇਲਜ਼ਾਮ ਤੇ ਇਲਜ਼ਾਮ ਲੱਗ ਰਹੇ ਨੇ ਰੂਲਿੰਗ ਪਾਰਟੀ ਦੇ ਉੱਤੇ, ਵਿਰੋਧੀ ਧਿਰਾਂ ਵੱਲੋਂ। ਹੁਣ RTI ਐਕਟ ਦਾ ਕੀ ਇਹ ਨਵਾਂ ਖੇਲ ਸ਼ੁਰੂ ਹੋ ਰਿਹਾ? ਇਹ ਦੇਖੋ, ਇਹ ਜਿਹੜਾ RTI ਹੈਗਾ ਐਕਟ ਕਾਨੂੰਨ ਸੀਗਾ, ਇਹ ਕਾਂਗਰਸ ਦੇ ਟਾਈਮ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼ੁਰੂ ਕੀਤਾ ਸੀਗਾ। ਇਹਦੇ ਵਿੱਚ ਉਹ ਲੋਕ ਨੇ ਜਿਹੜੇ ਸਮੱਸਿਆਵਾਂ ਦੇ ਮਾਰੇ ਨੇ, ਉਹ ਗੌਰਮੈਂਟ ਕੋਲੋਂ ਜਾਂ ਬਾਕੀ ਜਿਹੜੀ ਵੀ ਏਜੰਸੀਆਂ ਨੇ ਉਹਨਾਂ ਕੋਲ ਆਪਣਾ ਜਵਾਬ ਤਲਬੀ ਮੰਗਦੇ ਸੀਗੇ ਵੀ ਇਹ ਸਮੱਸਿਆ ਦਾ ਦੱਸੋ ਕਿ ਇਹਦੇ ਵਿੱਚ ਕੀ ਕੌਣ ਸੀਗਾ ਤੇ ਸਾਨੂੰ ਇੱਥੇ ਕਿਉਂ ਖੜਾ ਕੀਤਾ। ਔਰ ਉਹ ਉਹਨਾਂ ਕੋਲ ਪੁੱਛਤਾਛ ਪੜਤਾਲ ਹੁੰਦੀ ਸੀਗੀ ਪਬਲਿਕ ਦੀ। ਔਰ ਇਹ ਰਾਈਟ ਟੂ ਇਨਫੋਰਮੇਸ਼ਨ ਹੈ ਐਕਟ, ਇਹ ਕਨਸਟੀਟਿਊਸ਼ਨ ਦੇ ਅੰਡਰ ਇਹ ਪਹਿਲੀ ਵਾਰ ਕਾਂਗਰਸ ਨੇ ਸ਼ੁਰੂ ਕੀਤਾ ਸੀਗਾ। ਹੁਣ ਖੜਕੇ ਸਾਹਿਬ ਨੇ ਬਿਆਨ ਕਰ ਦਿੱਤਾ, ਤੁਸੀਂ ਆਪ ਦੱਸਿਆ ਕਿ ਉਹਨਾਂ ਨੇ ਕਹਿਤਾ ਕਿ ਇਹਨੂੰ ਬੰਦ ਕਰਨ ਦੇ ਰਾਹ 'ਤੇ ਖੜੀ ਹੈਗੀ ਹੈ ਅੱਜ ਕੱਲ੍ਹ ਜਿਹੜੀ ਸਰਕਾਰ ਹੈਗੀ ਹੈ ਮੌਜੂਦਾ। ਉਹਨਾਂ ਨੇ ਕਹਿੰਦੇ ਨੇ ਕਿ ਉਹਦੇ ਵਿੱਚ ਕਈ RTIਆਂ 'ਤੇ ਬੈਨ ਵੀ ਕਰਤਾ, ਕਈ ਜਗ੍ਹਾ 'ਤੇ ਜਿਹੜੇ ਆਫੀਸਰ ਸੀਗੇ ਡੀਲਿੰਗ ਉਹ ਉਠਾ ਦਿੱਤੇ ਗਏ ਆ। ਔਰ ਜਿੱਥੇ ਇੱਥੇ ਇਹ ਦਿੱਲੀ ਹੈੱਡ ਆਫਿਸ ਸੀ ਇਹਨਾਂ ਦਾ, ਔਰ ਉੱਥੇ ਜਦੋਂ ਵੀ RTI ਜਾਂਦੀ ਸੀ ਪਹਿਲਾਂ ਸਾਰੀ ਉਹ ਜਾ ਕੇ ਉਸ ਚੈਨਲ ਦੇ ਰਾਹੀਂ ਦਿੱਲੀ ਪਹੁੰਚਦੀ ਸੀ, ਫਿਰ ਉਹ ਵਾਪਸ ਆ ਕੇ ਕੰਸਰਨਡ ਡਿਪਾਰਟਮੈਂਟ 'ਚ ਆ ਜਾਂਦੀ ਸੀਗੀ।
ਔਰ ਇਹਦੀ ਬੜਾ ਕੁਇਕਲੀ ਇਹਦਾ ਡਿਸੀਜਨ ਹੁੰਦਾ ਸੀ ਕਿ ਉਹਨੂੰ ਜਲਦੀ ਦੱਸੋ ਉਹਦੇ ਬਾਰੇ। ਈਵਨ ਗਵਰਨਮੈਂਟ ਨੂੰ ਵੀ ਪੈ ਜਾਂਦੀਆਂ ਸੀ, ਪ੍ਰਾਈਮ ਮਿਨਿਸਟਰ ਤੱਕ ਆਰਟੀਆਈ ਪਾ ਦਿੰਦੇ ਸੀ, ਕੋਈ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਹੈਗਾ ਡੈਮੋਕ੍ਰੇਸੀ ਦਾ। ਜੇ ਪ੍ਰਾਈਮ ਮਿਨਿਸਟਰ ਦੇ ਮਹਿਕਮੇ ਦੇ ਵਿੱਚ, ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ, ਪੀਐਮ ਹਾਊਸ ਦੇ ਵਿੱਚ ਕੋਈ ਨਾ ਕੋਈ ਊਣਤਾਈ ਹੁੰਦੀ ਹੈ ਜਾਂ ਗਲਤ ਡਿਸੀਜਨ ਹੁੰਦੇ ਆ ਤਾਂ ਲੋਕ ਪੁੱਛ ਸਕਦੇ ਉਹਨਾਂ ਕੋਲੋਂ, ਕਿਉਂਕਿ ਲੋਕਾਂ ਕੋਲ ਰਾਈਟ ਹੈਗਾ ਕਿ ਉਹ ਪੁੱਛਣ ਦੇ ਲਾਇਕ ਨੇ। ਔਰ ਇਹਦੇ ਵਿੱਚ ਕਾਂਗਰਸ ਨੇ ਹੁਣ ਕਿਹਾ ਕਿ ਇਹ ਜੇ ਇਹਨਾਂ ਨੇ ਬੰਦ ਕਰ ਦਿੱਤਾ ਤਾਂ ਫਿਰ ਪਬਲਿਕ ਕੀ ਕਰੂਗੀ, ਪਬਲਿਕ ਕੀ ਉਹਨਾਂ ਕੋਲ ਪੁੱਛੂਗੀ, ਕੀ ਸਮੱਸਿਆ ਰਹਿ ਗਈਆਂ। ਔਰ ਕੀ ਮਹਿਕਮੇ ਆਪਣੀ ਮਨਮਾਨੀ ਕਰਨਗੇ ਜੋ ਅੱਗੇ ਕਰਦੇ ਸੀ। ਉਹ ਕਹਿੰਦੇ ਅੱਗੇ ਤਾਂ ਫੜੇ ਨਹੀਂ ਜਾਂਦੇ, ਅੱਗੇ ਤਾਂ ਮੰਨਦੇ ਨਹੀਂ ਕਿਸੇ ਦੀ ਗੱਲ। ਫਿਰ ਜਦੋਂ ਆਰਟੀਆਈ ਖਤਮ ਕਰ ਦਿੱਤੀ, ਫਿਰ ਉਦੋਂ ਬਾਅਦ ਤਾਂ ਬਿਲਕੁਲ ਇਹਨਾਂ ਦਾ ਜਿਹੜਾ ਇਹਨਾਂ ਨੇ ਕਾਨੂੰਨ ਛਿੱਕੇ 'ਤੇ ਟੰਗ ਦੇਣਾ, ਇਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿਣਾ। ਹੁਣ ਆਰਟੀਆਈ ਦਾ ਡਰ ਹੁੰਦਾ, ਹਰ ਮਹਿਕਮੇ ਦੇ ਵਿੱਚ ਇਹਨਾਂ ਨੇ ਸੈੱਲ ਬਣਾਏ ਆ, ਕੇਂਦਰ ਦਾ ਮਹਿਕਮਾ ਹੋਵੇ ਜਾਂ ਸਟੇਟ ਦਾ ਮਹਿਕਮਾ ਹੋਵੇ। ਜਦੋਂ ਉਹਨਾਂ ਕੋਲ ਪੁੱਛਦੇ ਆ ਕਿ ਤੁਸੀਂ ਆਹ ਕੰਮ ਕਿਉਂ ਕੀਤਾ, ਇਹਦੇ ਪਿੱਛੇ ਕੀ ਜਿਹੜੀ ਆ ਪੁੱਛ ਪੜਤਾਲ ਹੈਗੀ ਆ, ਸਾਨੂੰ ਦੱਸੋ ਕਿ ਇਹਦੇ ਵਿੱਚ ਕਿਉਂ ਇੰਨਾ ਘਾਟਾ ਪਾਇਆ। ਈਵਨ ਜਿਹੜੇ ਸੀਗੇ ਟੂਲ ਪਲਾਜ਼ਾ ਨੇ, ਉਹਨਾਂ 'ਤੇ ਵੀ ਆਰਟੀਆਈ ਪਈਆਂ ਕਿ ਤੁਸੀਂ ਹੁਣ ਤੱਕ ਜੇ ਚਲਾ ਰਹੇ ਜੇ, ਜਿੰਨਾ ਕੁ ਪੈਸਾ ਤੁਸੀਂ ਮੰਗਿਆ ਸੀ ਉਹ ਤੁਹਾਡਾ ਪੂਰਾ ਹੋਇਆ ਕਿ ਨਹੀਂ ਹੋਇਆ, ਤੁਸੀਂ ਅਜੇ ਵੀ ਇਹਨੂੰ ਕੰਟੀਨਿਊ ਕੀਤਾ ਪਿਆ, ਇਹਨੂੰ ਕਦੋਂ ਬੰਦ ਕਰੋਗੇ। ਉਹਦੇ ਵੀ ਜਵਾਬ ਤਲਬੀ ਨਹੀਂ ਹੋਈ, ਲੋਕਾਂ ਨੂੰ ਦੱਸਿਆ ਨਹੀਂਗਾ। ਉਹ ਹਰ ਵਰੇ ਕੋਈ ਨਾ ਕੋਈ ਟੈਕਸ ਵਧਾਈ ਜਾਂਦੇ ਆ। ਕੁਛ ਨਾ ਕੁਛ ਕਿਸਾਨਾਂ ਨੇ ਤਾਂ ਕੀਤਾ, ਰਾਹਤ ਦਿੱਤੀ ਹੈ, ਕਿਸਾਨਾਂ ਨੇ ਬੰਦ ਹੀ ਕਰਵਾ ਦਿੱਤੇ ਹਰ ਜਗ੍ਹਾ ਪੰਜਾਬ ਦੇ। ਉਹਨਾਂ ਨੇ ਜਦੋਂ ਕਿ ਪਿਛਲੋਂ ਕਿਸਾਨ ਅੰਦੋਲਨ ਸੀਗਾ, 3 ਕਾਨੂੰਨ ਜਿਹੜੇ ਕਾਲੇ ਕਾਨੂੰਨ ਕਿਹਾ ਉਹਨਾਂ ਨੇ, ਉਦੋਂ ਉਹਨਾਂ ਨੇ ਬੰਦ ਕਰਾਉਣ ਲਈ ਸਾਰੇ ਟੂਲ ਪਲਾਜ਼ਾ 'ਤੇ ਬਹਿ ਗਏ ਸੀ, ਸਾਰੇ ਬੰਦ ਹੋ ਗਏ ਤੇ ਲੋਕ ਆਰਾਮ ਨਾਲ ਜਾਂਦੇ ਸੀ, ਆਰਾਮ ਨਾਲ ਆਉਂਦੇ ਸੀ। ਉਦੋਂ ਸਰਕਾਰ ਨੂੰ ਕੀ ਘਾਟਾ, ਉਦੋਂ ਸਰਕਾਰ ਚੱਲਦੀ ਨਹੀਂ ਰਹੀ। ਇਹ ਸਾਰੇ ਲੋਕਾਂ 'ਤੇ ਬੋਝ ਆ, GST ਦਾ ਹੋਇਆ, ਟੂਲ ਪਲਾਜ਼ਾ ਦਾ ਹੋਇਆ, ਸਾਰਾ ਕੁਛ ਹੈਗਾ। ਖੜਕੇ ਸਾਹਿਬ ਨੇ ਠੀਕ ਗੱਲ ਕੀਤੀ ਹੈ ਕਿ ਹੁਣ ਜੇ ਰਾਹ ਇਹ ਬੰਦ ਕਰ ਦਿੱਤਾ ਤੇ ਲੋਕਾਂ ਦਾ ਜਿਹੜਾ ਸਰਕਾਰ ਨੂੰ ਪੁੱਛ ਪੜਤਾਲ ਸੀ ਉਹ ਖਤਮ ਹੋ ਜਾਣੀ ਆ। ਫਿਰ ਡੈਮੋਕ੍ਰੇਸੀ ਕਾਹਦੀ ਰਹੀ। ਫਿਰ ਜਿਹੜਾ ਕਾਨੂੰਨ ਬਣਾਇਆ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ, ਉਹ ਬਿਲਕੁਲ ਉਸੇ ਤਰ੍ਹਾਂ ਛਿੱਕੇ ਤੇ ਟੰਗ ਕੇ ਖਤਮ ਕਰ ਦੇਣਾ। ਬਿਲਕੁਲ ਠੀਕ ਹੈ, ਕਿਉਂਕਿ ਹਮੇਸ਼ਾ ਜਨਤਾ ਨੂੰ ਇਹ ਅਧਿਕਾਰ ਰਹਿੰਦਾ ਹੈ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਕਿ ਉਹ ਸਿਸਟਮ ਨੂੰ ਪਾਰਦਰਸ਼ੀ ਹੋ ਕੇ ਦੇਖੇ, ਤੇ ਸਿਸਟਮ ਨੂੰ ਪਾਰਦਰਸ਼ੀ ਹੋਣਾ ਵੀ ਚਾਹੀਦਾ, ਕਿਉਂਕਿ ਲੋਕਤੰਤਰ ਇਹਦੇ ਛੁਪਾ ਦੀ ਤਾਂ ਕੋਈ ਗੱਲ ਹੈ ਨਹੀਂ। ਪਬਲਿਕ ਟੈਕਸ ਦਿੰਦੀ ਹੈ ਤੇ ਉਹ ਏਵਜ਼ ਦੇ ਵਿੱਚ ਇਹ ਪੁੱਛਦੀ ਹੈ ਕਿ ਸਾਡੇ ਵਾਸਤੇ ਜਿਹੜੇ ਭਲਾਈ ਦੇ ਕੰਮ ਹੋ ਰਹੇ ਨੇ ਉਹਦੇ ਸੀਕ੍ਰੇਟਸ ਕੀ ਨੇ, ਉਹ ਪਿੱਛੇ ਪਰਦੇ ਦੇ ਪਿੱਛੇ ਦੀਆਂ ਗੱਲਾਂ ਕੀ ਨੇ। ਆਰਟੀਆਈ ਦਾ ਮਤਲਬ ਇਹੀ ਹੈ, ਕੋਈ ਗੱਲ ਛੁਪੀ ਹੋਈ ਨਾ ਰਵੇ। ਪਰ ਜੇ ਪਰਦਾ ਰੱਖਿਆ ਜਾਏਗਾ ਤੇ ਫਿਰ ਲੋਕਤੰਤਰ ਨਹੀਂ ਰਹਿ ਗਿਆ, ਫਿਰ ਪਰਿਵਾਰ ਵਾਲੀ ਗੱਲ ਨਹੀਂ ਰਹਿ ਗਈ, ਫਿਰ ਤੇ ਓਲਾ ਰੱਖਣ ਵਾਲੀ ਗੱਲ ਹੋ ਗਈ। ਹੁਣ ਓਲੇ 'ਚ ਕੀ ਹੋ ਜਾਂਦਾ ਹੈ ਇਹ ਤਾਂ ਅਸੀਂ ਸਾਰੇ ਸਮਝਦੇ ਹਾਂ। ਜੇ ਕਿਸੇ ਚੀਜ਼ ਨੂੰ ਲੁਕੋ ਕੇ ਰੱਖਿਆ ਜਾਵੇ ਤੇ ਉਸ ਲੁਕਾ ਦੇ ਵਿੱਚ ਕੀ ਕੁਝ ਹੋ ਜਾਂਦਾ ਹੈ ਅਸੀਂ ਸਾਰੇ ਸਮਝਦੇ ਹਾਂ। ਇਸ ਕਰਕੇ ਲੋਕਤੰਤਰ ਦੇ ਵਿੱਚ ਆਰਟੀਆਈ ਦਾ ਇੱਕ ਖਾਸ ਮਹੱਤਵ ਹੈ ਔਰ ਇਸ ਐਕਟ ਨੂੰ ਇਦਾਂ ਬਣਿਆ ਰਹਿਣਾ ਚਾਹੀਦਾ ਤਾਂ ਕਿ ਜਿੱਥੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਉਹ ਕਲੀਅਰ ਹੋ ਜਾਵੇ, ਇਨਫੋਰਮੇਸ਼ਨ ਲੈ ਲਵੇ। ਔਰ ਇਹਦੇ ਨਾਲ ਰੂਲਿੰਗ ਪਾਰਟੀ ਦੀ ਆਪਣੀ ਵੀ ਦਿੱਖ ਵੀ ਬਣਦੀ ਹੈ ਔਰ ਲੋਕਾਂ ਨੂੰ ਉਹਨਾਂ ਉੱਤੇ ਵਿਸ਼ਵਾਸ ਵੀ ਬਣਦਾ ਹੈ, ਕਿਉਂਕਿ ਜਦੋਂ ਸਾਰੀ ਦੀ ਸਾਰੀ ਜਾਣਕਾਰੀ ਬਿਲਕੁਲ ਸੱਚਾਈ ਬਾਹਰ ਆ ਜਾਂਦੀ ਹੈ ਤਾਂ ਪਬਲਿਕ ਨੂੰ ਪਤਾ ਲੱਗ ਜਾਂਦਾ ਕਿ ਕੌਣ ਕਸੂਰਵਾਰ ਹੈ ਤੇ ਕੌਣ ਕਸੂਰਵਾਰ ਨਹੀਂ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਂਦਾ। ਇਸ ਕਰਕੇ ਇਹ ਐਕਟ ਦਾ ਬਣਿਆ ਰਹਿਣਾ ਜ਼ਰੂਰੀ ਹੈ। ਤੇ ਹੁਣ ਆਪਾਂ ਪੰਜਾਬ ਦੇ ਉੱਤੇ ਆਉਂਦੇ ਹਾਂ। ਜ਼ਰੂਰ ਹੜ੍ਹ ਆਏ ਹੋਏ ਨੇ, ਹੜ੍ਹ ਦੇ ਉੱਤੇ ਕੰਮ ਵੀ ਹੋ ਰਿਹਾ ਹੈ। ਸੈਂਟਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਵੀ ਨਹੀਂ ਮਿਲੀ, ਹਾਲਾਂਕਿ ਹਿਮਾਚਲ ਨੂੰ ਮਿਲੀ ਹੈ, ਪਰ ਸਾਨੂੰ ਕੋਈ ਰਿਲੀਫ ਫੰਡ ਦੇ ਵਿੱਚੋਂ ਪੈਸਾ ਨਹੀਂ ਮਿਲਿਆ। ਤਾਂ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਆਪਣੇ ਬਲਬੂਤੇ ਤੇ ਜੋ ਵੀ ਕਰ ਸਕਦੇ ਹਾਂ ਜ਼ਰੂਰ ਕਰਾਂਗੇ। ਤੇ ਸਰਕਾਰ ਵੱਲੋਂ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਨੇ ਔਰ ਰਾਹਤ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਹੜ੍ਹ ਦਾ ਪਾਣੀ ਹੁਣ ਜਾ ਚੁੱਕਾ ਔਰ ਹਜੇ ਵੀ ਖਤਰਾ ਹੈ, ਕਿਉਂਕਿ ਹਿਮਾਚਲ ਦੇ ਵਿੱਚ ਹਜੇ ਵੀ ਮੀਂਹ ਪੈਂਦੇ ਪਏ ਨੇ, ਉੱਥੇ ਖਤਰਾ ਬਣਿਆ ਹੋਇਆ ਤੇ ਫਿਰ ਪੰਜਾਬ ਨੂੰ ਵੀ ਖਤਰਾ ਬਣਿਆ ਕਿਉਂਕਿ ਪਾਣੀ ਉੱਥੋਂ ਦਾ ਰੁੜ ਕੇ ਪੰਜਾਬ 'ਚ ਆ ਸਕਦਾ। ਪਰ ਇੱਥੇ ਬਿਮਾਰੀਆਂ ਦਾ ਵੀ ਖਤਰਾ ਬਣਿਆ ਹੋਇਆ ਔਰ ਮੁਆਵਜ਼ਾ ਤੇ ਹਜੇ ਦੇਣਾ ਹੀ ਦੇਣਾ ਹੈ। ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹ ਵੀ ਸਾਰਾ ਬਣਿਆ ਹੋਇਆ। ਇਹ ਹੁਣੇ ਜਿਹੜਾ ਇਹਨਾਂ ਨੇ ਐਲਾਨ ਕੀਤਾ ਹੈਗਾ ਕਿ ਜਿੱਥੇ ਵੀ ਪਹਿਲਾਂ ਤਾਂ ਜਿਹੜੀਆਂ ਬਿਮਾਰੀਆਂ ਜ਼ਿਆਦਾ ਆ ਗਈਆਂ ਪਾਣੀ ਨਾਲ, ਜਦੋਂ ਪਾਣੀ ਦੀ ਖੜੋਤ ਹੁੰਦੀ ਹੈ ਜਾਂ ਪਾਣੀ ਦਾ ਵਹਿਣ ਹੁੰਦਾ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਘੁਲ ਕੇ ਆ ਜਾਂਦੀਆਂ ਔਰ ਜਦੋਂ ਤੁਹਾਡੇ ਸਰੀਰ ਨੂੰ ਲੱਗਦੀਆਂ ਜਾਂ ਆਬੋ ਹਵਾ ਬਦਲਦੀ ਆ ਔਰ ਹਵਾ ਆਉਂਦੀ ਆ, ਖੜੋਤੇ ਪਾਣੀ, ਸਟੈਗਨੇਸ਼ਨ ਆਫ ਵਾਟਰ ਜਿਹੜਾ, ਉਹਦੇ ਵਿੱਚੋਂ ਕਈ ਬਿਮਾਰੀਆਂ ਪੈਦਾ ਹੁੰਦੀਆਂ। ਮੱਛਰ ਖਾਸ ਕਰਕੇ ਉੱਥੇ ਪਿੰਡ ਬਣਾਉਂਦਾ ਮੱਛਰ ਵੀ ਹੈ ਔਰ ਜਦੋਂ ਮੱਛਰ ਕੱਟਦਾ ਹੈਗਾ ਤੁਹਾਨੂੰ ਕਈ ਤਰ੍ਹਾਂ ਦਾ ਇਨਫਲੂਐਂਜ਼ਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ। ਔਰ ਅੱਖਾਂ ਦਾ ਖਾਸ ਕਰਕੇ ਜਿਹੜਾ ਅੱਖਾਂ ਦੀਆਂ ਕੁਝ ਇੱਦਾਂ ਦੇ ਆਈ ਫਲੂ ਜਿਹੜਾ ਹੋ ਗਿਆ, ਉਹ 'ਚ ਇਨਫੈਕਸ਼ਨ ਜਿਹੜੀ ਅੱਖਾਂ ਨੂੰ ਹੋ ਗਈ ਆ, ਉਹ ਵੀ ਬਹੁਤ ਬੱਚਿਆਂ ਨੂੰ ਔਰ ਔਰਤਾਂ ਤੇ ਮਰਦਾਂ ਨੂੰ ਬਹੁਤ ਕੁਝ ਹੋਈ ਆ, ਬਜ਼ੁਰਗਾਂ ਨੂੰ ਖਾਸ ਕਰਕੇ। ਔਰ ਇਹਦੇ ਲਈ ਇਹਨਾਂ ਨੇ ਮੈਡੀਕਲ ਕੈਂਪ ਲਾਤੇ ਆ ਹਰ ਪਿੰਡ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ ਵੀ, ਜਲੰਧਰ ਦੇ ਵਿੱਚ ਵੀ, ਸਾਰਿਆਂ ਦੇ ਵਿੱਚ ਜਿਹੜੇ ਇਹਨਾਂ ਦੇ ਸਿਵਲ ਸਰਜਨ ਨੇ ਉਹਨਾਂ ਨੂੰ ਹੁਕਮ ਦੇ ਦਿੱਤੇ ਆ ਔਰ ਉੱਥੋਂ ਦੀ ਡਿਪਟੀ ਕਮਿਸ਼ਨਰ ਮੈਨੇਜ ਕਰ ਰਹੇ ਆ। ਔਰ ਉਹ ਕੈਂਪ ਲਾ ਕੇ ਉਹਨਾਂ ਨੇ ਮੁਫਤ ਜਿਹੜੀ ਦਵਾਈ ਵੰਡਣਗੇ ਔਰ ਉੱਥੇ ਛਿੜਕਾਅ ਵੀ ਕਰਨਗੇ ਜਿਹੜੀਆਂ ਦਵਾਈਆਂ ਦਾ ਉਹਨਾਂ ਏਰੀਆ ਦੇ ਵਿੱਚ ਜਿੱਥੇ ਸੁੱਕੇ ਪਿੰਡ ਨੇ, ਜਿੱਥੇ ਪਾਣੀ ਨਹੀਂ ਹੈਗਾ, ਕਿ ਬਿਮਾਰੀ ਤੇ ਮੱਛਰ ਇੱਥੇ ਦੁਬਾਰਾ ਫੈਲੇ ਨਾ। ਡਾਕਟਰ ਆਪ ਰਵਾਨਾ ਹੋਏ ਆ, ਡਾਕਟਰ ਆਪ ਉੱਥੇ ਜਿਹੜਾ ਵਿਜ਼ਿਟ ਕਰ ਰਹੇ ਆ
ਔਰ ਲੋਕਾਂ ਦੇ ਘਰੋਂ ਘਰ ਜਾ ਕੇ ਵੀ ਪੁੱਛ ਰਹੇ ਆ ਬਿਲਕੁਲ। ਜਿਸ ਤਰ੍ਹਾਂ ਉਹਨਾਂ ਦੇ ਔਰ ਇਹਨਾਂ ਦੇ ਰਜਿਸਟਰ ਲਾਏ ਆ ਆਹ ਟਾਰਗੇਟ ਹੈਗਾ ਇੱਥੋਂ ਤੱਕ ਅਸੀਂ ਜਾਵਾਂਗੇ ਇਹਨਾਂ ਬਿਮਾਰੀਆਂ ਨੂੰ ਕੰਟਰੋਲ ਕਰਾਂਗੇ ਖਾਸ ਤੌਰ ਤੇ ਔਰ ਪਸ਼ੂਆਂ ਲਈ ਵੀ ਵੈਟਨਰੀ ਡਾਕਟਰ ਵੀ ਜਾ ਰਹੇ ਆ ਜਿਹੜੇ ਪਸ਼ੂ ਸੰਭਾਲ ਦੇ ਡਾਕਟਰ ਨੇ ਉਹ ਜਾਂਦੇ ਆ ਔਰ ਇੱਥੇ ਗਾਵਾਂ ਮੱਝਾਂ ਜਿਨ੍ਹਾਂ ਨੂੰ ਮੂੰਹ ਖੁਰ ਦੀ ਬਿਮਾਰੀਆਂ ਆ ਜਾਂਦੀਆਂ ਔਰ ਪੱਠੇ ਖਾਣ ਦੀਆਂ ਬਿਮਾਰੀਆਂ ਆ ਰਹੀਆਂ ਵਿਚਾਰੀਆਂ ਭੁੱਖੀਆਂ ਰਹਿੰਦੀਆਂ ਉਹਨਾਂ ਨੂੰ ਜਾ ਕੇ ਇਲਾਜ ਕਰ ਰਹੇ ਆ ਬਹੁਤ ਅੱਛੀ ਗੱਲ ਹੈਗੀ ਆ ਔਰ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਕਿ ਜਿਹੜੇ ਸਿਵਲ ਸਰਜਨ ਦੇ ਨਾਲ ਬਾਕੀ ਆਫੀਸਰ ਨੇ ਡਾਕਟਰ ਉਹ ਕੁਝ ਨਵੇਂ ਵੀ ਲਏ ਉਹਨਾਂ ਨੇ ਜਿਹੜੇ ਡਾਕਟਰ ਨਹੀਂ ਸੀ ਜੌਬ ਕਰਦੇ ਜਾਂ ਜਿਹੜੇ ਡਾਕਟਰ ਅਜੇ MBBS ਕਰਕੇ ਮੁੰਡੇ ਹਟੇ ਸੀ ਕੁੜੀਆਂ ਹਟੀਆਂ ਸੀਗੀਆਂ ਉਹਨਾਂ ਨੂੰ ਵੀ ਉੱਥੇ ਡਿਪਲਾਈ ਕਰ ਦਿੱਤਾ ਉਹਨਾਂ ਏਰੀਆ ਦੇ ਵਿੱਚ ਕਿਉਂਕਿ ਉਹ ਤਾਂ ਬੜੀ ਖੁਸ਼ੀ ਨਾਲ ਜਾਣਗੇ ਜਿਹੜੇ ਡਾਕਟਰ ਅੱਛੇ ਵੱਡੇ ਨੇ ਜਾਂ ਪਹਿਲੇ ਡਾਕਟਰ ਜਿਹੜੇ ਸੀ ਸ਼ਹਿਰਾਂ 'ਚ ਕੰਮ ਕਰਦੇ ਸੀ ਪਿੰਡਾਂ 'ਚ ਜਾਣ ਤੋਂ ਝਿਜਕਦੇ ਸੀਗੇ ਉਸ ਜ਼ਮਾਨੇ ਦੀ ਗੱਲ ਹੈਗੀ ਆ ਉਹ ਆਪਣੀ ਟ੍ਰਾਂਸਫਰ ਜਿਹੜੀ ਆ 1 ਮਿੰਟ ਪਿੰਡ 'ਚ ਕਰਾਉਂਦੇ ਸੀ ਪਰ ਜਿਹੜੇ ਨਵੇਂ ਮੁੰਡੇ ਆ ਉਹ ਤਾਂ ਇੱਕਦਮ ਆਉਂਦੇ ਸਾਨੂੰ ਆਰਡਰ ਹੋ ਜਾਣ ਪੰਜਾਬ ਦੇ ਕਿਤੇ ਵੀ ਹੋ ਜਾਣ ਕਿਸੇ ਰਿਮੋਟ ਏਰੀਏ 'ਚ ਬਠਿੰਡੇ ਦਾ ਹੋ ਜਾਣ ਸੰਗਰੂਰ ਦੇ ਹੋ ਜਾਣ ਫਰੀਦਕੋਟ ਦੇ ਜਿੱਥੇ ਵੀ ਹੈ ਅਸੀਂ ਜਾਵਾਂਗੇ ਪਰ ਹੁਣ ਜਿਹੜਾ ਮੀਂਹ ਪਿਆ ਹੈ ਇਹਦੇ ਵਿੱਚ ਜਿਹੜੇ ਵੀ ਪ੍ਰਭਾਵਿਤ ਪਿੰਡ ਨੇ ਉਹਨਾਂ ਵਿੱਚ ਮੈਡੀਕਲ ਕੈਂਪ ਲਾਏ ਆ ਔਰ ਮੈਡੀਕਲ ਕੈਂਪ ਦੇ ਵਿੱਚ ਨਵੇਂ ਡਾਕਟਰ ਜਾ ਰਹੇ ਆ ਕੁੜੀਆਂ ਜਾ ਰਹੀਆਂ ਨਰਸਾਂ ਜਾ ਰਹੀਆਂ ਔਰ ਉਹਦੇ ਵਿੱਚ ਇਹਨਾਂ ਨੇ ਖਾਸ ਤੌਰ 'ਤੇ ਨਵੀਆਂ ਦਵਾਈਆਂ ਵੀ ਮੰਗਵਾ ਲਈਆਂ ਜਿਹੜੀਆਂ ਦਵਾਈਆਂ ਫ੍ਰੀ ਆਫ ਕਾਸਟ ਸਾਰਿਆਂ ਨੂੰ ਵੰਡ ਰਹੇ ਆ ਬਹੁਤ ਅੱਛੀ ਗੱਲ ਹੈ ਜੇ ਇਹ ਕੰਮ ਕਰਨਗੇ ਇਹਨਾਂ ਤਰੱਦਤ ਕਰਨਗੇ ਤਾਂ ਬਿਮਾਰੀਆਂ ਦਾ ਕੰਟਰੋਲ ਹੋ ਜਾਊਗਾ ਨਹੀਂ ਤੇ ਲੋਕ ਅੱਗੇ ਹੜ੍ਹ ਨਾਲ ਮਰੇ ਪਏ ਆ ਪਾਣੀ ਨਾਲ ਜਿਹੜਾ ਪਾਣੀ ਦੀ ਬੁਛਾਰਾਂ ਨਾਲ ਪਾਣੀ ਨਾਲ ਮਕਾਨ ਢਹਿ ਗਏ ਆ ਉਹਨਾਂ ਵਿੱਚ ਡਿੱਗ ਕੇ ਮਰੇ ਆ ਫਿਰ ਬਿਮਾਰੀਆਂ ਨਾਲ ਮਰ ਜਾਣਗੇ ਇਸ ਕਰਕੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਔਰ ਸਾਰੇ ਇਹੀ ਮੰਨਦੇ ਨੇ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਰਾਜਨੀਤੀ ਆਪਣੀ ਜਗ੍ਹਾ ਪਰ ਲੋਕਾਂ ਦੀ ਹਾਲਤ ਦੇ ਉੱਤੇ ਤਰਸ ਖਾਓ ਬਿਲਕੁਲ ਸਹੀ ਗੱਲ ਤੇ ਪੰਜਾਬ ਨੂੰ ਫੰਡ ਦਿਓ ਤਾਂ ਕਿ ਲੋਕਾਂ ਦੇ ਕੰਮ ਆਵੇ ਹਾਂ ਤੇ ਜਿਹੜੇ ਪੰਜਾਬ ਦੇ ਵਿੱਚ ਉਹ ਬੈਠੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਬਾਗੜ ਬਿੱਲੇ ਕਹਿੰਦੇ ਆ ਕਿ ਆਪਣੀ ਜੇਬ ਭਰਨ ਵਾਸਤੇ ਆਪਣੀ ਜੇਬ 'ਚ ਪੈਸੇ ਪਾਉਣ ਵਾਸਤੇ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਜੇ ਸਰਕਾਰ ਵੱਲੋਂ ਫੰਡ ਆ ਜਾਂਦਾ ਤੇ ਫਿਰ ਉਹ ਆਪਣੀ ਜੇਬ 'ਚ ਨਾ ਪਾਓ ਲੋਕਾਂ ਦਾ ਤਰਸ ਖਾਓ ਔਰ ਲੋਕਾਂ ਨੂੰ ਦਿਓ ਕਿਉਂਕਿ ਰੱਬ ਨੂੰ ਜਾਨ ਦੇਣੀ ਹੈ ਕਿਸ ਮੂੰਹ ਨਾਲ ਉਹਨੂੰ ਮਿਲਾਂਗੇ ਜਾ ਕੇ ਜੇ ਇਹੋ ਜਿਹੇ ਪੁੱਠੇ ਕੰਮ ਕਰਾਂਗੇ ਪਰ ਜੇ ਸਰਕਾਰ ਨੇ ਬੰਦ ਕਰ ਰਹੀ ਹੈ ਤਾਂ ਇੱਥੇ ਗਵਰਨਰ ਸਾਹਿਬ ਬਨਵਾਰੀ ਲਾਲ ਪ੍ਰੋਹ ਜੀ ਬੈਠੇ ਨੇ ਔਰ ਆਪ ਦਾ ਦੌਰਾ ਕਰਕੇ ਆਏ ਆ ਸਾਰੇ ਪਿੰਡਾਂ ਦਾ ਉਹਨਾਂ ਵੇਖਿਆ ਕਿ ਇਸ ਵੇਲੇ ਪਿੰਡਾਂ ਦੀ ਹਾਲਤ ਕੀ ਹੈ ਲੋਕ ਕੀ ਮੰਗ ਰਹੇ ਆ ਸਮੱਸਿਆ ਕੀ ਹੈਗੀ ਪਿੰਡਾਂ ਨੂੰ ਔਰ ਹਰ ਸਾਲ ਹੜ੍ਹ ਆਉਂਦਾ ਕੋਈ ਕੀ ਨਵਾਂ ਨਹੀਂ ਆਇਆ ਪਰ ਲੋਕਾਂ ਦੀ ਸਮੱਸਿਆਵਾਂ ਤਾਂ ਇਨਬਨ ਉਹੀ ਹੈਗੀਆਂ ਉਹੀ ਫਸਲਬਾੜੀ ਆ ਇਸ ਵੇਲੇ ਪਹਿਲੀ ਗੱਲ ਤਾਂ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਦੂਜੀ ਵਾਰ ਇੱਕ ਵਾਰੀ ਪਹਿਲਾਂ ਬਰਬਾਦ ਹੋਈਆਂ ਫਿਰ ਇਹਨਾਂ ਨੇ ਝਾਨਾ ਲਾਇਆ ਸਾਰਾ ਕੁਝ ਉਹ ਫਿਰ ਪਾਣੀ ਦਾ ਬਹਾਵ ਆ ਗਿਆ ਫਿਰ ਉੱਜੜ ਗਿਆ ਸਾਰੀਆਂ ਫਸਲਾਂ ਔਰ ਬਨਵਾਰੀ ਪ੍ਰੋਹ ਜੀ ਗਵਰਨਰ ਨੇ ਜਿਹੜੇ ਆਨਰੇਬਲ ਉਹਨਾਂ ਨੂੰ ਵੀ ਪਤਾ ਹੈਗਾ ਔਰ ਉਹ ਵੀ ਘੁੰਮ ਕੇ ਆਏ ਆ ਆਪਣੇ ਭਗਵੰਤ ਮਾਨ ਜੀ ਵੀ ਪੂਰਾ ਘੁੰਮ ਕੇ ਆਏ ਆ ਉਹਨਾਂ ਨੇ ਵੀ ਆਪਣੇ ਪੈਰ ਪਜਾਮਾ ਕੱਪੜੇ ਸਾਰੇ ਲਵੇੜ ਕੇ ਘੁੰਮ ਕੇ ਆਏ ਆ ਵੇਖਿਆ ਉਹਨਾਂ ਨੇ ਕਿਹਾ ਲੋਕ ਇਸ ਤਰ੍ਹਾਂ ਰਹਿੰਦੇ ਆ ਲੋਕਾਂ ਨੂੰ ਮਿਲੇ ਆ ਗਲਵਕੜੀ ਪਾ ਕੇ ਮਿਲ ਕੇ ਉਹਨਾਂ ਨੇ ਪੁੱਛਿਆ ਕੀ ਗੱਲ ਹੈਗੀ ਆ ਪਰ ਹੁਣ ਗਵਰਨਰ ਸਾਹਿਬ ਕਿਉਂ ਨਹੀਂ ਰਿਪਰੈਜ਼ੈਂਟ ਕਰ ਰਹੇ ਕਿਉਂ ਨਹੀਂ ਮੰਗ ਰਹੇ ਕਿ ਆਹ ਪੰਜਾਬ ਦੀ ਹਾਲਤ ਹੈਗੀ ਆ ਹਿਮਾਚਲ ਨੂੰ ਦੇਤਾ ਮੈਂ ਪੰਜਾਬ 'ਚ ਬੈਠਾਂਗਾ ਮੈਨੂੰ ਲੋਕ ਪੁੱਛਦੇ ਨੇ ਔਰ ਦੂਜੀ ਤੀਜੀ ਧਿਰ ਜਿਹੜੀ ਹੈਗੀ ਵਿਰੋਧੀ ਧਿਰ ਇਹ ਕਿਉਂ ਗਵਰਨਰ ਨੂੰ ਕਹਿੰਦੇ ਨਹੀਂ ਜਦੋਂ ਇਹਨਾਂ 'ਤੇ ਕੋਈ ਉਂਗਲੀ ਉੱਠਦੀ ਆ ਜਦੋਂ ਕਿ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਆਹ ਕੰਮ ਕਰਦੇ ਨਹੀਂ ਇਹਨਾਂ ਦੀ ਆਹ ਪਿਛੋਕੜ ਹੈਗਾ ਉਦੋਂ ਭੱਜ ਕੇ ਗਵਰਨਰ ਸਾਹਿਬ ਕੋਲ ਚਲੇ ਜਾਂਦੇ ਆ ਉਦੋਂ ਕਹਿੰਦੇ ਵਫਦ ਲੈ ਕੇ ਜਾਂਦੇ ਜਿਸ 'ਚ ਅਕਾਲੀ ਦਲ ਵੀ ਹੈਗਾ ਕਾਂਗਰਸ ਵੀ ਹੈਗੀ ਆ ਇਕੱਠੇ ਹੋ ਕੇ ਉਦੋਂ ਚਲੇ ਜਾਂਦੇ ਹੁਣ ਲੋਕਾਂ ਦੀ ਜਿਹੜਾ ਪੱਲਾ ਕੌਣ ਫੜੂਗਾ ਲੋਕਾਂ ਨੂੰ ਸਹਾਰਾ ਕੌਣ ਬਣੂਗਾ ਗਵਰਨਰ ਸਾਹਿਬ ਨੂੰ ਪੁੱਛਣ ਮੰਗ ਪੱਤਰ ਰੱਖਣ ਉਹਨਾਂ ਦੇ ਬਾਰੇ ਵੀ ਆ ਦੱਸੋ ਜੇ ਭਗਵੰਤ ਮਾਨ ਇਕੱਲਾ ਕਰ ਰਿਹਾ ਹੈਗਾ ਤਾਂ ਅਸੀਂ ਵੀ ਨਾਲ ਉਹਦੇ ਹੈਗੇ ਆ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਜਿਹੜੇ ਬਾਗੜ ਬਿੱਲੇ ਉਹ ਵੀ ਆਪਣੀ ਝੋਲੀਆਂ ਅੱਡ ਕੇ ਨਾ ਬਹਿ ਜਾਣ ਕਿ ਅਸੀਂ ਜੋ ਆਪਣੇ ਬੋਝਾਂ 'ਚ ਪਾ ਲਈਏ ਇਸ ਕਰਕੇ ਇਹਨਾਂ ਨੂੰ ਇਸ ਇਕੱਠ 'ਚ ਇਕੱਠੇ ਹੋ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਪਾਰਟੀਆਂ ਜਿਨ੍ਹਾਂ ਨੂੰ ਨਹੀਂ ਸੀ ਲੋਕਾਂ ਨੇ ਮੂੰਹ ਲਾਇਆ ਐਤਕੀ ਲਾਉਣਗੇ ਕਿ ਜੇ ਸਾਡੀ ਬਾਂਹ ਫੜੀ ਸੀ ਬਿਪਤਾ ਦੇ ਜਦੋਂ ਸਾਡੇ ਤੇ ਕੁਦਰਤ ਕਹਿਰਵਾਨ ਹੋ ਗਈ ਸੀ ਇਹਨਾਂ ਨੇ ਸਾਡੇ ਤੇ ਮਿਹਰਬਾਨੀ ਕੀਤੀ ਹੈ ਸਾਨੂੰ ਬਚਾ ਲਿਆ ਬਿਲਕੁਲ ਸੱਚਾ ਮਿੱਤਰ ਉਹੀ ਹੁੰਦਾ ਜਿਹੜਾ ਮੁਸੀਬਤ ਵਿੱਚ ਕੰਮ ਆਉਂਦਾ ਬਿਪਤਾ ਬਣੀ ਹੋਈ ਹੈ ਮੁਸੀਬਤ ਬਣੀ ਹੋਈ ਹੈ ਹੁਣ ਸਭ ਨੂੰ ਇਹ ਆਪਣਾ ਸੋਚਣਾ ਛੱਡ ਕੇ ਰਾਜਨੀਤੀ ਛੱਡ ਕੇ ਮਿਲ ਕੇ ਕੰਮ ਕਰੋ ਪੰਜਾਬ ਦੇ ਲੋਕਾਂ ਦੀ ਜੋ ਹਾਲਤ ਬਣੀ ਹੋਈ ਹੈ ਉਹਨਾਂ ਸਾਥ ਦੇਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਇੱਕ ਹੋਰ ਪੰਗਾ ਹੈ ਇੱਕ ਪੰਗੇ ਨਾਲ ਗੱਲ ਥੋੜਾ ਬਣਨੀ ਹੈ ਪੰਗੇ ਹੀ ਪੰਗੇ ਨੇ ਹੁਣ ਇੱਕ ਨਵਾਂ ਪੰਗਾ ਨਸ਼ਿਆਂ ਦਾ ਵੀ ਹੜ੍ਹ ਆਇਆ ਹੋਇਆ ਇੱਧਰ ਦਰਿਆਵਾਂ ਦਾ ਪਾਣੀ ਉਧਰ ਹੀਰੋਇਨ ਦਾ ਨਸ਼ਾ ਉਹ ਵੀ ਫੜੇ ਜਾਂਦੇ ਪਏ ਨੇ ਕੋਈ ਕਹਿੰਦੇ ਨੇ ਸਰਹੱਦੋਂ ਪਾਰ ਆਉਂਦੇ ਨੇ ਕੋਈ ਕਹਿੰਦਾ ਕਿ ਹਿਮਾਚਲ 'ਚ ਬਣਦਾ ਹੈ ਪਤਾ ਨਹੀਂ ਕਿੱਥੋਂ ਕੀ ਆਉਂਦਾ ਪਰ ਪੰਜਾਬ ਦੀ ਧਰਤੀ ਦੇ ਉੱਤੇ ਕੋੜ ਵਾਂਗੂ ਇਹ ਨਸ਼ਾ ਫੈਲਿਆ ਹੋਇਆ ਸਹੀ ਗੱਲ ਇਹ ਜਿਹੜਾ ਹੁਣ ਆਇਆ ਨਾ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਦੋਂ ਫਲੱਡ ਆ ਗਿਆ ਨਾ ਹੜ੍ਹ ਆ ਗਿਆ ਨਾ ਜਿਹੜੀ BSF ਤੇ ਪੁਲਿਸ ਹੈ ਇਹਨਾਂ ਨੇ ਜੁਆਇੰਟ ਇੱਕ ਐਕਸ਼ਨ ਕੀਤਾ ਸੀ ਉਹਦੇ 'ਚ ਇਹਨਾਂ ਨੇ ਫੜੋ ਫੜਾਈ ਕੀਤੀ ਆ ਪਰ ਇਹਨਾਂ ਨੂੰ ਪਤਾ ਲੱਗਾ ਕਿ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਦਰਿਆਵਾਂ ਦੇ ਵਿੱਚੋਂ ਦੀ ਲੰਘ ਕੇ ਤਰ ਕੇ ਤੇ ਸਮਾਨ ਜਿਹੜੇ ਸਿਰ ਤੇ ਬੰਨ੍ਹ ਕੇ ਜਾਂ ਹੀਰੋਇਨ ਜਿਹੜੀ ਜਾਂ ਹੋਰ ਵੈਪਨ ਆ ਉਹ ਲਿਆ ਰਹੇ ਆ ਦਰਿਆਵਾਂ ਵਿੱਚ ਦੀ ਕਿਉਂਕਿ ਉੱਥੇ ਆਰਮੀ ਜਾਂ ਕੁਛ ਹੈ ਨਹੀਂ
ਡਰੋਨ ਤਾਂ ਆ ਰਹੇ, ਡਰੋਨ ਤੋਂ ਉੱਡ ਕੇ ਆ ਰਹੇ ਆ। ਕੱਲ੍ਹ ਪਰਸੋਂ ਹੀ ਫੜਿਆ ਇਹਨਾਂ ਨੇ ਤਰਨਤਾਰਨ ਦੇ ਏਰੀਏ ਦੇ ਵਿੱਚ BSF ਪਲੱਸ ਜਿਹੜੀ ਹੈਗੀ ਆ ਪੰਜਾਬ ਪੁਲਿਸ, ਇਹਨਾਂ ਦੇ ਜੁਆਇੰਟ ਐਕਸ਼ਨ ਨਾਲ ਇਹਨਾਂ ਨੇ ਫੜੋ ਫੜੀ ਕੀਤੀ ਆ। ਔਰ ਇਹਨਾਂ ਨੇ ਕਿਹਾ ਇਹ ਪਾਕਿਸਤਾਨ 'ਚੋਂ ਆ ਰਿਹਾ, ਅਫਗਾਨਿਸਤਾਨ 'ਚੋਂ ਆ ਰਿਹਾ ਨਸ਼ੇ ਜਿੰਨੇ ਵੀ ਆ ਰਹੇ ਆ। ਹੀਰੋਇਨ ਤਾਂ ਬਹੁਤ ਆ ਗਈ ਆ, ਔਰ ਉਹ ਕਹਿੰਦੇ ਵੀ ਕੁਇੰਟਲਾਂ ਦੇ ਕੁਇੰਟਲ ਆ ਰਹੀ ਆ, ਖੇਤਾਂ 'ਚ ਸੁੱਟ ਦਿੰਦੇ ਆ। ਔਰ ਇਹਦੇ ਨਾਲ ਇਹਨਾਂ ਦਾ ਹੈਗਾ, ਇਹਦੇ ਪਿੱਛੇ ਵੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨ ਇਹਨਾਂ ਨੂੰ ਬਿਲਕੁਲ ਖਤਮ ਕਰ ਦਿਓ। ਜਵਾਨੀ ਜਿਹੜੀ ਹੈਗੀ ਆ, ਜਿਹੜੇ ਅਲੜ ਮੁੰਡੇ ਨੇ ਉਹ ਇਹਦੇ ਨਸ਼ੇ ਦੇ ਪਿੱਛੇ ਲੱਗ ਜਾਂਦੇ ਆ। ਪਰ ਜੇਕਰ ਪੰਜਾਬ ਦੇ ਜਵਾਨ ਬੇਰੁਜ਼ਗਾਰ ਨਾ ਹੋਣ ਤੇ ਨਸ਼ਿਆਂ ਵੱਲ ਵੀ ਨਹੀਂ ਆ ਸਕਦੇ। ਜਦੋਂ ਦਫ਼ਤਰ 'ਚ ਬੈਠੇ ਜਾਂ ਕੰਮ ਕਰ ਰਹੇ ਆ, ਨਸ਼ੇ ਵੱਲ ਕੌਣ ਆਉਣਗੇ? ਵਿਹਲਾ ਬੰਦਾ ਨਸ਼ੇ ਵੱਲ ਆ ਜਾਂਦਾ ਵੀ ਮੈਂ ਵਿਹਲਾ ਤਾਂ ਹੈਗਾ, ਚਲੋ ਮੈਂ ਮੌਜ ਮਸਤੀ 'ਚ ਆ ਜਾਣਾ। ਉਹ ਆਪਣਾ ਨਸ਼ਾ ਖਾਂਦਾ ਵਾ, ਮੁੜ ਕੇ ਪੱਕਾ ਲਾ ਕੇ ਬਹਿ ਜਾਂਦਾ ਹੈਗਾ। ਇਸ ਤੋਂ ਪਹਿਲਾਂ ਸਾਡੇ ਕੁਝ ਨੇਤਾਵਾਂ ਨੇ ਕਿਹਾ ਸੀਗਾ ਕਿ ਬਾਕੀ ਨਸ਼ਿਆਂ ਤੋਂ ਦੂਰ ਕਰਕੇ ਪੰਜਾਬ ਵਿੱਚ ਅਫੀਮ ਦੀ ਖੇਤੀ ਕਰ ਲੈਣ ਤਾਂ ਜ਼ਿਆਦਾ ਬੈਟਰ ਹੈਗਾ, ਕਿਉਂਕਿ ਉਹ ਵਿੱਚ ਕਈਆਂ ਦਵਾਈਆਂ ਵਿੱਚ ਅਫੀਮ ਦੀ ਜਿਹੜੀ ਹੈਗੀ ਮਿਲਾਵਟ ਹੁੰਦੀ ਆ। ਔਰ ਉਹ 'ਚ ਰਾਜਸਥਾਨ 'ਚ ਖੁੱਲ੍ਹੀ ਹੈਗੀ ਅਫੀਮ, ਰਾਜਸਥਾਨ ਤੋਂ ਪੰਜਾਬ ਵਿੱਚ ਅਫੀਮ ਆ ਰਹੀ ਹੈ। ਔਰ ਇਹਦੇ ਵਿੱਚ ਜਿੰਨੇ ਸਾਡੇ ਕੁਝ ਤਸਕਰ ਨੇ ਪੰਜਾਬ ਦੇ ਨੇਤਾ ਵੀ ਵੇਚ ਰਹੇ ਹੈਗੇ ਆ, ਔਰ ਪੰਜਾਬ ਵਿੱਚ ਵਿਕਦੀ ਆ। ਜੇ ਬੰਦੇ ਵਿਕਦੀ ਆ ਤਾਂ ਕਿਉਂ ਨਹੀਂ ਬੀਜ ਹੀ ਲੈਂਦੇ ਫਿਰ ਇਹਨੂੰ? ਖੇਤੀਬਾੜੀ ਆਪਣੀ ਹੈਗੀ ਆ, ਬਾਹਰਲੇ ਬਿਹਾਰ ਵਿੱਚ ਵੀ ਹੋ ਰਹੀ ਆ, UP 'ਚ ਵੀ ਹੋ ਰਹੀ ਆ। ਸਰਕਾਰ ਨੂੰ ਟੈਕਸ ਦਿੰਦੇ ਆ। ਉਹ ਕਹਿੰਦੇ ਫਿਰ ਜਿਹੜੇ ਆ ਕੈਮੀਕਲ ਜਾਂ ਦੂਜੇ ਜਿਹੜੇ ਆ ਰਹੇ ਨੇ ਨਸ਼ੇ, ਉਹਨਾਂ ਤੋਂ ਤਾਂ ਬਚਾ ਜੂਗਾ। ਚਿੱਟਾ ਇਸ ਵੇਲੇ ਨਸ਼ਾ ਇਸ ਤਰ੍ਹਾਂ ਦਾ ਹੈਗਾ, ਹੀਰੋਇਨ ਐਸੀ ਨਸ਼ਾ ਹੈਗਾ, ਲੋਕਾਂ ਨੂੰ ਇਹਨੇ ਮੁੰਡਿਆਂ ਨੂੰ 2.5 ਮਹੀਨਿਆਂ ਦੇ ਵਿੱਚ ਹੀ ਮਾਰਤਾ। ਰੋਜ਼ ਤੁਸੀਂ ਦੇਖੋ ਹਰ ਅਖਬਾਰ ਦੇ ਵਿੱਚ ਓਵਰਡੋਜ਼ ਨਾਲ ਇੱਥੋਂ ਦਾ ਮੁੰਡਾ ਮਰ ਗਿਆ, ਦੂਜਾ ਓਵਰਡੋਜ਼ ਨਾਲ ਇੱਥੇ ਹੋ ਗਿਆ, ਸਿਰਿੰਜ ਨਾਲ ਇੰਜੈਕਸ਼ਨ ਵੀ ਲਾ ਰਹੇ ਆ। ਔਰ ਰੋਜ਼ ਦਿਹਾੜੀ ਇੱਕ ਘਰ ਦੇ ਵੀ 3 ਮੁੰਡੇ ਸੀ, ਉਹਦੀ ਮਾਂ ਜਿਹੜੀ ਇੰਨੀ ਰੋਈ ਕੁਰਲਾਈ, ਉਹਨਾਂ ਨੇ ਕਹਿੰਦਾ 3 ਮੁੰਡੇ ਹੀ ਨਸ਼ੇ ਦੀ ਭੇਟ ਚੜ੍ਹ ਗਿਆ। ਹੁਣ ਇਸ ਵੇਲੇ ਜੁਆਇੰਟ ਐਕਸ਼ਨ ਜਿਹੜਾ ਪੰਜਾਬ ਪੁਲਿਸ ਤੇ BSF ਦਾ ਹੈਗਾ, ਇਹਦੇ ਵਿੱਚ ਇਹਨਾਂ ਨੇ ਦਰਿਆਵਾਂ ਦੇ ਵਿੱਚ ਜਿਹੜਾ ਨਸ਼ਾ ਆ ਰਿਹਾ ਸੀਗਾ, ਉਹ ਆ ਰਿਹਾ, ਕੋਈ ਡਰੋਨ ਦੇ ਰਾਹੀਂ ਨਸ਼ਾ ਆ ਰਿਹਾ। ਔਰ ਇਹਨੂੰ ਕਿਸ ਤਰ੍ਹਾਂ ਦਾ ਠੱਲ ਪਾਊ, ਕਿਸ ਤਰ੍ਹਾਂ ਕੰਟਰੋਲ ਹੋਊਗਾ? ਜਿੰਨੀ ਦੇਰ ਤੱਕ ਆਪਾਂ ਅੱਗੇ ਵੀ ਡਿਸਕਸ ਕੀਤਾ ਕਿ ਲੋਕ ਸਿਆਣੇ ਨਹੀਂ ਬਣਦੇ। ਲੋਕਾਂ ਦੇ ਮੂੰਹ 'ਚ ਤਾਂ ਨਹੀਂ ਪਾਉਂਦੀ ਕੋਈ ਵੀ, ਜਾਂ ਤਸਕਰ ਲਿਆ ਕੇ ਮੂੰਹ 'ਚ ਤਾਂ ਨਹੀਂ ਪਾਉਂਦੇ, ਮੁੰਡੇ ਲਿਆ ਕੇ ਆਪ ਹੀ ਖਾਂਦੇ ਆ ਨਾ। ਇਹੀ ਹੈ ਨਾ, ਜੇ ਸਿਆਣੇ ਬਣਨ ਤੇ ਆਪਣੀ ਜਵਾਨੀ ਨੂੰ ਬਚਾ ਲੈਣ, ਮਾਂ ਪਿਓ ਨੂੰ ਬਚਾ ਲੈਣ, ਤਰਸ ਕਰਨ ਸਾਰਿਆਂ ਦੇ। ਆਪਣੇ ਆਪ ਨੂੰ, ਆਪਣੇ ਘਰ ਨੂੰ ਆਪ ਸੰਭੋ, ਸਹੀ ਦੂਜੇ ਨੂੰ ਦੋਸ਼ ਨਾ ਦਿਓ। ਹਾਂ, ਤੁਹਾਡੀ ਗੱਲ ਠੀਕ ਹੈ। ਦੂਜੇ ਨੂੰ ਚੋਰ ਨਾ ਕਹੋ, ਆਪਣੇ ਘਰ ਨੂੰ ਆਪ ਸੰਭਾਲੋ। ਤਾਲਾ ਲਾ ਕੇ ਰੱਖੋ ਨਾ, ਬਿਲਕੁਲ ਜਿੰਦਾ ਲਾ ਕੇ ਰੱਖੋ। ਹਾਂ। ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਵਾਕਈ ਠੀਕ ਹੈ ਕਿ ਤਸਕਰ ਆ ਕੇ ਥੋੜਾ ਮੂੰਹ 'ਚ ਪਾਉਂਦੇ ਨਾ, ਤੁਸੀਂ ਆਪ ਜਾਂਦੇ ਹੋ ਉਹਨਾਂ ਕੋਲ, ਆਪ ਜਾਂਦੇ ਕਿਉਂ ਜਾਂਦੇ ਹੋ? ਆਹ ਕੀ ਸਵਾਦ ਹੈ ਉਹਦੇ 'ਚ? ਸਵਾਦ ਲੈਣ ਚੱਲੇ ਆ। ਬਿਲਕੁਲ। ਔਰ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਦਾਰੂ, ਸ਼ਰਾਬ, ਵਿਸਕੀ ਇਹ ਖੁੱਲੀ ਵਿਕੜਦੀ ਪਈ ਆ ਪੰਜਾਬ ਦੀ ਧਰਤੀ ਦੇ ਉੱਤੇ। ਥਾਂ ਥਾਂ ਤੇ ਠੇਕੇ ਨੇ, ਇੰਨੀਆਂ ਲਾਇਬ੍ਰੇਰੀ ਨਹੀਂ ਹੈਗੀਆਂ ਜਿੰਨੇ ਠੇਕੇ ਖੋਲੇ ਹੋਏ ਨੇ। ਬਹੁਤ ਸਿਆਣੀ ਗੱਲ ਤੁਹਾਡੇ। ਔਰ ਆਹ ਦੇਖੋ, ਜਿਹੜੇ ਇੱਥੋਂ ਨਸ਼ਾ ਸ਼ੁਰੂ ਹੋ ਗਿਆ, ਹੁਣ ਉਹ ਕੀ ਕਹੇਗਾ? ਸਵਾਦ ਦਾ ਲੈ ਕੇ ਦੇਖ ਲਿਆ, ਵੱਖ-ਵੱਖ ਤਰ੍ਹਾਂ ਦੀ ਵਿਸਕੀ ਦਾ ਵੀ ਸਵਾਦ ਲੈ ਕੇ ਦੇਖ ਲਿਆ, ਹੁਣ ਆਸ ਨਸ਼ੇ ਦਾ ਵੀ ਸਵਾਦ ਲੈ ਕੇ ਦੇਖਦੇ ਆ, ਹੁਣ ਚਿੱਟੇ ਦਾ ਵੀ ਸਵਾਦ ਲੈ ਕੇ ਦੇਖਦੇ ਆ। ਉਹ ਸਵਾਦ ਲੈਂਦਾ ਆਹ ਹਾਲਤ ਹੋ ਜਾਂਦੀ। ਇੱਕ ਹੁਣ ਸਰਕਾਰ ਦਾ ਵੀ ਹੁਣ ਪਤਾ ਲੱਗਾ ਕਿ ਇਹਨਾਂ ਦਾ ਇੱਕ ਵਿਧਾਇਕ ਹੈਗਾ, ਉਸ ਏਰੀਏ ਦੇ ਵਿਧਾਇਕ ਦੇ ਵਿੱਚੋਂ ਉਹਦੀ PA ਦੀ ਵਾਈਫ ਹੈਗੀ ਹੈ, ਜਿਹੜੀ ਕਿਸੇ ਡਿਸਪੈਂਸਰੀ ਦੇ ਵਿੱਚ ਕੰਮ ਕਰ ਰਹੀ ਸੀਗੀ। ਡਿਸਪੈਂਸਰੀ ਜਿਹੜੀ ਆ ਉਹਨਾਂ ਨੇ ਫ੍ਰੀ ਆਫ ਕਾਸਟ ਲਾਈ ਆ, ਚੈਰੀਟੇਬਲ ਆ, ਉਹਦੇ ਵਿੱਚ ਹੀ ਨਸ਼ਾ ਵਿਕ ਰਿਹਾ ਸੀਗਾ। ਉਹਦੇ ਵਿੱਚੋਂ ਨਸ਼ਾ ਫੜਿਆ ਗਿਆ ਔਰ ਤੇ ਪੁਲਿਸ ਨੂੰ ਪਤਾ ਲੱਗਿਆ। ਹੁਣ ਉਹਨਾਂ ਨੇ ਨਾਮਜ਼ਦ ਕੀਤਾ ਉਸ ਲੇਡੀ ਦਾ ਵੀ ਤੇ ਉਹਦੇ ਤੇ ਵਿਧਾਇਕ ਆਪ ਦਾ। ਉਹਦੇ ਵਿੱਚ ਹੁਣ ਜਿਹੜੀ ਆ ਸਾਡੀ ਵਿਰੋਧੀ ਧਿਰ ਹੈ, ਦੌੜ ਕੇ ਗਏ। ਹੁਣ ਇਹਨਾਂ ਨੇ ਆਪਣੇ ਰੱਖ ਲਿਆ ਸਿਰ ਤੇ ਮਸਲਾ। ਇਹ ਆਂਦੇ ਇਹਨੂੰ ਫੜੋ, ਇਹਨੂੰ ਅੰਦਰ ਕਰੋ। ਪਰ ਚੰਗੇ ਕੰਮ ਲਈ ਵੀ ਜਾਣਾ ਚਾਹੀਦਾ। ਆਹ ਵਿੱਚ ਚੰਗਾ ਕੰਮ ਹੈਗਾ, ਕਿਉਂਕਿ ਜਿਹਦੇ ਵਿੱਚ ਨਸ਼ਾ ਰੋਕਣ ਲਈ ਤੇ ਇਹਨਾਂ ਨੂੰ ਚੰਗੀ ਗੱਲ ਕੀਤੀ ਅੱਗੇ ਹੋਣਾ ਚਾਹੀਦਾ। ਲਾਇਬ੍ਰੇਰੀਆਂ 'ਚ ਮੈਨੂੰ ਮੌਕਾ ਮਿਲਿਆ ਜਾਣ ਦਾ, ਇੰਨੀ 1-1 ਇੰਚ 2-2 ਇੰਚ ਮਿੱਟੀ ਚੜੀ ਪਈ ਹੈ। ਕੋਈ ਕਿਤਾਬਾਂ ਪੁੱਛਿਆ ਸੀ ਕਿ ਕਿਉਂ ਝਾੜੀਆਂ ਨਹੀਂ? ਕਹਿੰਦਾ ਕੋਈ ਆਉਂਦਾ ਹੀ ਨਹੀਂ, ਝਾੜੀਏ ਕਿਹਦੇ ਵਾਸਤੇ? ਕੋਈ ਆਏਗਾ ਤੇ ਝਾੜਾਂਗੇ। ਪੜ੍ਹਦੇ ਲਾਇਬ੍ਰੇਰੀ 'ਚ ਨਹੀਂ ਜਾਂਦੇ ਪਏ, ਨਹੀਂ ਜਾਂਦਾ ਕੋਈ। ਔਰ ਮੈਂ ਇੱਕ ਅੱਛੇ ਪੁਲਿਸ ਆਫੀਸਰ ਨੂੰ ਇਹ ਗੱਲ ਪੁੱਛੀ ਜੀ, ਮੈਂ ਕਿਹਾ ਤੁਸੀਂ ਦੇਖੋ ਲਾਇਬ੍ਰੇਰੀ 'ਚ ਨਹੀਂ ਜਾਂਦੇ ਪਏ ਔਰ ਥਾਂ ਥਾਂ ਦੇ ਉੱਤੇ ਠੇਕੇ ਖੁੱਲੇ ਹੋਏ ਨੇ। ਕਹਿੰਦਾ ਪਾਲਿਸੀ ਹੈ। ਹੁਣ ਉਹ ਵੀ ਕੀ ਕਵੇ, ਸਰਕਾਰੀ ਮੁਲਾਜ਼ਮ ਹੈ, ਕਹਿੰਦਾ ਪਾਲਿਸੀ ਹੈ। ਵਾਟ ਦ ਪਾਲਿਸੀ? ਇਹ ਪਾਲਿਸੀ ਬੰਦਿਆਂ ਨੇ ਬਣਾਈ ਆ, ਲੀਡਰਸ ਨੇ ਬਣਾਈ ਆ ਉੱਤੇ ਬੈਠਿਆਂ ਨੇ, ਕਿ ਇਹ ਜ਼ਿਆਦਾ ਪੈਸਾ ਆਏਗਾ ਖਜ਼ਾਨੇ ਦੇ ਵਿੱਚ, ਲੋਕਾਂ ਨੂੰ ਦਾਰੂ ਵੰਡੋ ਤੇ ਖਜ਼ਾਨੇ ਨੂੰ ਮਜ਼ਬੂਤ ਕਰੋ। ਇਹ ਤਰੀਕਾ ਹੈ। ਲਾਇਬ੍ਰੇਰੀਆਂ ਕਿਉਂ ਨਹੀਂ ਖੋਲਦੇ? ਸਭ ਦੇ ਕੋਲ ਰੋਜ਼ਗਾਰ। ਹੁਣ ਮਤਲਬ ਇਹ ਹੈ ਕਿ ਸਾਰਾ ਸਿਸਟਮ ਓਵਰਹੌਲਿੰਗ ਕਰਨ ਦੀ ਲੋੜ ਪੈ ਗਈ ਆ। ਇਹ ਜਿਹੜੀ ਪੁਰਾਣੀ ਗਰੀਸ ਹੈ ਨਾ, ਇਹਨੂੰ ਗਰਮ ਪਾਣੀ ਪਾ ਕੇ ਕੱਢਣਾ ਪੈਣਾ। ਇਹ ਜਿਹੜੀ ਰਿਸ਼ਵਤਖੋਰੀ ਦੀ, ਬੇਈਮਾਨੀ ਦੀ ਗਰੀਸ ਹੈ, ਇਹਨੂੰ ਕੱਢਣਾ ਪੈਣਾ। ਇੱਕ ਨਵੀਂ ਗਰੀਸ ਜਿਹੜੀ ਇਮਾਨਦਾਰੀ ਦੀ ਉਹ ਪਾਉਣੀ ਪੈਣੀ ਹੈ, ਤਾਂ ਇਹ ਮਸ਼ੀਨਰੀ ਫੰਕਸ਼ਨ ਕਰੇਗੀ ਚੰਗੇ ਤਰੀਕੇ ਨਾਲ। ਔਰ ਇਹ ਐਕਸਪਰਟਸ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਚੁੱਭਦੀਆਂ ਜ਼ਰੂਰ ਨੇ, ਕਿਉਂਕਿ ਸੱਚ ਆ, ਸੱਚ ਚੁੱਭਦਾ, ਪਰ ਇਹਦੇ ਜਿਹੜੇ ਰਿਜ਼ਲਟਸ ਨੇ ਬੜੇ ਮਿੱਠੇ ਹੁੰਦੇ ਨੇ। ਐਜੂਕੇਸ਼ਨ ਹਮੇਸ਼ਾ ਕੌੜੀ ਹੁੰਦੀ ਹੈ, ਐਜੂਕੇਸ਼ਨ ਦਾ ਫਲ ਮਿੱਠਾ ਹੁੰਦਾ ਹੈ। ਹੁਣ ਆਹ ਦੇਖੋ, ਖੇਤੀ ਵਿਗਿਆਨੀਆਂ ਨਾਲ ਜਾ ਕੇ CM ਸਾਹਿਬ ਮਾਨ ਨੇ ਮੁਲਾਕਾਤ ਕੀਤੀ ਹੈ। ਹੁਣ ਤੁਸੀਂ ਦੱਸੋ, ਠੀਕ ਹੈ ਮੁਲਾਕਾਤ ਕੀਤੀ,
ਰਿਸ਼ਵਤ ਵਾਲੀ ਵੀ ਆਪਾਂ ਗੱਲ ਕਰਦੇ ਪਏ ਆ, ਜਿਹੜੀ ਆਪਾਂ ਪਹਿਲਾਂ ਸ਼ੁਰੂ ਕੀਤੀ, ਥਾਂ ਥਾਂ ਤੇ ਪੋਸਟਰ ਲੱਗੇ ਹੋਏ ਨੇ। ਹਾਂ ਪੰਜਾਬ 'ਚੋਂ ਰਿਸ਼ਵਤ ਖਤਮ ਕਿੱਥੋਂ ਖਤਮ ਹੋ ਗਈ, ਬੇਈਮਾਨੀ ਖਤਮ, 300 ਤੋਂ ਵੱਧ ਗ੍ਰਿਫਤਾਰੀਆਂ, ਇੱਕ ਫੋਨ ਨੰਬਰ ਜਾਰੀ ਕੀਤਾ, ਇਹਦੇ ਨਾਲ ਰਿਸ਼ਵਤ ਖਤਮ ਹੋ ਗਈ, ਬੇਈਮਾਨੀ ਖਤਮ ਹੋ ਗਈ, ਅਸੀਂ ਸਾਰੇ ਜਾਣਦੇ ਪਏ ਆ। ਹੁਣ ਤੁਸੀਂ ਜਾ ਕੇ ਚਲੋ ਠੀਕ ਹੈ, ਮਿਲੇ ਹੋ ਜਾ ਕੇ ਖੇਤੀ ਵਿਗਿਆਨੀਆਂ ਨਾਲ, ਤੁਹਾਨੂੰ ਸਭ ਨੂੰ ਪਤਾ ਹੈ ਐਗਰੀਕਲਚਰ ਪਾਲਿਸੀ ਕੀ ਹੈ, ਤੁਹਾਨੂੰ ਸਭ ਨੂੰ ਪਤਾ ਕਿ ਕਿਸਾਨਾਂ ਦੀ ਹਾਲਤ ਕੀ ਹੈ, ਕਿਸਾਨੀ ਦੀ ਹਾਲਤ ਕੀ ਹੈ। ਫੌਰਨ ਉਹਨਾਂ ਨੂੰ ਕੰਮ ਤੇ ਕਿਉਂ ਨਹੀਂ ਲਾਉਂਦੇ ਕਿ ਖੇਤੀ ਵਿਗਿਆਨੀ ਆਉਣ ਤੇ ਫਟਾਫਟ ਆਪਣਾ ਮਾਡਲ ਦੇਣ, ਐਗਰੀਕਲਚਰ ਪਾਲਿਸੀ ਬਣਾਉਣ ਤੇ ਕਿਸਾਨਾਂ ਦੇ ਹਾਲਤ ਦੇ ਵਿੱਚ ਸੁਧਾਰ ਕਰਨਾ ਸ਼ੁਰੂ ਕਰਨ। ਕਿਉਂਕਿ ਇਹ ਕਹਿਣਗੇ ਰਾਤੋਂ ਰਾਤ ਤਾਂ ਨਹੀਂ ਹੋ ਜਾਏਗਾ, ਰਾਤੋਂ ਰਾਤ ਤਾਂ ਕੁਝ ਵੀ ਨਹੀਂ ਹੁੰਦਾ, ਪਰ ਰਾਤੋਂ ਰਾਤ ਹੁੰਦਾ ਵੀ ਹੈ ਕਿ ਜੇ ਇਨਸਾਨ ਆਪਣਾ ਪੱਕਾ ਇਰਾਦਾ ਕਰ ਲਵੇ। ਜੇ ਮੀਟਿੰਗਾਂ ਹੀ ਕਰੀ ਜਾਣੀਆਂ ਨੇ ਕਿ ਇੱਕ ਮੀਟਿੰਗ ਕਰਨ ਤੋਂ ਬਾਅਦ ਅਗਲੀ ਮੀਟਿੰਗ ਦੀ ਡੇਟ ਫਿਕਸ ਹੋ ਗਈ ਹੈ, ਫਿਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸ ਦੇਣਾ ਕਿ ਮੀਟਿੰਗ ਕੀਤੀ ਹੈ ਜੀ, ਬਹੁਤ ਜਲਦੀ ਕੋਈ ਕਮਾਲ ਹੋਣ ਵਾਲਾ ਹੈ, ਇਹ ਤਾਂ ਗੱਲਾਂ ਫਿਰ ਉਵੇਂ ਖਟਾਈ ਦੀਆਂ ਰਹਿ ਜਾਣਗੀਆਂ। ਫਿਰ ਪੋਸਟਰ ਲੱਗ ਜਾਂਦੇ ਨੇ, ਅਸੀਂ ਆਹ ਕੀਤਾ, ਅਸੀਂ ਆਹ ਕੀਤਾ। ਅਸਲ 'ਚ ਜਿਹੜੀ ਹੁਣ ਮੀਟਿੰਗ ਹੋਈ ਹੈ ਇਹਦੇ ਵਿੱਚ ਮੁੱਦੇ ਹੋਰ ਹੈਗੇ, ਉਹ ਇਸ ਤਰ੍ਹਾਂ ਦੇ ਹੈਗੇ, ਸਬਸਿਡੀ ਦੇ ਹੈਗੇ। ਜਿਹੜੀ ਪੰਜਾਬ ਗਵਰਨਮੈਂਟ ਨੇ ਸਬਸਿਡੀ ਦੇਣ ਦੀ ਗੱਲ ਕੀਤੀ ਹੈ 50%, ਜਿਹਦੇ ਵਿੱਚ ਇੱਕ ਸੀਡਰ ਹੈਗਾ, ਜਿਹਦੇ ਵਿੱਚ ਫਰੇਜ਼ਰ ਸੀਡਰ ਆ, ਜਿਹੜਾ ਵਾਧੂ ਘੱਟੂ ਜਿਹੜਾ ਮਾਲ ਹੁੰਦਾ, ਜਿਹੜਾ ਬਚਿਆ ਖੁਚਿਆ ਜਿਹੜਾ ਹੁੰਦਾ ਨਾ, ਰਹਿੰਦ ਖੂੰਹਦ ਜਿਹਨੂੰ ਆਉਂਦੇ ਪੰਜਾਬੀ ਵਿੱਚ, ਜਿਹਦੇ 'ਚੋਂ ਸਮਾਨ ਕੱਟਣ, ਜਿੱਦਾਂ ਪਰਾਲੀ ਜਾਂ ਜਿਹਦੇ ਵਿੱਚ ਝੋਨਾ ਲਾਉਣ ਤੋਂ ਬਾਅਦ ਜਿਹੜੀ ਇਹ ਬਚ ਜਾਂਦਾ ਸਮਾਨ, ਕਣਕ ਕੱਟਣ ਤੋਂ ਬਾਅਦ ਮੁੱਢ, ਔਰ ਜਦੋਂ ਕਪਾਹ ਕੱਟਣ ਤੋਂ ਬਾਅਦ ਜਿਹੜੇ ਮੁੱਢ ਹੁੰਦੇ ਆ, ਜਿਹਨੂੰ ਵੱਢ ਕਹਿੰਦੇ ਪੰਜਾਬੀ 'ਚ, ਉਹ ਚੀਜ਼ਾਂ ਨੂੰ ਬਿਲੇ ਲਾਉਣ ਲਈ ਇੱਕ ਸੀਡਰ ਆ ਜਾਂਦਾ, ਉਹ ਕੱਟਦਾ ਉਹਨਾਂ ਨੂੰ ਔਰ ਉਹਦੇ ਵਿੱਚ ਉਹਦੀ ਖਾਦ ਬਣਾ ਕੇ ਮਿਲਾਵਟ ਕਰ ਦਿੰਦਾ। ਔਰ ਉਹ ਸੀਡਰ ਜਿਹੜਾ ਇਹਨਾਂ ਨੇ ਸਤੌਜ ਪਿੰਡ ਆਪਣੇ ਪਿੰਡੋਂ ਹੀ ਸ਼ੁਰੂ ਕੀਤਾ ਸੀਗਾ, ਭਗਵੰਤ ਮਾਨ ਦਾ ਪਿੰਡ ਜਿੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈਗਾ। ਇਹ ਉਹਨਾਂ ਨੇ ਕਹਿਤਾ ਜਿਹੜੇ ਖੇਤੀ ਵਿਗਿਆਨ ਨੇ ਕਿ ਸਾਨੂੰ ਉੱਥੋਂ ਦੀ ਆਊਟਪੁੱਟ ਠੀਕ ਮਿਲ ਗਈ ਆ, ਲੋਕਾਂ ਨੇ ਬਹੁਤ ਵਧੀਆ ਪ੍ਰਯੋਗ ਕੀਤਾ ਉਹਦਾ, ਅਸੀਂ ਚਾਹੁੰਦੇ ਹਾਂ ਕਿ ਬਾਕੀ ਪਿੰਡਾਂ ਵਿੱਚ ਵੀ ਲਾਓ, ਪਰ ਉਹਦੇ ਵਿੱਚ ਸਬਸਿਡੀ ਦਿਓ। ਇਹਨਾਂ ਨੇ ਮੰਨ ਲਿਆ ਕਿ ਅਸੀਂ 50% ਸਬਸਿਡੀ ਦੇਵਾਂਗੇ, ਉਹਨਾਂ ਨੂੰ 50% ਅੱਧੇ ਮੁੱਲ 'ਤੇ ਦੇਵਾਂਗੇ, ਔਰ ਜਿਨ੍ਹਾਂ ਨੇ ਲੈਣੇ ਆ, ਕਿਉਂਕਿ ਝੋਨਾ ਦੀ ਪਰਾਲੀ ਆ ਰਹੀ ਅੱਗੇ, ਉਹਦੇ ਵਿੱਚ ਫਿਰ ਉਸੇ ਤਰ੍ਹਾਂ ਦਾ ਹੋਊਗਾ ਕਿ ਇੰਨੀ ਸਮੱਸਿਆ ਰਹੀ ਆ, ਕਾਂਗਰਸ ਦੇ ਵੇਲੇ ਵੀ ਰਹੀ ਆ, ਔਰ ਬਾਕੀ ਅਕਾਲੀਆਂ ਦੇ ਟਾਈਮ 'ਤੇ ਵੀ ਰਹੀ ਆ, ਹੁਣ ਫਿਰ ਆ ਰਹੀ ਹੋ। ਔਰ ਉਦੋਂ ਬਾਅਦ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਨੂੰ ਪਹਿਲਾਂ ਰੋਕਣ ਦਾ, ਜਿੱਦਾਂ ਇਹ ਪਰਾਲੀ ਦਾ ਵੀ ਹੜ੍ਹ ਹੈਗਾ, ਜਿਸ ਤਰ੍ਹਾਂ ਪਾਣੀ ਦਾ ਹੜ੍ਹ ਹੈਗਾ, ਔਰ ਉਹਦੇ ਵਿੱਚ ਜਦੋਂ ਪਰਾਲੀ ਸੁੱਟ ਦਿੰਦੇ ਆ ਜਾਂ ਜੋ ਗੰਦੀ ਹੁੰਦੀ ਆ, ਬਦਬੂ ਫੈਲਦੀ ਆ, ਔਰ ਉਹਦੇ ਵਿੱਚ ਅੱਗ ਲਾਉਂਦੇ ਆ, ਧੂੰਆਂ ਆਉਂਦਾ, ਐਕਸੀਡੈਂਟ ਹੁੰਦੇ ਆ, ਔਰ ਦਿੱਲੀ ਤੱਕ ਇਹ ਰੌਲਾ ਪੈ ਗਿਆ ਸੀਗਾ, ਹਰਿਆਣੇ ਤੱਕ ਰੌਲਾ ਪੈ ਗਿਆ ਸੀਗਾ। ਇਸ ਕਰਕੇ ਜਿਹੜੇ ਖੇਤੀ ਵਿਗਿਆਨੀ ਸਕਾਲਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਗਰੀਕਲਚਰ ਔਰ ਜਿਹੜਾ ਖੇਤੀ ਵਿਭਾਗ, ਇਹਨਾਂ ਸਾਰਿਆਂ ਨੂੰ ਜੁਆਇੰਟਲੀ ਇਹਨਾਂ ਨੇ ਮੀਟਿੰਗ ਕਰਕੇ ਕਹਿਤਾ ਕਿ ਅਸੀਂ ਸਬਸਿਡੀ ਦੇਵਾਂਗੇ। ਜਦੋਂ ਉਹਨਾਂ ਦੇ ਜਿਹੜੇ ਇਹਨਾਂ ਦੇ ਮੰਤਰੀ ਨਾਲ ਬੈਠੇ ਸੀ, ਐਗਰੀਕਲਚਰ ਮਿਨਿਸਟਰ ਵੀ ਬੈਠੇ ਸੀ, ਉਹਨਾਂ ਨੂੰ ਕਹਿਤਾ ਕਿ ਸੀਡਰ ਲਈ ਸਬਸਿਡੀ ਦੇ ਦਿਓ, ਖੇਤੀ ਬੀਜ ਦੇ ਦਿਓ, ਜਿਹੜੇ ਸੁਧਰੇ ਬੀਜ ਆਉਣ ਵਾਲੇ, ਔਰ ਉਹਦੇ ਵਿੱਚ ਜਿਹੜੀ ਪਰਾਲੀ ਆ ਉਹਨੂੰ ਸਾੜਨ ਦਾ ਹੁਕਮ ਕਰ ਦਿਓ, ਔਰ ਜਿਹੜੀਆਂ ਮਸ਼ੀਨਾਂ ਦਿਓ, ਜਿਹੜਾ ਨਹੀਂ ਸਾੜੂਗਾ ਫਿਰ ਉਹਦੇ ਨਾਲ ਦੇਖਾਂਗੇ ਕਿ ਵੀ ਸਬਸਿਡੀ ਲੈ ਲਈ ਆ, ਤੈਨੂੰ ਇੰਨਾ ਪੈਸਾ ਅਸੀਂ ਦੇ ਦਿੱਤਾ, ਪਰਾਲੀ ਨੂੰ ਸਾੜੋ ਨਾ, ਇਹਨੂੰ ਸੀਡਰ ਨਾਲ ਕੱਟ ਵੱਢ ਕਰਕੇ ਖਾਦ ਬਣਾ ਲਓ ਔਰ ਖੁੰਬਾਂ ਲਾਓ ਇਹਦੇ 'ਤੇ। ਬਿਲਕੁਲ ਸਹੀ ਗੱਲ ਹੈ। ਔਰ ਇਹਦੇ 'ਚ ਨਾ ਬਲਕਾਰ ਜੀ ਗੱਲ ਇਹ ਹੈ ਕਿ ਉਹੀ ਪੁਰਾਣੀਆਂ ਗੱਲਾਂ, ਉਹੀ ਮੀਟਿੰਗਸ ਦੇ ਵਿੱਚ ਗੱਲਾਂ ਜੋ ਪੁਰਾਣੀਆਂ ਚੱਲੀਆਂ ਆ ਰਹੀਆਂ, ਆ ਨਵੀਂ ਗੱਲ ਆ ਜਿਹੜੀ ਹੈਗੀ ਆ ਨਾ ਸੀਡਰ ਦੀ ਗੱਲ। ਮੇਨ ਚੀਜ਼ ਇਹ ਹੈ, ਉਹ ਤਾਂ ਮਸ਼ੀਨਰੀ ਇਸਤੇਮਾਲ ਹੋਣੀ ਚਾਹੀਦੀ ਆ, ਮੇਨ ਚੀਜ਼ ਇਹ ਹੈ ਕਿ ਸਭ ਨੂੰ ਸਭ ਕੁਝ ਪਤਾ ਹੈ, ਪਰ ਦਿੱਕਤ ਕਿੱਥੇ, ਆਰਗੇਨਾਈਜ਼ ਨਹੀਂ ਕਰਦੇ ਪਏ, ਸਭ ਨੂੰ ਇਕੱਠਾ ਨਹੀਂ ਕਰਦੇ ਪਏ। ਬੇਸਿਕਲੀ ਜਿਹੜਾ ਹੈਗਾ ਮੁੱਖ ਮੰਤਰੀ, ਇਹਨੂੰ ਆਪ ਕੁਝ ਨਹੀਂ ਇੰਨਾ ਪਤਾ ਹੋਊਗਾ, ਸਿਆਸਤ ਦਾ ਪਤਾ ਹੋਊਗਾ, ਜਿਹੜੇ ਸਾਇੰਟਿਸਟ ਬੈਠੇ ਨੇ ਉਹਨਾਂ ਨੇ ਜੋ ਸਲਾਹ ਦੇਣੀ ਆ, ਜੇ ਉਹਨਾਂ ਦੀ ਗੱਲ ਮੰਨੀ ਜਾਵੇ ਤਾਂ ਗੱਲ ਬਿਲਕੁਲ ਉੱਥੇ ਟਿਕਾਣੇ ਤੇ ਆਏਗੀ। ਜੇ ਨਹੀਂ ਮੰਨੀ ਜਾਊਗੀ, ਜੇ ਐਲਾਨਨਾਮਾ ਹੀ ਕਰ ਦਿੱਤਾ, ਜਿੱਦਾਂ ਤੁਸੀਂ ਗੱਲ ਕੀਤਾ ਸੜਕਾਂ ਤੇ ਲਿਖ ਦੇ ਦੇਣਗੇ ਬੇਰੁਜ਼ਗਾਰੀ ਹੋ ਗਈ ਪੂਰੀ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ, ਹਾਂ ਨਸ਼ਾ ਵੀ ਬੰਦ ਹੋ ਗਿਆ, ਇਹਨਾਂ ਐਲਾਨਨਾਮਿਆਂ ਨਾਲ ਕੁਝ ਨਹੀਂ ਹੁੰਦਾ। ਪ੍ਰੈਕਟੀਕਲ ਤੌਰ ਤੇ, ਵਿਵਹਾਰਿਕ ਤੌਰ ਤੇ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ। ਇੱਕ ਤਾਂ ਜਿਹੜੀਆਂ ਇਹ ਫੋਟੋਆਂ ਲਾਈ ਫਿਰਦੇ ਨੇ ਨਾ ਥਾਂ ਦੇ ਉੱਤੇ, ਸੜਕਾਂ ਦੇ ਕੰਢਿਆਂ ਦੇ ਉੱਤੇ, ਉਹ ਕੱਛਾਂ 'ਚ ਹੱਥ ਦੇ ਕੇ ਇਹ ਹੋ ਗਿਆ ਉਹ ਹੋ ਗਿਆ, ਇਹ ਬੰਦ ਕਰੋ, ਕਿਉਂਕਿ ਇੰਨੀ ਪਬਲਿਸਿਟੀ ਨਹੀਂ ਚਾਹੀਦੀ, ਸਾਡੇ ਕੋਲ ਪੈਸਾ ਬਹੁਤ ਘੱਟ ਆ, ਕੰਮ ਕਰਨਾ ਚਾਹੀਦਾ, ਪੈਸਾ ਬਚਾਓ। ਪੰਜਾਬ ਸਟੇਟ ਨੂੰ ਛੱਡ ਕੇ ਤੁਸੀਂ ਥਾਂ ਦੇ ਉੱਤੇ ਇਲੈਕਸ਼ਨ ਰੈਲੀਆਂ ਕਰਦੇ ਫਿਰਦੇ ਹੋ, ਕਦੀ ਛੱਤੀਸਗੜ੍ਹ ਚਲੇ ਜਾਂਦੇ ਹੋ, ਕਦੀ ਮੱਧ ਪ੍ਰਦੇਸ਼ ਤੁਰ ਪੈਂਦੇ ਹੋ। ਮਤਲਬ ਪੰਜਾਬ ਦੇ ਹਾਲਾਤ ਦੇਖੋ, ਉਹ ਪਾਰਟੀ ਨੂੰ ਮਜ਼ਬੂਤ ਕਰਨਾ ਅਗਲੀ ਗੱਲ ਹੈ, ਪਰ ਪਹਿਲਾਂ ਪੰਜਾਬ ਨੂੰ ਤਾਂ ਸੰਭਾਲੋ ਨਾ ਜਿਹੜਾ ਤੁਹਾਨੂੰ ਦਿੱਤਾ ਗਿਆ। ਤੁਸੀਂ ਮਤਲਬ ਸਟੇਟ ਵੱਲ ਧਿਆਨ ਦਿਓ, ਇਹ ਨਹੀਂ ਕਿ ਕੇਜਰੀਵਾਲ ਸਾਹਿਬ ਜਿੱਦਾਂ ਕਹਿਣਗੇ ਉਦਾਂ ਹੀ ਚੱਲਣਾ ਹੈ। ਉਹ ਤਾਂ ਆਪਣਾ ਸੁਪਨਾ ਪਾਲ ਕੇ ਬੈਠੇ ਹੋਏ ਨੇ ਕਿ ਮੈਂ ਪ੍ਰਧਾਨ ਮੰਤਰੀ ਬਣਨਾ, ਠੀਕ ਹੈ ਨਾ, ਔਰ ਉਹ ਇੰਨੀ ਜਲਦੀ ਤਾਂ ਸਾਰੇ ਐਕਸਪਰਟ ਕਹਿੰਦੇ ਤੇ ਹੁੰਦਾ ਨਹੀਂ। ਇੱਕ ਗੱਲ ਹੈਗੀ ਆ, ਹਾਦਸੇ ਵਾਲੀ ਵੀ ਹੈਗੀ ਆ ਤਾਂ ਨਾ ਹਾਦਸੇ ਵਾਲੀ ਵੀ ਹੈਗੀ ਆ। ਬੀਜੇਪੀ ਨੇ ਕਹਿਤਾ ਕਿ ਅਸੀਂ ਵੱਡੇ ਭਰਾ ਹੈਗਾ, ਜੇ ਸਾਨੂੰ ਮਿਲਣਾ ਹੋਊਗਾ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ, ਤੇ ਅਸੀਂ ਉਹਨਾਂ ਦਾ ਪੱਲਾ ਫੜਾਂਗੇ, ਨਹੀਂ ਤੇ ਅਸੀਂ ਨਹੀਂ ਆਪਣੇ ਤਰੀਕੇ ਨਾਲ 13 ਸੀਟਾਂ ਤੇ ਲੜਾਂਗੇ। ਪਰ ਇਹਦੇ ਤੋਂ ਬਾਅਦ ਸੁਖਬੀਰ ਬਾਦਲ ਦਾ ਐਲਾਨ ਸੀਗਾ ਕਿ ਅਸੀਂ ਛੋਟੇ ਭਰਾ ਹੀ ਬੜੇ ਰੋਹ ਵਾਲੇ ਹਾਂ, ਅਸੀਂ ਜੋ ਕਰਾਂਗੇ ਇਕੱਲੇ ਕਰਾਂਗੇ, ਚਾਹੇ ਬੀਜੇਪੀ
ਆਪ ਔਰ ਕਾਂਗਰਸ ਤਿੰਨੇ ਪਾਰਟੀਆਂ ਰਲ ਜਾਣ, ਅਸੀਂ ਫਿਰ ਜਿੱਤ ਪ੍ਰਾਪਤ ਕਰਾਂਗੇ। ਦੇਖ ਲਓ ਕਿੰਨਾ ਕੌਨਫੀਡੈਂਸ ਆ ਔਰ ਕਿੰਨਾ ਉਹਨਾਂ ਦੇ ਵਿੱਚ ਰੋਹਬ ਔਰ ਕਿੰਨਾ ਕੁਝ ਆਉਂਦਾ। ਅਸੀਂ ਇਕੱਲੇ ਹੀ ਛੋਟੇ ਭਰਾ ਦੇ ਨਾਤੇ ਨਹੀਂ, ਅਸੀਂ ਵੀ ਵੱਡੇ ਹਾਂ। ਪ੍ਰਕਾਸ਼ ਸਿੰਘ ਬਾਦਲ ਵੈਸੇ ਸਭ ਤੋਂ ਉਮਰ 'ਚ ਵੱਡੇ ਸੀਗੇ ਔਰ ਉਹਨਾਂ ਦੀ ਪਾਰਟੀ ਜਿਹੜੀ ਆ ਬੜੀ ਪੁਰਾਣੀ ਪਾਰਟੀ ਹੈਗੀ ਆ, ਕਾਂਗਰਸ ਤੋਂ ਟਾਈਮ ਤੋਂ ਤਕਰੀਬਨ ਪਹਿਲਾਂ ਦੀ ਪਾਰਟੀ ਆ। ਔਰ ਇਹਨਾਂ ਨੇ ਐਲਾਨਨਾਮਾ ਕੱਲ੍ਹ ਕਰ ਦਿੱਤਾ। ਉਹਨਾਂ ਕਹਿਤਾ ਕਿ ਅਸੀਂ ਨਾ ਛੋਟੇ ਭਰਾ ਨਾਲ ਨਾ ਵੱਡੇ ਭਰਾ ਨਾਲ ਮਿਲਾਂਗੇ, ਅਸੀਂ ਇਕੱਲੇ ਦੇ ਇਕੱਲੇ 13 ਸੀਟਾਂ 'ਤੇ ਲੜਾਂਗੇ। ਔਰ ਜਦੋਂ ਕਿ ਇਹਨਾਂ ਬੀਐਸਪੀ ਨਾਲ ਵੀ ਜਿਹੜਾ ਗਠਬੰਧਨ ਕੀਤਾ ਸੀਗਾ, ਜਿਸ 'ਚ ਮਾਇਆਵਤੀ ਜੀ ਦੀ ਪਾਰਟੀ ਆ, ਉਹਦੇ ਵਿੱਚ ਆ ਕੇ ਉਹਦੇ ਵਿੱਚ ਵੀ ਕੀਤਾ, ਉਹ ਆਪਣਾ ਭੁੱਲ ਗਏ ਆ। ਉਹਨਾਂ ਨੇ ਕਿਹਾ ਅਸੀਂ ਇਕੱਲੇ ਲੜਾਂਗੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜੋ ਅਸੀਂ ਇੱਥੇ ਆ ਕੇ ਬਿਆਨ ਕਰਦੇ ਹਾਂ ਇਹ ਸਾਰੇ ਵਿਚਾਰ ਪਬਲਿਕ ਦੇ ਨੇ, ਔਰ ਪਬਲਿਕ ਦੇ ਅੰਦਰ ਗੁੱਸਾ ਬਹੁਤ ਹੈ, ਪਬਲਿਕ ਦੇ ਅੰਦਰ ਰੋਸ਼ ਬਹੁਤ ਹੈ, ਔਰ ਲੋਕਾਂ ਨੂੰ ਅਜ਼ਮਾਣਾ ਬੰਦ ਕਰ ਦਿਓ। ਕੱਢ ਲਿਆ ਇੱਕ ਵਾਰੀ ਗੁੱਸਾ, ਪਾਰਟੀਆਂ ਨੁਕਰੀ ਲਾ ਕੇ ਆਹ ਪਾਰਟੀ ਆਈ ਨਵੀਂ, ਹੁਣ ਇਹ ਪਾਰਟੀ ਅੱਗੇ ਦੇ ਗੱਲ ਮੰਨਦੀ ਤੇ ਚੱਲੂਗੀ ਤਰੀਕੇ ਨਾਲ, ਨਹੀਂ ਤੇ ਵੀ ਫਿਰ ਦੂਜੇ ਸਫਾਇਆ। ਲੋਕਾਂ ਨੂੰ ਅਜ਼ਮਾਣਾ ਬੰਦ ਕਰੋ, ਇਹ ਥੁੱਕੀ ਵੜੇ ਪਕਾਉਣਾ ਬੰਦ ਕਰੋ, ਗੱਲਾਂ ਦਾ ਕੜਾ ਖਵਾਉਣਾ ਬੰਦ ਕਰੋ ਔਰ ਪ੍ਰੈਕਟੀਕਲੀ ਕੰਮ ਕਰਕੇ ਦਿਖਾਓ। ਸਾਰੇ ਇਹੀ ਕਹਿੰਦੇ ਨੇ ਕਿ ਉੱਤੋਂ ਕੇਜਰੀਵਾਲ ਸਾਹਿਬ ਜਿਵੇਂ ਕਹਿੰਦੇ ਨੇ ਉਵੇਂ ਭਗਵੰਤ ਮਾਨ ਸਾਹਿਬ ਕਰਦੇ ਪਏ ਨੇ। ਤੁਸੀਂ ਆਪਣੀ ਸਟੇਟ ਨੂੰ ਛੱਡ ਕੇ ਰੈਲੀਆਂ ਤੇ ਤੁਰੇ ਫਿਰਦੇ ਹੋ ਔਰ ਉੱਥੇ ਮਜ਼ਾਕ ਕਰਦੇ ਫਿਰਦੇ ਹੋ, ਮਤਲਬ ਇਹ ਚੰਗਾ ਲੱਗਦਾ ਨਹੀਂ? ਜਦੋਂ ਆਪਣੇ ਪੰਜਾਬ 'ਚ ਹੜ੍ਹ ਆਇਆ, ਲੋਕ ਪੀੜਤ ਹੜ੍ਹ ਤੋਂ ਪ੍ਰਭਾਵਿਤ ਆ, ਪਿੰਡਾਂ ਦੇ ਪਿੰਡ, ਉਹਨਾਂ ਦੀ ਬਾਂਹ ਫੜਨੀ ਚਾਹੀਦੀ, ਇਹਨਾਂ ਨੂੰ ਵੇਖਣਾ ਚਾਹੀਦਾ ਔਰ ਬਕਾਇਦਾ ਤੌਰ 'ਤੇ ਇਹਨਾਂ ਨੂੰ ਮੀਟਿੰਗਾਂ ਰੱਖਣੀਆਂ ਚਾਹੀਦੀਆਂ, ਬਿਲਕੁਲ ਕਰਨਾ ਚਾਹੀਦਾ ਸਾਰਿਆਂ ਨਾਲ ਹੀ। ਔਰ ਦੂਜੇ ਪਾਸੇ ਇਹਨਾਂ ਨੇ ਆ ਸਾਰੀਆਂ ਜੋ ਕੁਛ ਹੈਗਾ, ਇਹਨਾਂ ਨੇ ਜਿੰਨੇ ਵੀ ਵਿਭਾਗ ਨੇ ਜਾਂ ਸਾਰੇ ਜਿਹੜੇ ਹੈਗੇ ਆ ਵਿਦਿਅਕ ਅਦਾਰੇ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਨੇ ਮੀਟਿੰਗਾਂ ਤੇ ਰੱਖੀਆਂ, ਸਾਰਾ ਕੁਝ ਕੀਤਾ। ਜਦੋਂ ਕਿ ਸਕੂਲ ਬੰਦ ਹੋ ਜਾਂਦੇ ਆ, ਬਿਜਲੀ ਬੰਦ ਹੋ ਜਾਂਦੀ ਹੈ, ਕਈ ਚੀਜ਼ਾਂ ਗਈਆਂ, ਉਹਨਾਂ ਨੂੰ ਸਾਰੇ ਸਿਸਟਮ ਦੇ ਵਿੱਚ ਲਿਆਉਣਾ ਚਾਹੀਦਾ। ਬਿਲਕੁਲ, ਇਹ ਉਹੀ ਪੁਰਾਣੀ ਕਹਾਵਤ ਹੈ ਨਾ ਬਜ਼ੁਰਗਾਂ ਦੀ, ਅੱਗਾ ਦੌੜ ਤੇ ਪਿੱਛਾ ਚੌੜ। ਅੱਗੋਂ ਹੋਰ ਮਿਲ ਜਾਏ, ਅੱਗੋਂ ਹੋਰ ਮਿਲ ਜਾਏ। ਉਹ ਜਿਹੜਾ ਮਿਲਿਆ ਰੱਬ ਨੇ ਦਿੱਤਾ ਉਹ ਤਾਂ ਸਾਂਭੋ ਪਹਿਲਾਂ, ਉਹ ਤੁਸੀਂ ਗੱਲਾਂ ਨਾਲ ਕਰ ਦਿੰਦੇ ਹੋ। ਇੰਨਾ ਹੋ ਗਿਆ, ਪੋਸਟਰ ਲਗਾ ਲਿਓ, ਰਿਸ਼ਵਤ ਰੁਕ ਗਈ, ਬੇਈਮਾਨੀ ਖਤਮ ਹੋ ਗਈ, ਇੱਥੇ ਨਸ਼ਾ ਰੁਕ ਗਿਆ, ਇੱਥੇ ਪੋਸਟਰ ਲਾਉਣ ਨਾਲ ਰੁਕ ਗਿਆ, ਪਬਲਿਸਿਟੀ ਨਾਲ ਰੁਕ ਗਿਆ। ਪ੍ਰੈਕਟੀਕਲੀ ਗਰਾਊਂਡ ਤੇ ਆਓ, ਸੱਚਾਈ ਕੀ ਆ ਉਹ ਦੇਖੋ ਔਰ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਨਾ ਕਰੋ। ਜੋ ਰੱਬ ਨੇ ਤੁਹਾਨੂੰ ਸਟੇਟ ਦਿੱਤੀ ਹੈ ਇਹਨੂੰ ਠੀਕ ਤਰ੍ਹਾਂ ਨਾਲ ਚਲਾ ਕੇ ਦਿਖਾਓ। ਜਦੋਂ ਇਹ ਠੀਕ ਤਰ੍ਹਾਂ ਨਾਲ ਚਲਾ ਲੋਗੇ ਆਪੇ ਤੁਹਾਡੀ ਪਾਰਟੀ ਮਜ਼ਬੂਤ ਹੋ ਜਾਏਗੀ। ਵੈਸੇ ਇੱਕ ਗੱਲ ਹੈਗੀ ਹੈ, ਇਸ ਗੱਲ ਤੋਂ ਬਹੁਤੀ ਅਸੀਂ ਇਸ ਪਾਸੇ ਨਹੀਂ ਜਾ ਸਕਦੇ, ਕਿਉਂਕਿ ਇਹ ਜਿਹੜਾ ਹੈਗਾ ਪਬਲਿਸਿਟੀ ਦਾ ਜ਼ਮਾਨਾ ਤਾਂ ਹੈ, ਜਿਹਦੇ ਵਿੱਚ ਸਾਰੀਆਂ ਸਰਕਾਰਾਂ ਨੇ ਪਹਿਲਾਂ ਕੀਤਾ। ਜਿੰਨੇ ਵੀ ਇੱਥੇ ਪਾਰਟੀਆਂ ਆਈਆਂ, ਕੋਈ ਵੀ ਪਾਰਟੀ ਇਸ ਤੋਂ ਪਿੱਛੇ ਨਹੀਂ ਰਹੀ। ਅੱਜ ਤੋਂ ਲੈ ਕੇ ਹੁਣ ਤੱਕ ਵੇਖ ਲਓ, ਜਿੱਥੇ ਵੀ ਹੈਗਾ। ਪਹਿਲਾ ਜ਼ਮਾਨਾ ਸੀਗਾ ਜਦੋਂ ਪ੍ਰਤਾਪ ਸਿੰਘ ਕੈਰੋਂ ਵਰਗੇ ਮੁੱਖ ਮੰਤਰੀ ਸੀ, ਉਹ ਕੰਮ ਹੀ ਕਰਦੇ ਸੀਗੇ, ਉਹ ਬਕਾਇਦਾ ਪਬਲਿਸਿਟੀ ਵਾਲੇ ਪਾਸੇ ਨਹੀਂ ਸੀ ਜਾਂਦੇ। ਉਦੋਂ ਇਸ਼ਤਿਹਾਰ ਛਪਦੇ ਦਿੰਦੇ ਸੀ, ਇਸ਼ਤਿਹਾਰ ਲੋਕੀ ਕੰਧਾਂ ਨਾਲ ਲਾਉਂਦੇ ਹੁੰਦੇ ਸੀ, ਹੋਰ ਕੁਝ ਨਹੀਂ ਸੀਗਾ। ਹੁਣ ਸੋਸ਼ਲ ਮੀਡੀਆ ਨੇ ਲੋਕਾਂ ਦੀ ਜਾਨ ਜਿਹੜੀ ਆ ਉਹ ਸਕੰਜੇ 'ਚ ਦੇ ਦਿੱਤੀ। ਫਿਰ ਮੀਡੀਆ ਜਿਹੜਾ ਪ੍ਰਿੰਟ ਮੀਡੀਆ ਉਹਨੇ, ਪਲੱਸ ਜਿਹੜਾ ਸਾਡਾ ਇਲੈਕਟ੍ਰੋਨਿਕਸ ਮੀਡੀਆ, ਇਹਦੇ 'ਤੇ ਹਰ ਜਗ੍ਹਾ ਫੇਸਬੁੱਕ ਫ੍ਰੀ ਆ, YouTube 'ਤੇ ਇਹਨਾਂ ਦਾ ਬੜਾ ਕੁਛ ਆ ਰਿਹਾ। ਸੜਕਾਂ ਚੌਰਾਹਿਆਂ 'ਤੇ ਜਿਹੜੀ ਤੁਹਾਡੀ ਗੱਲ ਠੀਕ ਹੈ ਕਿ ਉੱਥੇ ਇਸ਼ਤਿਹਾਰਬਾਜ਼ੀ ਲਾਉਣੀ ਬੰਦ ਕਰਨੀ ਚਾਹੀਦੀ ਆ। ਹਾਦਸੇ ਹੁੰਦੇ ਆ, ਹੈ ਨਾ, ਸੁਰੱਖਿਆ ਵੱਲ ਧਿਆਨ ਰੱਖਣਾ ਚਾਹੀਦਾ। ਉਹ ਵੀ ਹੈ, ਔਰ ਜਿਹੜੇ ਫਾਈਨੈਂਸ਼ੀਅਲ ਹਾਦਸੇ ਹੁੰਦੇ ਨੇ ਕਿ ਯਾਨੀ ਜਿਹੜਾ ਪੰਜਾਬ ਦਾ ਬਜਟ ਹੈ, ਪੰਜਾਬ ਦਾ ਖਜ਼ਾਨਾ ਹੈ, ਉਹਨੂੰ ਜਿਹੜੀ ਸੱਟ ਪੈਂਦੀ ਹੈ, ਉਹ ਵੀ ਹਾਦਸੇ ਹੀ ਨੇ, ਉਹ ਫਾਈਨੈਂਸ਼ੀਅਲ ਹਾਦਸੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੀ ਹੈ ਇਸ ਵਾਰ, ਤਾਂ ਇਹ ਸੋਸ਼ਲ ਮੀਡੀਆ ਕਰਕੇ ਜਿੱਤੀ ਹੈ, ਜਿੰਨਾ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ। ਤੇ ਅੱਜ ਉਹ ਗੱਲ ਕਿੱਥੇ ਗਈ? ਅੱਜ ਕਿਉਂ ਨਹੀਂ ਸੋਸ਼ਲ ਮੀਡੀਆ? ਇਹ ਬਾਕੀ ਦੇ ਜਿਹੜੇ ਪ੍ਰਚਾਰ ਬੰਦ ਕਰਕੇ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਪਣੇ ਚੈਨਲ ਬਣਾਏ ਹੋਏ ਨੇ, ਸੋਸ਼ਲ ਮੀਡੀਆ ਦੇ ਆਪਣੇ ਪੇਜ ਨੇ, ਪਲੇਟਫਾਰਮ ਨੇ, ਤੁਸੀਂ ਉੱਥੇ ਆਪਣੀ ਜਿੰਨੀ ਮਰਜ਼ੀ ਪਬਲਿਸਿਟੀ ਕਰੋ, ਲੋਕਾਂ ਤੱਕ ਗੱਲ ਹੀ ਪਹੁੰਚਾਉਣੀ ਹੈ ਨਾ। ਔਰ ਅੱਜ ਸਾਰੇ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ, ਇਸ ਕਰਕੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰੋ। ਬਾਕੀ ਜਿੱਥੋਂ ਪੈਸਾ ਬਚਾ ਸਕਦੇ ਹੋ ਬਚਾ ਕੇ ਪੰਜਾਬ ਦੇ ਖਜ਼ਾਨੇ ਨੂੰ ਮਜ਼ਬੂਤ ਕਰੋ। ਔਰ ਜਿਹੜੀਆਂ ਰੈਲੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ, ਜਿੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਾ ਜਾਓ, ਪੰਜਾਬ ਦੇ ਸਟੇਟ ਵਿੱਚ ਰਹੋ। ਪੈਸਾ ਜਹਾਜ਼ ਚੱਲਦੇ ਆ, ਹਮਲਾ ਫੈਲਾ ਜਾਂਦਾ ਵਾ, ਪੈਸਾ ਬਰਬਾਦ ਹੁੰਦਾ। ਸਟੇਟ ਦਾ ਧਿਆਨ ਕਰੋ। ਤੇ ਨਾਲ ਜਿਹੜਾ ਇਹ ਪ੍ਰੋਹਿਤ ਸਾਹਿਬ ਨਾਲ ਔਰ ਸੀਐਮ ਸਾਹਿਬ ਨਾਲ ਜੋ ਇਹ ਆਪਸ ਦਾ ਕਾਟੋ ਕਲੇਸ਼ ਹੈ, ਇਹ ਸਿਆਸਤ ਵਾਸਤੇ ਵੀ ਤੇ ਰਿਆਸਤ ਵਾਸਤੇ ਵੀ ਸਹੀ ਨਹੀਂ ਹੈਗਾ, ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਵਾਸਤੇ ਸਹੀ ਨਹੀਂ ਹੈਗਾ। ਇਹਨੂੰ ਸਟਾਪ ਕਰਨਾ ਚਾਹੀਦਾ। ਵੈਸੇ ਇਹ ਟੱਕਰ ਮੇਰਾ ਖਿਆਲ ਹੈ, ਜੇ ਸਾਡੇ ਜਿਹੜੇ ਚਿੰਤਕ ਜਾਂ ਜਿਹੜੇ ਸਕਾਲਰ ਲੋਕ ਨੇ ਕਹਿੰਦੇ ਨੇ, ਇਹ ਵੈਸੇ ਖਤਮ ਨਹੀਂ ਹੋ ਸਕਦੀ। ਇਸ ਕਰਕੇ ਨਹੀਂ ਹੋ ਸਕਦੀ, ਪਾਰਟੀ ਇੱਥੇ ਹੋਰ ਆ। ਜੇ ਇੱਥੇ ਬੀਜੇਪੀ ਹੁੰਦੀ ਤੇ ਦੋਨਾਂ ਦੀ ਗੱਲ ਵੱਖਰੀ ਪਈ ਹੁੰਦੀ, ਜੇ ਇੱਥੇ ਹੋਰ ਪਾਰਟੀ ਚੰਗੀ ਹੁੰਦੀ ਗੱਲ ਵੱਖਰੀ ਪਈ ਹੁੰਦੀ। ਆਪੋਜੀਸ਼ਨ ਕਰਕੇ ਗਵਰਨਰ ਤੇ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਦਾ ਆਪਦਾ, ਇਹਨਾਂ ਦੀ ਆਪਸੀ ਜਿਹੜੀ ਹੈਗੇ ਖਿਚੜੀ ਨਹੀਂ ਪੱਕਣੀ, ਔਰ ਇਸੇ ਤਰ੍ਹਾਂ ਰਹੂਗਾ ਰੌਲਾ ਰੱਪਾ, ਸਤਨਾਜਾ ਬਣ ਜਾਂਦਾ ਸਾਰਾ ਕੁਝ, ਸਤਨਾਜਾ ਬਣ ਜਾਂਦਾ। ਸੋ ਅਗਲਾ ਸਤਨਾਜਾ ਜੋ ਰਹਿੰਦਣਾ ਆਪਾਂ ਉਹ ਹੈਗਾ ਪੰਚਾਇਤਾਂ ਦਾ। ਪੰਚਾਇਤਾਂ ਹੋ ਗਈਆਂ ਨੇ ਭੰਗ, ਤੇ ਹੁਣ ਸਰਪੰਚਾਂ ਦੀ ਖੋਜ ਖਬਰ ਸਰਕਾਰ ਲੈ ਰਹੀ ਆ। ਅੱਛਾ, ਇਹਦੇ ਬਾਰੇ ਜ਼ਰਾ ਦੱਸੋ, ਇਹ ਕੀ ਯਾਦ ਆ ਗਈ ਆ ਹੁਣ ਉਹਨਾਂ ਨੂੰ ਸਰਪੰਚਾਂ ਦੀ?
ਅਸਲ 'ਚ 8-9 ਸਾਲ ਹੋ ਗਏ ਪਿਛਲੇ ਜਿਹੜੇ ਹੈਗੇ ਆ, ਇਹਨਾਂ ਨੇ ਕਿਸੇ ਵੀ ਸਰਪੰਚ ਨੂੰ ਜਿਹੜਾ ਵੀ ਆ ਮਾਣ ਭੱਤਾ ਜਿਹੜਾ ਹੁੰਦਾ ਉਹ ਨਹੀਂ ਦਿੱਤਾ। ਉਹ 12-1500 ਦੇ ਵਿੱਚ ਹੈਗਾ ਪਰ ਮੰਥ, ਉਹ ਹੁਣ ਪਾ ਕੇ 75,000 ਪਰ ਸਰਪੰਚ ਬਣ ਗਿਆ। ਔਰ ਉਹਦੇ ਵਿੱਚ ਜੇ 13,250 ਪੰਚਾਇਤਾਂ ਪੰਜਾਬ ਦੇ ਵਿੱਚ, ਇਹਨੂੰ ਕੈਲਕੂਲੇਟ ਕੀਤਾ ਜਾਵੇ ਤੇ 95 ਕਰੋੜ ਤੋਂ ਉੱਪਰ ਬਣ ਜਾਂਦਾ ਪੈਸਾ। ਔਰ ਇਹ ਹੁਣ ਪੈਸਾ ਕਿੱਥੋਂ ਦੇਣਗੇ? ਜੇ ਤੁਸੀਂ ਪੈਸੇ ਦੀ ਗੱਲ ਕੀਤੀ, ਪਬਲਿਸਿਟੀ ਵਾਲੀ ਗੱਲ ਕੀਤੀ ਆ, ਸਰਪੰਚਾਂ ਨੂੰ ਕਿੱਥੋਂ ਦੇਣਗੇ? ਹੁਣ ਇਹਨਾਂ ਨੇ ਇਹ ਕਹਿਤਾ ਕਿ ਜਿਹੜੇ ਸਰਪੰਚਾਂ ਕੋਲ ਆਪਣੇ ਓਨ ਸੋਰਸ ਨੇ ਇਨਕਮ ਦੇ, ਜਿੱਥੇ ਕਿ ਉਹਨਾਂ ਕੋਲ ਸਾਰਾ ਕੁਝ ਜ਼ਮੀਨ ਜਾਂ ਕੁਝ ਹੈਗਾ, ਉਹਦੇ ਵਿੱਚ ਜੋ ਕਮਾਈ ਹੈਗੀ ਆ ਉਹ ਇਸ ਤਰੀਕੇ ਨਾਲ ਕਰ ਸਕਦੇ ਸੀ ਜਿਹੜੇ ਪੁਰਾਣੇ ਤਰੀਕੇ ਨਾਲ ਇਹਨਾਂ ਨੇ ਵਾਈ ਕੀਤੀ ਹੈ ਜਾਂ ਕੰਮ ਕੀਤਾ ਹੈਗਾ, ਜਿੱਥੇ ਕੋਈ ਜ਼ਮੀਨ ਹੈਗੀ ਆ। ਕੁਝ ਉਹ ਸਰਕਾਰ ਦੀ ਹੈਗੀ ਆ, ਜਿੱਥੇ ਬੋਲੀਆਂ ਹੋਈਆਂ, ਜਿੱਥੇ ਟੈਂਡਰ ਕੀਤੇ ਆ, ਉਹ ਪੈਸਾ ਰੱਖ ਸਕਦੇ ਆ। ਪਰ ਉਹਦੇ 'ਚ BDP ਉੱਥੋਂ ਦੇ ਜਿਹੜੇ ਆ ਡਿਪਟੀ ਕਮਿਸ਼ਨਰ, ਉਹ ਬਾਕੀ ਜਿਹੜੇ ਅਧਿਕਾਰੀ ਨੇ SDM, ਉਹਨਾਂ ਦੇ ਨੌਲੇਜ ਹੋਣਾ ਚਾਹੀਦਾ, ਉਹੀ ਡਿਵਾਈਡ ਕਰਨਗੇ। ਹੁਣ ਜਦੋਂ ਕਿ ਜਿਹੜੀ ਆ ਰਹੀ ਆ ਇਸ ਵੇਲੇ ਸਰਕਾਰ ਨਵੀਂ ਬਦਲ ਰਹੀ ਆ, 6 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਜਿਹੜੀਆਂ ਪੰਚਾਇਤਾਂ ਭੰਗ ਕਰ ਦਿੱਤਾ, ਜਦੋਂ ਕਿ ਇਹ ਲੋੜ ਨਹੀਂ ਸੀਗੀ, ਜਦੋਂ ਕਿ ਉਹਨਾਂ ਨੂੰ ਅਜੇ ਚੱਲਣ ਦੇਣਾ ਚਾਹੀਦਾ ਸੀ। ਉਹਨਾਂ ਦੇ ਕੰਮ ਵਿੱਚ ਹੀ ਰੋਕ ਦਿੱਤੇ ਆ। ਲੋਕ ਹੁਣ ਦੁਆਥਣਾ ਮਾਰ ਰੋਂਦੇ ਆ। ਜਦੋਂ ਕਿ ਹੜ੍ਹ ਆਇਆ ਪਿਆ, ਹੜ੍ਹ ਦੇ ਵਿੱਚ ਪੰਚਾਇਤਾਂ ਨੇ ਬੜਾ ਯੋਗਦਾਨ ਪਾਉਣਾ ਸੀਗਾ, ਕੰਮ ਕਰਨਾ ਸੀ, ਫੰਡਿੰਗ ਲਿਆਉਣੀ ਸੀਗਾ, ਐਨ ਮੌਕੇ 'ਤੇ ਭੰਗ ਕਰ ਦਿੱਤੀਆਂ। ਇਹਦੇ ਵਿੱਚ ਤਿੰਨ ਐਂਗਲ ਤੋਂ ਗੱਲ ਜਿਹੜੇ ਚਿੰਤਕ ਲੈ ਰਹੇ ਆ। ਇੱਕ ਪਾਸੇ ਤੇ ਇਲੈਕਸ਼ਨ ਆ ਗਈ, ਇਲੈਕਸ਼ਨ ਹੈ। ਦੂਜੇ ਪਾਸੇ ਪੰਚਾਇਤਾਂ ਜਿਹੜੀਆਂ ਬੈਠੀਆਂ ਨੇ ਉਹ ਕਾਂਗਰਸ ਦੀਆਂ ਜਾਂ ਅਕਾਲੀਆਂ ਦੀਆਂ, ਉਹਨਾਂ ਨੂੰ ਭੰਗ ਕਰਨਾ ਪੈਣਾ ਸੀ ਕਿਉਂਕਿ ਵੋਟ ਬੈਂਕ ਉਹਨਾਂ ਕੋਲ ਹੈਗਾ। ਇਹ ਇਹਨਾਂ ਨੇ ਬੜੇ ਟਾਈਮ ਨਾਲ ਹੀ ਭੰਗ ਕਰ ਦਿੱਤਾ ਕਿ ਉਹਨਾਂ ਨੂੰ ਬੰਦ ਕਰ ਦਿਓ, ਮੁਲਤਵੀ ਕਰ ਦਿਓ, ਤਾਂ ਕਿ ਸਾਡੀ ਸਰਕਾਰਾਂ ਬਣ ਜਾਣ। ਉਹਦੀ ਇਲੈਕਸ਼ਨ ਵੀ ਆ ਜਾਣੀਆਂ, ਇਲੈਕਸ਼ਨ ਇਹਨਾਂ ਨੇ ਪਹਿਲੋਂ ਕਰਾ ਦੇਣੀਆਂ, ਜਿਸ 'ਚ ਨਗਰ ਪਾਲਿਕਾ ਵੀ ਹੈਗੀਆਂ, ਜਿਹੜੀਆਂ ਗ੍ਰਾਮ ਪੰਚਾਇਤਾਂ ਵੀ ਹੈਗੀਆਂ। ਹੁਣ ਉਹਨਾਂ ਸਰਪੰਚਾਂ ਨੇ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਆ, ਉਹਨਾਂ ਨੇ ਰਿਟ ਕੀਤੀ ਸੀ ਹਾਈ ਕੋਰਟ 'ਚ, ਉਹਦਾ ਸਟੇ ਲਿਆ ਉਹਨਾਂ ਨੇ ਔਰ ਉਹਦੀ ਸੁਣਵਾਈ ਵੀ ਹੋ ਗਈ ਆ। ਉਹਦੇ ਵਿੱਚ ਸਟੇ ਵੀ ਮਿਲ ਰਿਹਾ ਉਹਨਾਂ ਨੂੰ, ਔਰ ਹੋ ਸਕਦਾ ਸਰਪੰਚ ਫਿਰ ਦੁਬਾਰਾ ਆਪਣੇ ਤਰੀਕੇ ਨਾਲ ਕੰਮ ਕਰ ਸਕਣ। ਜਿੰਨੀ ਦੇਰ ਤੱਕ ਸਟੇ ਆ, ਸਟੇ ਵੀ 6-6 ਮਹੀਨੇ ਲੰਘ ਜਾਂਦਾ ਹੁੰਦਾ, ਔਰ ਉਹਦੇ ਵਿੱਚ ਫਿਰ ਪਾਵਰ 'ਚ ਆ ਜਾਣੇ। ਪਾਵਰ 'ਚ ਆਉਣ ਤੋਂ ਬਾਅਦ ਇਹ ਉਸੇ ਤਰ੍ਹਾਂ ਵਿਕਾਸ ਦੇ ਕਾਰਜਾਂ 'ਚ ਕੰਮ ਕਰਨਗੇ। ਹੁਣ ਜੇ ਸਰਪੰਚ ਦੀ ਜਿਹੜੀ ਉਹਨਾਂ ਦੀ ਪੋਜੀਸ਼ਨ ਭੰਗ ਹੋਈ ਸੀ, ਵਾਪਸ ਆ ਕੇ ਦੁਬਾਰਾ ਕੰਮ ਜ਼ਿਆਦਾ ਕਰਨਗੇ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਨੂੰ ਫਿਰ ਲੋਕ ਆਪਣੇ ਤਰੀਕੇ ਨਾਲ ਨਜਿੱਠਣ, ਅਸੀਂ ਕੰਮ ਕਰੀਏ। ਪਰ ਹੁਣ ਜਿਹੜਾ ਮਾਣ ਭੱਤਾ ਦੇਣਾ ਹੈਗਾ, ਸਰਕਾਰ ਦੇ ਖਜ਼ਾਨੇ 'ਚ ਪਹਿਲੋਂ ਪੈਸਾ ਹੈ ਨਹੀਂਗਾ। ਹੁਣ 75,000 ਪਰ ਮੰਥ ਜਿਹੜਾ ਉਹਨਾਂ ਦੇ ਹਿਸਾਬ ਨਾਲ ਦਿੱਤਾ, ਪਰ ਸਰਪੰਚ ਕਿਸ ਤਰ੍ਹਾਂ ਦੇਣਗੇ? ਹੁਣ ਇਹ ਪੈਸਾ ਦੇਣ ਲਈ ਵੀ ਇਹਨਾਂ ਨੂੰ ਨਵਾਂ ਬਜਟ ਤਿਆਰ ਕਰਨਾ ਪੈਣਾ। ਉਹ 'ਚ ਹਰਪਾਲ ਚੀਮਾ ਜਿਹੜੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਹੁਣ ਸਾਰਾ ਪੈਸਾ ਦੇਣ ਲਈ ਸਾਹਮਣੇ ਆਵਾਂਗੇ, ਕਿਉਂਕਿ ਗੁੱਸਾ ਤਾਂ ਕਿ ਜਿਹੜੇ ਸਰਪੰਚਾਂ ਨੂੰ ਹੈਗਾ ਕਿ ਸਾਨੂੰ ਸੀਟਾਂ ਤੋਂ ਆਸੇ-ਪਾਸੇ ਕਰ ਦਿੱਤਾ, ਭੰਗ ਕਰ ਦਿੱਤੀਆਂ ਪੰਚਾਇਤਾਂ, ਤੇ ਦੂਜੇ ਪਾਸੇ ਸਾਡਾ ਪੈਸਾ ਤਾਂ ਦਿਓ, ਅਸੀਂ ਘੱਟੋ ਘੱਟ ਆਪਣਾ ਗੁਜ਼ਾਰਾ ਤੇ ਕਰੀਏ। ਔਰ ਦੇਖੋ ਪੈਸਾ ਦੇਣਾ ਕਿੱਥੋਂ ਹੈ? ਇਨਵੈਸਟਮੈਂਟ ਕੋਈ ਹੋਈ ਨਹੀਂ ਪੰਜਾਬ ਦੇ ਵਿੱਚ, ਔਰ ਇੰਡਸਟਰੀ ਔਰ ਐਗਰੀਕਲਚਰ ਦਾ ਹਾਲ ਤੁਹਾਡੇ ਸਾਹਮਣੇ ਹੈ। ਬਿਲਕੁਲ। ਔਰ ਉਧਰੋਂ ਹੜ੍ਹਾਂ ਨੇ ਮੱਤ ਮਾਰੀ ਪਈ ਹੈ, ਤੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਐਡਮਿਨਿਸਟ੍ਰੇਸ਼ਨ ਦੇ, ਕਾਨੂੰਨੀ ਤੌਰ ਤੇ, ਔਰ ਜੋ ਸਾਰੀ ਸੋਸ਼ਲ ਸਿਕਿਉਰਿਟੀ ਦੀ ਜੋ ਹਾਲਾਤ ਬਣੇ ਹੋਏ ਨੇ ਉਹ ਵੀ ਸਾਡੇ ਸਾਹਮਣੇ ਨੇ। ਹੁਣ ਫਿਰ ਤੋਂ ਕਰਜ਼ਾ ਲਿੱਤਾ ਜਾਏਗਾ ਸ਼ਾਇਦ, ਔਰ ਹੋਰ ਕਰਜ਼ੇ ਦੇ ਥੱਲੇ ਪੰਜਾਬ ਸਟੇਟ ਆ ਸਕਦੀ ਹੈ। ਇਹ ਵੀ ਹਾਲਾਤ ਬਣੇ ਹੋਏ ਨੇ। ਜੇ ਨਵਾਂ ਬਜਟ ਪਾਸ ਕਰਨਾ ਤਾਂ ਸਿਵਾਏ ਕਰਜ਼ਾ ਲੈਣ ਤੋਂ ਹੋਰ ਕੋਈ ਤਰੀਕਾ ਨਹੀਂ ਹੈ। ਹੋਰ ਇਹਨਾਂ ਕੋਲ ਸੋਰਸ ਹੈ ਨਹੀਂ ਨਾ, ਇਨਕਮ ਸੋਰਸ ਕੋਈ ਹੈ ਨਹੀਂ। ਸੈਂਟਰ ਨੇ ਇਹਨਾਂ ਨੂੰ ਬਾਂਹ ਨਹੀਂ ਫੜਾਈ, ਔਰ ਹੋਰ ਇਹਨਾਂ ਕੋਲ ਆਪਣਾ ਕੋਈ ਕਾਮਨ ਜਿਹੜਾ ਹੈਗੀ ਪ੍ਰਾਪਰਟੀ ਹੈ ਨਹੀਂ ਜਿਹਦੇ 'ਚ ਇਹ ਪੈਸਾ ਵਸੂਲ ਕਰ ਸਕਣ। ਹੁਣ ਜੋ ਪਾਕਿਸਤਾਨ ਦੀ ਹਾਲਤ ਹੋਈ ਹੈ ਇਸ ਵੇਲੇ, ਉਧਰ ਵੀ ਜਿਹੜੀ ਹੈ ਇਸ ਵੇਲੇ ਭੁੱਖਮਰੀ ਪੂਰੀ ਹੋ ਰਹੀ ਹੈ। ਜੇ ਇਸ ਤਰ੍ਹਾਂ ਦਾ ਇੱਥੇ ਵੀ ਪ੍ਰਚਲਨ ਰਿਹਾ ਤੇ ਘੱਟੋ ਘੱਟ ਪੰਜਾਬ ਵਿੱਚ ਵੀ ਉਹੀ ਬਣ ਜੂਗਾ ਹਾਲਾਤ ਜੋ ਪਾਕਿਸਤਾਨ ਦੇ ਵਿੱਚ। ਬਸ ਅਸੀਂ ਇਹੀ ਕਹਾਂਗੇ, ਵਾਹਿਗੁਰੂ ਮਿਹਰ ਕਰੇ ਇਹ ਹਾਲਾਤ ਨਾ ਬਣਨ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਚਲਿਏ ਜੀ, ਸਤਿ ਸ੍ਰੀ ਅਕਾਲ।